थोड़ी याद विच बैठ के दो घड़ियां एक दो प्यार दे हंजू बहान लग्या थोनू मिलू हुंगारा संसार विचों मुड बन्निए तुसी कहानियां दा सौ खांदे हां असीं जवानियां दी मुल तारांगे असीं कुर्बानियां दा जिथे गए हो असीं भी आए जानो ते बलदी चिखा हुण ठंडी ना होण देनी गर्म रखांगे दौर कुर्बानियां दा लहर हक्कां दी रंडी ना होण देनी खेडण जाण दे हड़ां दी हिक अंदर ते सिरी जुल्म दी झंडी ना होण देनी सामराज दी मंडी जे हिंद बनिया तां ए लोकां दी मंडी ना होण देनी एवें भरम है साडियां कातलां नूं कि असीं होवांगे दो जां चार लोको बदले ले तो भी जेड़ी टुटनी ना एडी लम्मी है साडी कतार लोको एवें भरम है साडियां कातलां नूं कि असीं होवांगे दो जां चार लोको बदले ले तो भी जेड़ी टुटनी ना एडी लम्मी है साडी कतार लोको साडे हक्कां दी मक्की है होई चाबू ते वेलड़ वग नहीं खेतां विच वड़ना देना नरम दोधियां दे सूहे पिंडियां नूं असीं लुटदा ताप ना चढ़न देना सानू जिंदगी प्यारी नालों परदेश तो प्यारे एदे लोक कहानियां असीं तोड़ देनी लहू पीनी जो कहानियां असीं तोड़ देनी रुसियां बहारां असीं मोड़ के ले आउणियां ने आखदे ने लोकी हिक्का ठो कहानियां हड़ लोकता दा केड़ा सकूरो कहानी दोस्तों तुसी सुनन जा रहे हो प्रोग्राम रेडियो इनकलाब आज दिन सोमवार 24 मई 2021 वाले दिन मैं यानी अनु और जल्द ही मेरे नाल भारती जी भी हो जाणगे ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓਗੇ ਸ਼ਾਮ 6:30 ਵਜੇ ਤੱਕ ਜਿਹੜੇ ਸਾਡੇ ਸਰੋਤੇ ਸਾਨੂੰ ਆਕਲੈਂਡ ਵਿੱਚ ਸੁਣਦੇ ਨੇ ਤੁਹਾਡਾ ਔਰ ਸਾਡਾ ਸਾਥ ਬਣਦਾ ਹੈ ਪਲੈਨਟ 104.6 FM ਦੀਆਂ ਤਰੰਗਾਂ ਤੇ ਔਰ ਜਿਹੜੇ ਸਾਡੇ ਸਾਥੀ ਆਕਲੈਂਡ ਤੋਂ ਬਾਹਰ ਨੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਉਹ ਸਾਨੂੰ ਆਨਲਾਈਨ ਸੁਣਦੇ ਨੇ ਪਲੈਨਟ ਆਡੀਓ ਦੀ ਜਿਹੜੀ ਵੈਬਸਾਈਟ ਹੈ ਪਲੈਨਟ ਰੇਡੀਓ ਦੀ ਉੱਥੇ ਤੁਸੀਂ ਸਾਨੂੰ ਸੁਣ ਸਕਦੇ ਹੋ ਜਾਂ ਬਾਅਦ ਵਿੱਚ ਅਸੀਂ ਇਹ ਜਿਹੜੇ ਪ੍ਰੋਗਰਾਮਸ ਨੇ ਸਾਡਾ YouTube ਚੈਨਲ ਹੈ ਰੇਡੀਓ ਇਨਕਲਾਬ ਦੇ ਨਾਮ ਤੋਂ ਉੱਥੇ ਅਪਲੋਡ ਕਰ ਦਿੰਨੇ ਆ ਔਰ Facebook ਪੇਜ ਹੈ ਇਸੇ ਨਾਮ ਤੋਂ ਉੱਥੇ ਵੀ ਤੁਸੀਂ ਸਾਡੇ ਜਿਹੜੇ ਪੁਰਾਣੇ ਪ੍ਰੋਗਰਾਮ ਨੇ ਉਹ ਦੇਖ ਸਕਦੇ ਹੋ ਸੁਣ ਸਕਦੇ ਹੋ ਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਸਾਡੇ ਦੋ ਮੁੱਖ ਵਿਸ਼ੇ ਰਹਿਣਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਪਿਛਲੇ ਸਾਲ ਨਵੰਬਰ ਤੋਂ ਉਸ ਸਿਲਸਿਲੇ ਵਿੱਚ ਅਸੀਂ ਸਾਥੀ ਸ਼ਿੰਗਾਰਾ ਸਿੰਘ ਮਾਨ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ ਸਕੱਤਰ ਨੇ ਜਥੇਬੰਦੀ ਦੇ ਔਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਔਰ ਉਹਨਾਂ ਕੋਲੋਂ ਅਪਡੇਟ ਲਵਾਂਗੇ ਔਰ ਇਹ ਵੀ ਜਾਇਜ਼ਾ ਲਵਾਂਗੇ ਜਾਂ ਉਹਨਾਂ ਕੋਲੋਂ ਪੁੱਛਾਂਗੇ ਕਿ ਸੰਘਰਸ਼ ਇਸ ਵਕਤ ਕਿਹੜੇ ਮੋੜ ਤੇ ਖੜਾ ਹੈ ਔਰ ਆਉਂਦੇ ਸਮੇਂ 'ਚ ਕੀ ਵਿਉਂਤਬੰਦੀ ਕੀਤੀ ਗਈ ਹੈ ਤਾਂ ਕਿ ਜਿਹੜੇ ਉਹ ਤਿੰਨ
ਕਿਸਾਨ ਵਿਰੋਧੀ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ ਔਰ ਨਾਲ ਹੀ ਨਾਲ 2 ਹੋਰ ਵੀ ਨੇ ਜਿਹੜਾ ਉਹ ਇੱਕ ਬਿਜਲੀ ਐਕਟ ਹੈ ਔਰ ਪਰਾਲੀ ਸਾੜਨ ਵਾਲਾ ਜਿਹੜਾ ਹੈ ਕਿਸਾਨਾਂ ਤੇ ਕਾਫੀ ਜਿਹੜੇ ਸਖਤੀ ਕੀਤੀ ਜਾਂਦੀ ਹੈ ਉਹਨਾਂ ਦੀਆਂ ਮਜਬੂਰੀਆਂ ਨੂੰ ਲੈ ਕੇ। ਤੋ ਇਸ ਕਿਸਮ ਦੀ ਗੱਲਬਾਤ ਰਹੇਗੀ ਸਾਥੀ ਸ਼ਿੰਗਾਰਾ ਸਿੰਘ ਮਾਨ ਹੋਰਾਂ ਨਾਲ। ਉਸ ਤੋਂ ਬਾਅਦ ਅਸੀਂ ਦੂਸਰੇ ਜਿਹੜੇ ਸਾਡੇ ਮਹਿਮਾਨ ਹੋਣਗੇ ਸਟੂਡੀਓ 'ਚ ਆ ਸਕੇ ਸਾਡੇ ਨਾਲ ਜਲਦ ਹੋ ਜਾਣਗੇ। ਮਾਈਗ੍ਰੈਂਟ ਰਾਈਟਸ ਨੈਟਵਰਕ ਨਿਊਜ਼ੀਲੈਂਡ ਤੋਂ ਸਾਥੀ ਸ਼ੇਰ ਸਿੰਘ, ਉਹਨਾਂ ਨਾਲ ਗੱਲਬਾਤ ਦਾ ਜਿਹੜਾ ਵਿਸ਼ਾ ਰਹੇਗਾ ਇੱਥੇ ਸਥਾਨਕ ਮਸਲੇ ਨੇ ਜਿਹੜੇ ਖਾਸ ਕਰਕੇ ਟੈਂਪਰਰੀ ਵੀਜ਼ਾ ਹੋਲਡਰਸ ਨੇ ਜਿਹੜੇ ਚਾਹੇ ਉਹ ਨਿਊਜ਼ੀਲੈਂਡ 'ਚ ਨੇ ਇਸ ਵਕਤ ਜਾਂ ਚਾਹੇ ਆਫਸ਼ੋਰ ਜਿਹੜੇ ਫਸੇ ਹੋਏ ਨੇ ਪਿਛਲੇ 14-15 ਮਹੀਨਿਆਂ ਤੋਂ, ਉਹਨਾਂ ਦੇ ਕੀ ਕੁਝ ਮਸਲੇ ਨੇ ਉਹ ਇੱਕ ਤਾਂ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ ਔਰ ਬੀਤੇ ਸਮੇਂ 'ਚ ਕੀ ਕੁਝ ਕਰ ਚੁੱਕੇ ਹਾਂ ਅਸੀਂ, ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਔਰ ਉਹਨਾਂ ਦੇ ਰਿਜ਼ਲਟ ਕੀ ਰਹੇ ਨੇ ਔਰ ਆਉਂਦੇ ਦਿਨਾਂ 'ਚ ਕੀ ਕੁਝ ਪਲਾਨ ਕੀਤਾ ਗਿਆ। ਤੋ ਇਸ ਕਿਸਮ ਦੀ ਗੱਲਬਾਤ ਰਹੇਗੀ ਔਰ ਅੱਜ ਵੀ ਕਾਫੀ ਮੈਂ ਕਹਾਂਗੀ ਮੀਡੀਆ 'ਚ ਸੋਮਵਾਰ ਵੈਸੇ ਬੜਾ ਕੁਆਇਟ ਜਿਹਾ ਸ਼ਾਂਤ ਜਿਹਾ ਦਿਨ ਹੁੰਦਾ ਹੈ ਮੀਡੀਆ ਨੂੰ ਲੈ ਕੇ ਇੱਥੇ ਨਿਊਜ਼ੀਲੈਂਡ 'ਚ, ਪਰ ਮਾਈਗ੍ਰੈਂਟਸ ਦੇ ਮਸਲਿਆਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਥੋੜ੍ਹੀ ਦਿਲਚਸਪੀ ਜੀ ਦਿਖਾਈ ਹੈ ਮੀਡੀਆ ਨੇ। ਤੋ ਉਸ ਸਿਲਸਿਲੇ 'ਚ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ, ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਸਾਡੀ ਇਹੋ ਰਹਿੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਪੀੜਤ ਨੇ ਪ੍ਰਵਾਸੀ ਕਾਮੇ ਉਹਨਾਂ ਦੀ ਸੁਣਵਾਈ ਹੋ ਸਕੇ। ਤੋ ਇਸ ਕਿਸਮ ਦਾ ਜਿਹੜਾ ਸਾਡਾ ਦੂਸਰਾ ਜਿਹੜਾ ਟੌਪਿਕ ਰਹੇਗਾ। ਤੋ ਹੁਣ ਦੋਸਤੋ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਤੋ ਸਾਥੀ ਸ਼ਿੰਗਾਰਾ ਸਿੰਘ ਮਾਨ ਹੋਰਾਂ ਨਾਲ ਫੋਨ ਤੇ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਜਿਹੜਾ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਲਿਖਿਆ ਗੁਰਦਾਸ ਰਾਮ ਆਲਮ ਦਾ ਔਰ ਗਾਇਆ ਹੋਇਆ ਰਾਜਨਦੀਪ ਕੌਰ, ਜਿਹੜੇ ਕਿ ਇੱਥੇ ਸਾਡੇ ਸਥਾਨਕ ਕਲਾਕਾਰ ਨੇ, ਉਹਨਾਂ ਦਾ ਗਾਇਆ ਗੀਤ। ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵੇੜੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ ਸਦੀਆਂ ਤੋਂ ਚੱਲਦਾ ਸਮਾਂ ਰੁਕ ਗਿਆ ਹੈ, ਪੁਰਾਣੇ ਵਿਚਾਰਾਂ ਦਾ ਸਿਰ ਝੁਕ ਗਿਆ ਹੈ, ਬੁਝੇ ਜੇ ਕਾਨੂੰਨਾਂ ਦੇ ਤੁਖੇ ਜਿਹੇ ਨੇ ਚਿਹਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ। ਇਹ ਕੀ ਦੇਣ ਆਇਆ, ਇਹ ਕੀ ਲੈਣ ਆਇਆ, ਇਹ ਕੀ ਸੁਣਨ ਆਇਆ, ਇਹ ਕੀ ਕਹਿਣ ਆਇਆ, ਸਮਝਣ 'ਚ ਅਸਮਰੱਥ ਹੋ ਗਏ ਵਡੇਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ। ਬਗਾਵਤ ਲਈ ਦਾਸਾਂ ਨੂੰ ਕਰਦਾ ਇਸ਼ਾਰੇ, ਕਬਰਾਂ ਦੇ ਮੁਰਦੇ ਵੀ ਪਰਦੇ ਹੁੰਗਾਰੇ, ਮਜ਼ਬੂਤ ਹੋ ਗਏ ਯਤੀਮਾਂ ਦੇ ਜੇਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ। ਨਵੀਂ ਦੀ ਚੋਰੀ ਨਵਾਂ ਦਾ ਖਾਸਾ, ਇਹ ਜ਼ਿੰਦਗੀ ਦਾ ਚਾਹੁੰਦਾ ਬਦਲ ਦੇਣਾ ਪਾਸਾ, ਲੁਕ ਲੁਕ ਕੇ ਰੋਂਦੇ ਸਿਆਸੀ ਲੁਟੇਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ। ਚੰਦਾ ਤੇ ਤਾਰਿਆਂ ਦਾ ਦੱਸਦਾ ਉਜਾਲਾ, ਆਲਮ 'ਚ ਹੈ ਹੁਣ।
ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਦੋਸਤੋ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਦਿੱਲੀ ਬਾਰਡਰ ਭਾਰਤ ਤੋਂ ਹੋ ਗਏ ਨੇ ਸਾਥੀ ਸ਼ਿੰਗਾਰਾ ਸਿੰਘ ਮਾਨ, ਜਿਹੜੇ ਕਿ ਮੈਂ ਪਹਿਲੇ ਵੀ ਦੱਸਿਆ ਸੀਗਾ ਕਿ ਸੂਬਾ ਸਕੱਤਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਨੇ। ਮੇਰਾ ਖਿਆਲ ਹੈ ਮੈਂ ਠੀਕ ਦੱਸ ਰਹੀ ਹਾਂ ਉਹਦਾ। ਹਾਂਜੀ, ਨਹੀਂ ਤਾਂ ਉਹਨਾਂ ਕੋਲੋਂ ਅਸੀਂ ਕਲੈਰੀਫਿਕੇਸ਼ਨ ਵੀ ਲੈ ਲਵਾਂਗੇ। ਖੈਰ ਬਹੁਤ ਸੁਹਿਰਦ ਔਰ ਸਰਗਰਮ ਸਾਥੀ ਨੇ, ਤਾਂ ਉਹਨਾਂ ਨਾਲ ਅਸੀਂ ਕਿਸਾਨ ਅੰਦੋਲਨ ਜਿਹੜਾ ਇਸ ਵਕਤ ਕਿੱਥੇ ਪਹੁੰਚਿਆ ਇਸ ਸਿਲਸਿਲੇ 'ਚ ਗੱਲਬਾਤ ਕਰਨ ਜਾ ਰਹੇ ਹਾਂ। ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਇੱਕ ਸੈਕਿੰਡ ਰੁਕਿਓ ਜੀ। ਹਾਂ, ਔਨ 에ਅਰ ਨਹੀਂ ਹੋਈ ਕਾਲ। ਸਾਥੀ ਜੀ ਇੱਕ ਸੈਕਿੰਡ ਰੁਕਿਓ, ਇੱਕ ਸੈਕਿੰਡ। ਮੇਰੇ ਖਿਆਲ ਫੋਨ ਮੇਰੇ ਕੋਲ ਸਹੀ ਨਹੀਂ, ਇੱਕ ਮਿੰਟ ਰੁਕਿਓ ਜੀ। ਹਾਂਜੀ ਸਾਥੀ ਜੀ, ਮੁੜ ਕੇ ਤੁਹਾਨੂੰ ਸਵਾਗਤ ਹੈ ਸਾਥੀ ਤੁਹਾਡਾ ਰੇਡੀਓ ਇਨਕਲਾਬ ਤੇ ਜੀ। ਹਾਂਜੀ ਹਾਂਜੀ, ਮਿਹਰਬਾਨੀ, ਧੰਨਵਾਦ ਜੀ। ਹਾਂਜੀ ਤੋ ਸਾਥੀ ਜੀ, ਤੁਸੀਂ ਦਿੱਲੀ ਮੋਰਚੇ 'ਚ ਬੈਠੇ ਹੋਏ ਹੋ ਤੇ ਅਸੀਂ ਪਹਿਲਾਂ ਚਾਹਾਂਗੇ ਕਿ ਸਭ ਤੋਂ ਪਹਿਲਾਂ ਆਪਣੇ ਦਿੱਲੀ ਮੋਰਚੇ ਦੀ ਜਿਹੜੀ ਦਸ਼ਾ ਉਹਦੇ ਬਾਰੇ ਗੱਲਬਾਤ ਕਰੀਏ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਾਣੀ, ਜਿਹੜਾ ਮੌਸਮ ਦਾ ਬਹੁਤ ਸਖਤ ਰੂਪ ਜਿਹੜਾ ਵੇਖਣਾ ਪਿਆ, ਜਿਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ, ਬਹੁਤ ਝੱਖੜ, ਤੂਫਾਨ, ਮੀਂਹ, ਔਰ ਕੀ ਹਾਲਾਤ ਨੇ ਆਲੇ ਦੁਆਲੇ, ਔਰ ਕਿਹੜੀਆਂ ਪਰੇਸ਼ਾਨੀਆਂ ਨਾਲ ਆਪਣੇ ਜਿਹੜੇ ਸਾਥੀ ਡਟੇ ਹੋਏ ਨੇ ਉਹ ਜੂਝਣ ਡਏ ਨੇ। ਦੇਖੋ ਜੀ, ਇੱਕ ਤਾਂ ਹੈਗਾ ਵੀ ਸਾਥੀ ਪਿੱਛੇ ਤੋਂ ਇਤਿਹਾਸ ਵੀ ਇਹ ਦੱਸਦਾ ਹੈ ਵੀ ਜਦੋਂ ਮਤਲਬ ਕਿਰਤੀ ਲੋਕ ਲੜਾਈ ਦੇ ਮੈਦਾਨ 'ਚ ਹੁੰਦੇ ਹੈ, ਹਾਕਮਾਂ ਦਾ ਸਾਥ ਸ਼ਾਇਦ ਕੁਦਰਤ ਵਾਲਾ ਵੀ ਦਿੰਦਾ ਜੀ, ਉਹ ਪਰਤਿਆਵਾ ਵੀ ਲੈਂਦਾ। ਉਸ ਕਿਸਮ ਦਾ ਜਿਵੇਂ ਮਾਛੀਵਾੜੇ ਦੇ ਜੰਗਲਾਂ ਤੋਂ ਪਹਿਲਾਂ, ਜਾਂ ਜਦੋਂ ਵਿਛੋੜਾ ਸਾਹਿਬ ਗੁਰਦੁਆਰਾ ਵੀ ਬਣਿਆ ਹੋਇਆ, ਗੁਰੂ ਗੋਬਿੰਦ ਸਿੰਘ ਨੂੰ ਵੀ ਜਦੋਂ ਵਿਛੋੜਾ ਪਿਆ, ਕਹਿੰਦੇ ਐਡਾ ਵੱਡਾ ਤੂਫਾਨ ਆਇਆ ਤੇ ਪਰਿਵਾਰ ਦੇ ਵੀ 2 ਥਾਵਾਂ 'ਚ ਵੰਡਿਆ ਗਿਆ। ਬਿਲਕੁਲ, ਉਹਨਾਂ ਗੱਲਾਂ ਨੂੰ ਯਾਦ ਕਰਕੇ ਅੱਜ ਸਾਡੇ ਮਤਲਬ ਜਿਹੜੇ ਧਰਨਾਕਾਰੀ ਆ, ਮੋਰਚੇ 'ਚ ਡਟੇ ਹੋਏ ਕਿਸਾਨ, ਉਹ ਆਪਦੇ ਆਪ ਨੂੰ ਇਤਿਹਾਸ ਨਾਲ ਜੋੜਦੇ ਆ ਵੀ ਕੋਈ ਗੱਲ ਹੀ ਨਹੀਂ ਯਾਰ, ਇਹ ਔਕੜਾਂ ਤਾਂ ਆਉਣਗੀਆਂ, ਅਸੀਂ ਉਹਨਾਂ ਦੇ ਵਾਰਸ ਹੈ ਜੀ। ਬਹੁਤ ਵੱਡੀਆਂ ਔਕੜਾਂ ਆਈਆਂ ਪਿਛਲੇ ਦਿਨਾਂ ਦੇ ਵਿੱਚ, ਜਿੰਨਾ ਤੂਫਾਨ ਨੇ ਪੱਟਿਆ ਸਾਰਾ ਕੁਝ ਪੱਟ ਕੇ ਰਾਂ ਜੀ। ਕਰੋੜਾਂ ਦਾ ਨੁਕਸਾਨ ਵੀ ਹੈ, ਜਿੱਥੇ ਜਿਹੜੀ ਸਾਰੇ ਦਾ ਸਾਰਾ ਪੰਡਾਲ 6 ਦਿਨ ਹੋ ਗਏ ਸਟੇਜ ਨਹੀਂ ਲੱਗ ਸਕੀ ਆਪਣੀ, ਸਾਰੇ ਦਾ ਸਾਰਾ ਪੰਡਾਲ ਪੱਟਾ ਸਟੇਜ ਵਾਲਾ, ਦੁਬਾਰੇ ਨਵੇਂ ਸਿਰੋਂ ਲੱਗ ਰਿਹਾ। ਤੇ ਜਿਹੜੇ ਆਰਜੀ ਤੰਬੂ ਘਰ ਬਣਾਏ ਹੋਏ ਸੀ, ਤੰਬੂ ਵੱਡੀ ਪੱਧਰ ਤੇ ਤੰਬੂ ਪੱਟੇ ਆ ਤੇ ਉਹਨਾਂ ਦੇ ਵਿੱਚ ਪਾਣੀ ਵੜ ਗਿਆ, ਖੜ ਕੇ ਰਾਤਾਂ ਕੱਟੀਆਂ ਬੰਦਿਆਂ ਨੇ, ਜੇ ਐਂ ਕਹਿਣਾ ਹੋਵੇ। ਜਾਨੀ ਤੰਬੂਆਂ ਦੇ ਜਿਹੜੇ ਕੱਚੇ ਉਹ ਵਿੱਚ ਲਾਏ ਹੋਏ ਆ, ਵੰਝ ਕਹਿ ਲਈਏ ਉਹਨਾਂ ਨੂੰ, ਫੜ ਕੇ ਰਾਤਾਂ ਕੱਟੀਆਂ। ਪਰ ਇਹਦੇ ਬਾਵਜੂਦ ਅਸੀਂ 1 ਵਜੇ ਰਾਤ ਨੂੰ ਲਾਈਵ ਹੋਏ ਆ ਜੀ। ਉਦੋਂ ਮੀਂਹ ਪੈਂਦੇ 'ਚ ਲਾਈਵ ਹੋਏ ਆ, ਖੜੇ ਮੀਂਹ ਦੇ ਵਿੱਚ ਵੀ ਜਾਨੀ ਹੌਸਲੇ ਇੰਨੇ ਬੁਲੰਦ ਆ ਨੌਜਵਾਨਾਂ ਦੇ, ਬਜ਼ੁਰਗਾਂ ਦੇ, 80 ਸਾਲ ਦੇ ਬਜ਼ੁਰਗ ਵੀ, ਗੱਲ ਹੀ ਕੋਈ ਨਹੀਂ ਯਾਰ। ਚੱਲਾਂਗੇ, ਖਿੜੇ ਮੱਥੇ ਚੱਲਾਂਗੇ ਜੀ। ਜੇ ਸਾਡਾ ਇਹ ਕੁਦਰਤ ਵਾਲਾ ਵੀ ਐਂ ਸਬਰ ਪਰਖ ਰਿਹਾ ਤਾਂ ਅਸੀਂ ਇਸ ਸਬਰ ਤੇ, ਇਹਦੀ ਪਰਖ ਤੇ ਵੀ ਪੂਰੇ ਉਤਰਾਂਗੇ। ਜਾਨੀ ਐਂ ਚੜ੍ਹਦੀ ਕਲਾ 'ਚ ਸਾਰੇ ਹੌਸਲੇ ਬੁਲੰਦ ਹੈ, ਕੋਈ ਕਿਸੇ ਤੇ ਉਹ ਨਹੀਂ ਆਇਆਗਾ, ਕਿਸੇ ਦੀ ਨਿਰਾਸ਼ਤਾ। ਤੇ ਸਰਕਾਰ ਵਾਲੀ ਨਿਰਾਸ਼ਤਾ ਤਾਂ ਆਉਣੀ ਕੀ ਹੈ, ਜਦੋਂ ਐਡੀ ਵੱਡੀ ਝੱਲ ਕੇ ਅਗਲੇ ਇਹੀ ਗੱਲਾਂ ਦਿਖਾਉਣਗੇ ਜੀ। ਤੇ ਸਾਡੇ ਵੀ ਯਾਦ ਹੈ ਇੱਕ ਵੀ ਜਦੋਂ ਸਾਨੂੰ ਇਹ ਵਿਸ਼ਵਾਸ ਵੱਧਦਾ ਹੈ ਵੀ ਜਦੋਂ ਮੋਰਚੇ ਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਥੱਲੇ ਜਨਤਾ ਦੀ ਚੜ੍ਹਦੀ ਕਲਾ 'ਚ ਹੋਵੇ, ਉਸ ਮੋਰਚੇ ਨੂੰ ਹਰਾ ਨਹੀਂ ਸਕਦਾ ਕੋਈ। ਨਹੀਂ, ਬਿਲਕੁਲ। ਇੱਕ ਵਾਰੀ ਮੇਰੇ ਯਾਦ ਆ, ਅਸੀਂ ਜੇਲ੍ਹ 'ਚ ਬੰਦੇ ਗਏ ਹੋਏ ਸੀਗੇ, ਆਪਾਂ ਕਿਉਂਕਿ ਮੁਹਿੰਮ ਲਈ ਸੀ ਪਹਿਲਾਂ ਵੀ, ਕਰਜ਼ੇ ਬਦਲੇ ਜੇਲ੍ਹ 'ਚ ਬੰਦੇ ਨਹੀਂ ਜਾਣ ਦੇਣੇ। ਲੈਂਡ ਮਾਰਗੇਜ ਬੈਂਕ ਵਾਲਿਆਂ ਨੇ ਜੇਲ੍ਹ 'ਚ ਬੰਦੇ ਭੇਜਤੇ ਸੀ, ਜੂਨ ਦਾ ਮਹੀਨਾ ਸੀ, ਅਸੀਂ ਉਹਦੇ ਤੇ ਮੋਰਚਾ ਲਾ ਲਿਆ ਬੈਂਕ ਮੂਹਰੇ ਵੀ ਯਾਰ ਬੰਦੇ ਬਿਨਾਂ ਸ਼ਰਤ ਕਰਾਉਣੇ ਆ, ਕਿਉਂਕਿ ਨਹੀਂ ਤਾਂ ਕਾਨੂੰਨ ਜਿਹੜਾ ਬੰਦਾ ਜੇਲ੍ਹ 'ਚ ਜਾਵੜੇ, ਕਾਨੂੰਨ ਇਹ ਕਹਿੰਦਾ ਵੀ ਯਾਰ ਜੇ ਇੱਕ ਵਾਰੀ ਬੰਦਾ ਜੇ ਜੇਲ੍ਹ 'ਚ ਚਲਿਆ ਗਿਆ, ਉਹ ਚਾਹੇ ਤਾਂ ਜ਼ਮਾਨਤ ਕਰਾ ਕੇ ਬਾਹਰ ਆਊਗਾ, ਚਾਹੇ ਜੱਜ ਬਰੀ ਕਰੂਗਾ, 2 ਹੀ ਜੇਲ੍ਹ 'ਚੋਂ ਬਾਹਰ ਨਿਕਲਣ ਦੇ ਅਸੂਲ ਹੈ। ਲੋਕਾਂ ਨੇ ਜਾਨੀ ਤੀਜਾ ਆਪਦਾ ਕਾਨੂੰਨ ਉੱਥੇ, ਲੋਕਾਂ ਦਾ ਕਾਨੂੰਨ ਬਗਾਇਆ, ਬਿਨਾਂ ਸ਼ਰਤ ਜੇਲ੍ਹ 'ਚੋਂ ਰਿਹਾ ਕਰਵਾਏ, ਪਹਿਲੀ ਗੱਲ ਹੈ। ਤੇ ਬਾਅਦ 'ਚ ਆਉਣੇ ਆਪਾਂ ਜਾਨੀ ਅਸੀਂ, ਮੈਂ ਉਹ ਤੁਹਾਡੀ ਸਿਰ ਦੀ ਗੱਲ ਰੱਖਦਾ ਜੀ ਵੀ ਜੂਨ ਦਾ ਮਹੀਨਾ ਸੀ, ਬਠਿੰਡਾ ਦੀ ਲੈਂਡਮਾਰਕ ਦੇ ਬੈਂਕ ਮੂਹਰੇ ਬਹਿ ਕੇ ਘੇਰ ਕੇ ਸਿਖਰ ਦੁਪਹਿਰਾ ਸੀ ਜੀ। ਜਾਨੀ ਜਿਹੜੀ ਸੜਕ ਸੀ, ਸੜਕ ਦੀ ਲੁੱਕ ਪਿਘਲ ਕੇ ਪਾਣੀ ਨੂੰ ਉੱਤੇ ਤੁਰੀ ਫਿਰਦੀ ਸੀ ਤੇ ਲੋਕ ਉਹਦੇ ਤੇ ਬਹਿ ਗਏ। ਸਾਡੇ ਕੁੜਤੇ ਸਾਂਭੀ ਬੈਠੇ, ਉਹ ਮਿਊਜ਼ੀਅਮ ਦੇ ਵਿੱਚ ਰੱਖਣ ਖਾਤਰ, ਪੁਰਾਣੇ ਬਜ਼ੁਰਗ ਕੁੜਤਿਆਂ ਨੂੰ ਲੁੱਕ ਲੱਗ ਗਈ। ਤੇ ਮੇਰੇ ਕੰਨ 'ਚ ਆ ਕੇ ਇੱਕ ਥਾਣੇਦਾਰ ਨੇ ਕਿਹਾ, ਕਹਿੰਦਾ ਤੁਸੀਂ ਜਿੱਤ ਗਏ ਯਾਰ, ਤੁਹਾਨੂੰ ਹੱਥ ਵਾਲਾ ਕੋਈ ਜੰਮਿਆ ਨਹੀਂ। ਕਿਆ ਬਾਤ ਹੈ ਜੀ। ਹਾਂਜੀ, ਮੈਂ ਕਿਹਾ ਗੱਲ ਕੀ? ਗੱਲ ਕੀ? ਕਹਿੰਦਾ ਇੰਨਾ ਕੁਛ ਸਰਕਾਰ ਕਰ ਦੂ ਤੁਹਾਡੇ ਤੇ, ਤੁਸੀਂ ਸੱਚਮੁੱਚ ਤੱਤੀ ਤਵੀ ਤੇ ਬੈਠਣ ਵਾਲੇ ਗੁਰੂਆਂ ਦਾ ਪ੍ਰਤੱਖ ਪ੍ਰਮਾਣ ਦਿੱਤਾ ਜੀ। ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਜਾਨੀ ਉਦੋਂ ਤੋਂ ਲੈ ਕੇ ਵੀ ਜੇ ਜਨਤਾ ਦੇ ਦਿਰੜ ਆਦੇ ਆ, ਉਹਨੂੰ ਕੋਈ ਹਰਾ ਨਹੀਂ ਸਕਦਾ। ਧਨੇਰ ਵਾਲੇ ਮਾਮਲੇ ਵੇਲੇ ਵੀ ਸਾਨੂੰ ਇਹ
ਪਿੰਡਾਂ ਦੇ ਵਿੱਚੋਂ ਜਿਹੜੇ ਉਹ ਘੜਮ ਚੌਧਰੀ ਆ ਇਹ ਗੱਲਾਂ ਸੁਣਨ ਨੂੰ ਮਿਲਦੇ ਵੀ ਹਾਈ ਕੋਰਟ ਸੁਪਰੀਮ ਕੋਰਟ ਦਾ ਫੈਸਲਾ ਹੈ। ਭਲਾ ਇੱਕ ਕਿਵੇਂ ਲੱਗ ਦੇਣਗੇ ਐਵੇਂ ਕਿਸਾਨ ਜਥੇਬੰਦੀਆਂ ਇਹ ਆਗੂ ਆ ਆਪਦਾ ਇਹਨਾਂ ਨੇ ਤੋਰੀ ਫੁਲਕਾ ਚਲਾਉਣਾ ਹੁੰਦਾ ਗੁੰਮਰਾਹ ਕਰਦੇ ਆ ਤੇ ਸਾਨੂੰ ਲੋਕਾਂ ਤੇ ਵਿਸ਼ਵਾਸ ਵੀ ਜਿੰਨੇ ਦਰੜਾ ਰਾਜਾਂ ਨਾਲ ਲੋਕ ਲੱਗੇ ਆ ਵੀ ਇਹ ਵੀ ਪਾਸਾ ਰੱਦ ਦੇਣਗੇ। ਸੁਪਰੀਮ ਕੋਰਟ ਤੋਂ ਵੱਡੀ ਲੋਕਾਂ ਦੀ ਅਦਾਲਤ ਹੁੰਦੀ ਹੈ, ਅਸੀਂ ਲੋਕਾਂ ਦੀ ਕਚਹਿਰੀ ਤੇ ਲੋਕਾਂ ਦੀ ਅਦਾਲਤ ਤੇ ਭਰੋਸਾ ਰੱਖਦੇ ਹਾਂ। ਹੁਣ ਵੀ ਸਾਡਾ ਰੱਬ ਜਿੰਨਾ ਭਰੋਸਾ ਲੋਕਾਂ ਤੇ ਹੈ ਵੀ ਜਿਹੜੇ ਇਰਾਦੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਦਿਖਾਏ ਹੈ ਜਨਤਾ ਨੇ, ਮੋਦੀ ਹਕੂਮਤ ਦੇ ਜਿਹੜੇ ਪਿੱਛੇ ਸਾਮਰਾਜੀ ਘਰਾਣੇ ਬੈਠੇ ਆ, ਸਾਮਰਾਜੀ ਮੁਲਕ ਬੈਠੇ, ਉਹਨਾਂ ਨੂੰ ਝੁਕਣਾ ਪੈਣਾ ਲੋਕਾਂ ਮੂਹਰੇ। ਇਸ ਕਰਕੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ। ਠੀਕ ਹੈ, ਝੱਖੜ ਤੂਫਾਨ ਉਹ ਵੀ ਝੱਲ ਗਏ ਸਾਰੇ, ਹੋਰ ਵੀ ਝੱਲਣ ਨੂੰ ਤਿਆਰ ਆ, ਹੁਣ ਪੱਕੇ ਪੈਰੀ ਹੋ ਰਹੇ ਆ। ਤੇ ਨਾਲ ਆਪਾਂ ਵੀ ਜਿਵੇਂ ਆਰਜੀ ਤੌਰ ਤੇ ਜਿਵੇਂ ਉਹ ਠੀਕ ਹੈ ਨਾਲ ਇੱਕ ਪੱਕਾ ਕਮਰਾ ਬਣਾ ਲਿਆ ਨਾਲ ਵੀ ਭਾਈ ਸਾਜੋ ਸਮਾਨ ਸਾਂਭਣ ਵਾਸਤੇ ਸਟੇਜ ਦੇ ਕਿਉਂਕਿ ਐਡਾ ਵੱਡਾ ਪੰਡਾਲ ਤਾਂ ਹਜੇ ਖਰਚਿਆਂ ਦਾ ਦੇਖੋ ਕੀਮਤਾਂ ਹੈ ਬਿਲਕੁਲ ਵੀ ਉਹਦੇ ਚ ਕੋਈ ਪੱਕਾ ਬਣਾ ਉਹ ਤਾਂ ਬਣ ਨਹੀਂ ਸਕਦਾ ਵੀ ਭਾਈ ਕੋਈ ਨਹੀਂ ਟੈਂਟ ਪਾਟ ਗਿਆ ਦੁਬਾਰੇ ਖਰਚ ਫੇਰ ਕਰਕੇ ਸਾਰਾ ਟੈਂਟ ਦੁਬਾਰੇ ਆਪਾਂ ਲਿਆਂਦਾ ਉਹ ਲਾ ਰਹੇ ਹਾਂ ਜੀ ਪਰ ਇਹਦੇ ਬਾਵਜੂਦ ਚੜ੍ਹਦੀ ਕਲਾ ਕੋਈ ਫਿਕਰ ਨਹੀਂ ਕਿਸੇ ਗੱਲ ਦਾ। ਇਹੀ ਗੱਲਾਂ ਦਿਖਾਉਂਦੀਆਂ ਵੀ ਆਪਾਂ ਜਿੱਤ ਕੇ ਨਿਕਲਾਂਗੇ ਇਸ ਘੋਲ ਚੋਂ। ਬਿਲਕੁਲ ਸਾਥੀ ਜੀ, ਉਸ ਤੋਂ ਬਾਅਦ ਕੱਲ 26 ਤਰੀਕ ਯਾਨੀ ਆਪਣੇ ਸੰਘਰਸ਼ ਨੂੰ ਚੱਲੇ ਹੋਏ 26 ਨਵੰਬਰ ਤੋਂ ਸ਼ੁਰੂ ਹੋ ਕੇ ਪੂਰੇ 6 ਮਹੀਨੇ ਹੋ ਜਾਣਗੇ ਔਰ ਕੱਲ ਹੀ 26 ਤਰੀਕ ਨੂੰ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਵਾਲੇ ਆ ਔਰ ਸੰਯੁਕਤ ਕਿਸਾਨ ਮੋਰਚੇ ਨੇ ਔਰ ਗਰਾਹਾਂ ਜਥੇਬੰਦੀ ਨੇ ਜਿਹੜਾ ਕਾਲਾ ਦਿਵਸ ਜਿਹੜਾ ਮਨਾਉਣ ਦਾ ਫੈਸਲਾ ਲਿਆ ਕੱਲ ਦਾ ਔਰ ਉਹਦੇ ਨਾਲ ਦੀ ਨਾਲ ਇਹ ਕਰੋਨਾ ਮਹਾਮਾਰੀ ਦੇ ਦੌਰਾਨ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਭਾਰਤ ਸਰਕਾਰ ਹੋਵੇ ਉਹਨਾਂ ਦੀਆਂ ਨਾਕਾਮੀਆਂ ਉਹ ਜੱਗ ਜ਼ਾਹਰ ਕਰਨ ਵਾਸਤੇ ਜਿਹੜਾ ਪੰਜਾਬ ਦੇ ਵਿੱਚ 28, 29 ਤੇ 30 ਨੂੰ ਜਿਹੜਾ ਸੰਘਰਸ਼ ਆ ਇਹ ਸਾਰੀਆਂ ਦੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਕੱਲ ਦੇ ਰੂਸ ਮਾਰਚ ਦੀ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਅਸੀਂ ਕਰਨ ਜਾ ਰਹੇ ਹਾਂ। ਦੇਖੋ ਜੀ, ਜਿਹੜੇ ਕੱਲ ਦਾ ਸਾਂਝੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤਾ ਹੋਇਆ ਉਹਦੇ ਵਿੱਚ ਕਿਉਂਕਿ ਸੰਯੁਕਤ ਮੋਰਚੇ ਦੇ ਪਾਰਟ ਆਪਾਂ ਦੀ ਕਿ ਏਕਤਾ ਗੁਰਾਹਾਂ ਦੀ ਹੈ ਜੀ, ਉਹਦਾ ਸੱਦਾ ਹੈ ਕਾਲਾ ਦਿਨ ਜਿਹੜਾ ਤੁਸੀਂ ਦੇਖਿਆ ਇਹਦੀ ਕਰਤੀ ਮੈਂ ਇਹਦੇ ਤੇ ਨਾ ਦੂਰ ਭਾਵਾਂ ਵੀ ਇਹਦੀ ਦੋ ਮਹੱਤਵਾਂ ਜੁੜੀਆਂ। ਇੱਧਰੋਂ 6 ਮਹੀਨੇ ਪੂਰੇ ਹੋ ਰਹੇ ਆ ਜੀ, ਉਧਰੋਂ ਮੋਦੀ ਦੇ 7 ਸਾਲ ਪੂਰੇ ਹੋ ਰਹੇ ਆ ਮੋਦੀ ਹੁਕੂਮਤ ਦੇ। ਵੀ 7 ਸਾਲਾਂ ਦੇ ਵਿੱਚ ਮੋਦੀ ਦੀਆਂ ਨਾਕਾਮੀਆਂ, ਮੋਦੀ ਦੇ ਮਤਲਬ ਸਾਰੇ ਕਾਰਨਾਮੇ, ਮੋਦੀ ਦੇ ਲਾਰੇ, ਮੋਦੀ ਦੇ ਚੋਣਾਂ ਵੇਲੇ 14 ਦੀ ਯਾਦ ਕਰਾ ਰਹੇ ਆ। 14 ਨੂੰ ਇਹਨੇ 15 ਲੱਖ ਰੁਪਇਆ ਕਿਹਾ ਸੀ, ਬਣਾ ਕੇ ਦਿੱਤਾ, ਉਹਦਾ 15 ਲੱਖ ਆ ਗਿਆ ਕਿ ਸਾਡੇ ਕੋਲੋਂ ਵੀ ਕਢਾ ਕੇ ਲੈ ਗਏ। ਨੋਟਬੰਦੀ 'ਚ ਸਾਡੀਆਂ ਮਾਵਾਂ ਭੈਣਾਂ ਦੇ ਪੈਸੇ ਰੱਖੇ ਵੀ ਜਿਹੜੇ ਫੌਜੀ ਦੇ ਮਾੜੇ ਮੋਟੇ ਰੱਖੇ ਹੁੰਦੇ ਉਹ ਵੀ ਕਢਾ ਲਏ। 15 ਲੱਖ ਤੱਕ ਹੀ ਹੋਣਾ ਸੀ, ਡੁੱਬਿਆ ਇਹੋ ਜਿਹੇ ਕਾਰਨਾਮੇ ਆ। ਆਈ ਕਹਿੰਦਾ ਸੀ ਰੁਜ਼ਗਾਰ ਦਿਆ ਕਰਾਂਗੇ, 2 ਕਰੋੜ ਨੌਕਰੀਆਂ ਦਿਆ ਕਰਾਂਗੇ, ਵੀ ਕੱਚਾ ਪਿੱਲਾ ਰੁਜ਼ਗਾਰ ਜਿਹੜਾ ਮਿਲਿਆ ਸੀ ਉਹ ਅਦਾਰੇ ਤੋੜ ਕੇ ਉਹ ਵੀ ਖੋਲਿਆ। ਠੇਕਾ ਕੰਮ ਤੁਰੇ ਫਿਰਦੇ ਆ ਗੇੜੇ ਖਾਨੇ ਵਿਚਾਰੇ। ਵੀ ਇਹ ਉਹ ਮੋਦੀ ਸਰਕਾਰ ਦੇ 7 ਸਾਲ ਤੇ ਇੱਧਰ ਕਿਸਾਨ ਸੰਘਰਸ਼ ਦੇ 6 ਮਹੀਨੇ, ਇਹਨਾਂ ਦੀ ਤੁਲਨਾ ਕਰਨ ਵਾਸਤੇ ਬਹੁਤ ਮਹੱਤਵਪੂਰਨ ਦਿਨ ਹੈ। ਇਸ ਕਰਕੇ ਵੀ ਕਾਲਾ ਦਿਨ ਹੈ ਜੀ। ਸਿੱਧਾ ਨੰਗਾ ਚਿੱਟਾ ਮੋਦੀ ਹੁਕੂਮਤ ਕਿਵੇਂ ਮਤਲਬ ਲੋਕਾਂ ਦੀ ਬਜਾਏ ਲੋਕਾਂ ਦੇ ਪੱਖ 'ਚ ਖੜੇ ਆ, ਉਹ ਕਾਰਪੋਰੇਟ ਘਰਾਣੇ ਦੇ ਪੱਖ 'ਚ ਖੜੇ ਆ। ਇਸ ਕਰਕੇ ਕਾਲਾ ਦਿਨ ਪੂਰੇ ਮੁਲਕ ਦੇ ਵਿੱਚ ਮਨਾਉਣ ਦਾ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਹੈ। ਇਹਦੇ ਵਿੱਚੋਂ ਖਾਸ ਕਰਕੇ ਜਿਹੜੇ ਲੜਾਈ ਦੇ ਮੈਦਾਨ 'ਚ ਮੂਹਰੇ ਲੱਗੇ ਹੋਏ ਸੂਬੇ ਹੈ, ਪੰਜਾਬ ਆ, ਹਰਿਆਣਾ ਹੈ, ਯੂਪੀ ਹੈ ਜੀ, ਉੱਤਰਾਖੰਡ ਹੈ, ਇਹਨਾਂ ਜ਼ਿਲ੍ਹਿਆਂ 'ਚ ਤਾਂ ਪੂਰੇ ਜ਼ੋਰ ਸ਼ੋਰ ਨਾਲ ਦੇਖੋ ਪੂਰਾ ਮਨਾਇਆ ਜਾਣਾ। ਉਹ ਹੋਰਾਂ ਸੂਬਿਆਂ ਦੇ ਵਿੱਚ ਵੀ ਜਿਵੇਂ ਖਬਰਾਂ ਆ ਰਹੀਆਂ ਵੀ ਇਹ ਕਾਲਾ ਦਿਨ ਪੂਰੇ ਮੁਲਕ 'ਚ ਕਾਲੇ ਦਿਨ ਵਜੋਂ ਮਨਾਇਆ ਜਾਣਾ। ਇਸ ਕਰਕੇ ਦੀ ਵੱਡੀ ਮਹੱਤਤਾ ਸੀ। ਸੱਦਾ ਦਿੱਤਾ ਹੋਏ ਪਿੰਡਾਂ ਦੇ ਵਿੱਚ ਜੇ ਤੁਹਾਨੂੰ ਵੀਡੀਓ ਭੇਜ ਗਏ ਜਾਂ ਦੇਖਿਓ, ਹੁਣ ਪਿੰਡਾਂ ਦੇ ਵਿੱਚ ਮੁਹਿੰਮ ਚੱਲੀ ਹੋਈ ਹੈ ਇੱਕ, ਕਈ ਦਿਨਾਂ ਤੋਂ ਮਸ਼ੀਨਾਂ ਡਾਈਆਂ ਹੋਈਆਂ ਸਾਡੀਆਂ ਭੈਣਾਂ ਮੋਰਚਿਆਂ ਦੇ ਵਿੱਚ ਕਾਲੇ ਝੰਡੇ ਬਣਾ ਰਹੇ ਆ ਕਰੋੜਾਂ ਦੀ ਗਿਣਤੀ ਜੀ। ਬਿਲਕੁਲ ਯਾਨੀ ਇਸ ਤਰ੍ਹਾਂ ਸਾਡਾ ਇਹ ਹੈਗਾ ਕਿ ਕਾਲਾ ਦਿਨ ਪੂਰਾ 36 ਵਿੱਚ ਹੀ ਕਾਲਾ ਦਿਨ ਮਨਾਇਆ ਜਾਣਾ। ਕੱਲ ਨੂੰ ਵੀ ਕਾਲਾ ਉਹ ਦਿਖਣਾ ਹੈ। ਮੋਦੀ ਹੁਕੂਮਤ ਦੀ 7 ਸਾਲਾਂ ਦੀਆਂ ਨਾਕਾਮੀਆਂ ਤੇ ਇੱਧਰ 6 ਮਹੀਨਿਆਂ 'ਚ ਪ੍ਰਾਪਤੀਆਂ ਵੱਡੀਆਂ ਜੀ, ਕਿਉਂਕਿ 6 ਮਹੀਨਿਆਂ ਦੇ ਘੋਲ ਨੇ। ਅਸੀਂ ਸਮਝਦੇ ਹਾਂ ਵੀ ਜਿਵੇਂ ਪਹਿਲਾਂ ਵੀ ਇੱਕ ਵਾਰ ਆਪਣਾ ਜ਼ਿਕਰ ਹੋਇਆ ਵੀ ਮੇਰੀ 40 ਸਾਲ ਹੋ ਗਈ, ਇਹਦਾ ਸਫ਼ਰ ਹੋ ਗਿਆ 36 ਸਾਲ ਹੋ ਗਏ ਪੂਰੇ ਜੀ ਸੰਘਰਸ਼ਾਂ ਦਾ ਸਫ਼ਰ ਦਾ ਜੀ। ਬਿਲਕੁਲ 36 ਸਾਲਾਂ ਦੇ ਵਿੱਚ ਮੈਂ ਐਡਾ ਵੱਡਾ ਘੋਲ, ਐਡਾ ਡੂੰਘਾ ਤੇ ਇੰਨੇ 6 ਮਹੀਨਿਆਂ 'ਚ ਮੈਨੂੰ ਲੱਗਦਾ ਵੀ 36 ਸਾਲਾਂ ਦਾ ਸਫ਼ਰ 6 ਮਹੀਨਿਆਂ 'ਚ ਸੰਘਰਸ਼ਾਂ 'ਚ ਜੋ ਲੱਗਦਾ ਪੂਰਾ ਕੀਤਾ। ਹਾਂਜੀ, ਇਸ ਤਰ੍ਹਾਂ ਬਹੁਤ ਮਹੱਤਵ ਰੱਖਦਾ ਹੈ ਇਹ ਜਿਹੜਾ 26 ਮਤਲਬ ਆਪਾਂ ਕੱਲ ਮਨਾ ਰਹੇ ਹਾਂ ਕਾਲਾ ਦਿਵਸ। ਇਸ ਕਰਕੇ ਜਿਹਨੂੰ ਇਹਦੀ ਮਹੱਤਤਾ ਹੈ ਤੇ ਇਸੇ ਜ਼ੋਰ ਸ਼ੋਰ ਨਾਲ ਮਨਾਉਣਗੇ ਸਾਰੇ ਲੋਕ ਪੂਰੇ ਮੈਦਾਨ ਦੇ ਵਿੱਚ, ਇਕੱਲੇ ਕਿਸਾਨ ਨਹੀਂ। ਹਾਂਜੀ, ਦੇਖਦੇ ਹੋ ਤੁਸੀਂ ਅੱਡ ਅੱਡ ਵਰਗਾਂ ਦੇ ਵਿਦਿਆਰਥੀਆਂ ਨੇ, ਨੌਜਵਾਨਾਂ ਨੇ, ਹੋਰ ਬੁੱਧੀਜੀਵੀਆਂ ਨੇ, ਸਾਰੇ ਵਰਗਾਂ ਨੇ ਇਸ ਦੀ ਹਮਾਇਤ ਕੀਤੀ ਹੈ। ਟ੍ਰੇਡ ਯੂਨੀਅਨਾਂ ਬਿਲਕੁਲ ਇਹਨਾਂ ਦਾ ਪੂਰਾ ਸਾਰੇ ਮੁਲਕ ਦੇ ਵਿੱਚ ਕੰਮ ਆ। 10 ਟ੍ਰੇਡ ਯੂਨੀਅਨ ਉਹਨਾਂ ਨੇ ਵੀ ਸੱਦਾ ਦਿੱਤਾ ਹੈ।
ਆਈ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ, ਜਿਹੜਾ ਐਂ ਲੱਗਦਾ ਸੀ ਖੇਤ ਮਜ਼ਦੂਰਾਂ ਨੂੰ ਪਾੜ ਕੇ ਰੱਖ ਲੂਗੀ ਮੋਦੀ ਹੁਕੂਮਤ, ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵੀ ਫੈਸਲਾ ਕੀਤਾ ਵੀ ਇਹ ਜਿਹੜੇ ਕਾਲੇ ਕਾਨੂੰਨ ਹੈ ਇਹ ਮਜ਼ਦੂਰਾਂ ਨੂੰ ਪਹਿਲਾਂ ਮਾਰਨਗੇ ਕਿਸਾਨਾਂ ਨਾਲੋਂ। ਜਾਣੀ ਐਂ ਬਹੁਤ ਵੱਡਾ ਇਹਦੇ ਚ ਇਹ ਮਹੱਤਤਾ ਜੁੜ ਗਈ ਇਹ ਜਿਹੜੀ 26 ਮਈ ਵਾਲੀ ਹੈ ਇਹਦੇ ਨਾਲ। ਜੀ ਬਿਲਕੁਲ ਬਿਲਕੁਲ ਸਾਥੀ ਜੀ। ਸੋ ਬਿਲਕੁਲ ਅਸੀਂ ਵੀ ਆਪਣੀ ਤਕੀਦ ਕਰਾਂਗੇ ਜਿਹੜੇ ਸਰੋਤੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਸੁਣ ਰਹੇ ਨੇ ਜਾਂ ਜਿਹੜੇ ਬਾਅਦ ਸੁਣਨਗੇ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਰੋਸ ਮਾਰਚ ਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਵੀ ਦਿੱਲੀ ਜਾਣਾ ਹੈ, ਤੁਸੀਂ ਜਿੱਥੇ ਜਿੱਥੇ ਵੀ ਹੈਗੇ ਹੋ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੁਸੀਂ ਉੱਥੇ ਆਪਣਾ ਰੋਸ ਜਿਹੜਾ ਉਹ ਪ੍ਰਦਰਸ਼ਨ ਕਰ ਸਕਦੇ ਜੇ। ਕਾਲੇ ਝੰਡੇ ਆਪਣੀਆਂ ਕਾਰਾਂ ਤੇ ਲਾ ਸਕਦੇ ਜੇ, ਘਰਾਂ ਤੇ ਲਾ ਸਕਦੇ ਹੋ, ਮਾਰਚ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਾਥੀ ਜੀ ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਆਪਣਾ ਪੁਆਇੰਟ ਰਹਿ ਗਿਆ ਸੀ ਪੰਜਾਬ ਵਾਲਾ। ਹਾਂਜੀ ਉਹੀ ਪੰਜਾਬ ਵਾਲਾ ਰਹਿ ਗਿਆ ਇਸ ਤੋਂ ਜੀ ਬਿਲਕੁਲ ਹਾਂਜੀ 29 ਨੂੰ ਜੋ ਆਪਾਂ ਫੈਸਲਾ ਕੀਤਾ ਹੈ ਜੀ, ਕਿਉਂਕਿ ਜਦੋਂ ਅਸੀਂ ਪਹਿਲਾ ਮੋਰਚਾ ਸ਼ੁਰੂ ਕਰਿਆ ਸੀ, ਮੋਰਚੇ 'ਚ ਪਹਿਲਾਂ ਹੀ ਇਹ ਆਪਣੀ ਲਾਈਨ ਬਣਾ ਕੇ ਚੱਲੇ ਆ ਵੀ ਪੰਜਾਬ ਸਰਕਾਰ ਵੀ ਇਹਨਾਂ ਕਾਨੂੰਨਾਂ ਤੋਂ ਬਾਹਰ ਨਹੀਂ, ਭਾਵੇਂ ਉਹ ਵਿਰੋਧੀ ਧਿਰ 'ਚ ਬੈਠੇ ਆ ਕੇਂਦਰ 'ਚ ਜੀ। ਉਸਲੇ ਮੈਨੂੰ ਕੈਪਟਨ ਸਾਹਿਬ ਵੀ ਕਹਿ ਰਹੇ ਆ ਵੀ ਮੈਂ ਤਾਂ ਕਾਨੂੰਨਾਂ ਦੇ ਪੱਖ 'ਚ ਆ, ਤੁਹਾਡੇ ਇਹਦੇ ਘੋਲ ਦੇ ਪੱਖ 'ਚ ਕਾਨੂੰਨਾਂ ਦਾ ਵਿਰੋਧ ਹੈ। ਪਰ ਜੋ ਗਤੀਵਿਧੀਆਂ ਆ 6 ਮਹੀਨਿਆਂ ਦੀਆਂ ਕੈਪਟਨ ਹੁਕੂਮਤ ਦੀਆਂ ਵੀ ਇਹੀ ਹੈ ਵੀ ਕਾਂਗਰਸ ਨੇ ਕੋਈ ਅੱਡ ਮੋਰਚਾ ਲਾ ਲਿਆ ਜਾਂ ਕੋਈ ਹੋਰ ਕਰ ਲਿਆ, ਇਹ ਕੁਛ ਨਹੀਂ, ਉਧਰ ਹੀ ਭੁਗਤਣਾ ਹੈ। ਇਹਦੇ ਕਰਕੇ ਤੇ ਖਾਸ ਕਰਕੇ ਹੁਣ ਕਰੋਨਾ ਦਾ ਜਿਵੇਂ ਮਤਲਬ ਬਹਾਨਾ ਲੈ ਕੇ ਕੇਂਦਰ ਸਰਕਾਰ ਇਸ ਘੋਲ ਨੂੰ ਦਰੜਨ ਲੱਗੀ ਹੈ। ਆਈ ਪੰਜਾਬ ਦੇ ਵਿੱਚ ਇਹ ਘੋਲ ਨੂੰ ਪਿਛਲੇ ਦਿਨੀ ਦੇਖੋ ਇਹਨੇ ਮਤਲਬ ਅਪੀਲ ਕੀਤੀ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਜੀ ਵੀ ਤੁਸੀਂ ਜੀ ਹੁਣ ਕਰੋਨਾ ਆ ਗਿਆ, ਆਪਦੇ ਘੋਲ ਜਿਹੜੇ ਪੰਜਾਬ 'ਚ ਘੋਲ ਚੱਲਦੇ ਚੱਕ ਲਓ, ਸਮੇਟ ਦਿਓ। ਠੀਕ ਇਹ ਕੀ ਦਿਖਾਉਂਦਾ ਹੈ? ਆਉਂਦਾ ਇਹ ਹੈ ਜੇ ਉਹਦਾ ਸੱਚੀ ਇਹਦਾ ਹੁੰਦਾ ਪੰਜਾਬ ਸਰਕਾਰ ਦਾ ਜੀ, ਉੱਥੇ ਜੇ ਤੁਸੀਂ ਕਰ ਦਿਓ, ਸਾਡੇ ਸਰਕਾਰ ਪੇਸ਼ਬੰਦੀਆਂ ਕਰੇ, ਕਰੋਨਾ ਦੀ ਬਚਤ ਕਰੇ, ਸਾਡੇ ਕੋਲੇ ਹਸਪਤਾਲਾਂ ਦਾ ਪ੍ਰਬੰਧ ਕਰੇ, ਡਾਕਟਰਾਂ ਦਾ ਪ੍ਰਬੰਧ ਕਰੇ, ਉੱਥੇ ਦੀ ਘੋਲ ਦੀ ਹਮਾਇਤ ਫਿਰ ਇਹ ਹੁੰਦੀ ਹੈ। ਇਸ ਕਰਕੇ ਅਸੀਂ ਵੀ ਇਹ ਬਹਾਨਾ ਇਹ ਤੁਹਾਨੂੰ ਵੀ ਭੱਜਣ ਨਹੀਂ ਦਿੰਦੇ। ਉਦੋਂ ਪਹਿਲਾਂ ਮੈਂ ਪਿੱਛੇ ਜਾਣਾ, ਜਦੋਂ ਆਪਾਂ ਇਹ ਸ਼ੁਰੂ ਕੀਤਾ ਉਦੋਂ ਵੀ ਇਹਨਾਂ ਨੂੰ ਆਏ ਨਾ ਭੁਲੇਖਾ ਪੈ ਜੇ ਵੀ ਕੇਂਦਰ ਬੰਨੀ ਹੈ ਸਾਰੀ ਇਹਨਾਂ ਦੀ ਧਾਰ। ਆਪਾਂ ਸ਼ੁਰੂ ਇੱਥੋਂ ਕੀਤਾ ਸੀ ਵੀ 2 ਮੋਰਚੇ ਲਾਏ ਸੀ ਪੰਜਾਬ ਦੇ ਵਿੱਚ। 15 ਨੂੰ ਕੇਂਦਰ ਦਾ ਜਿਹੜਾ ਗੱਠਜੋੜ ਸੀਗਾ ਅਕਾਲੀਆਂ ਦੇ ਬਾਅਦ ਚ, ਬਾਦਲਾਂ ਦੇ ਬਾਅਦ ਚ 15 ਸਤੰਬਰ ਨੂੰ, ਤੇ 15 ਸਤੰਬਰ ਨੂੰ ਪਟਿਆਲੇ ਇਹਦੇ ਮਤਲਬ ਮਹਾਰਾਜੇ ਦੇ ਸ਼ਹਿਰ ਦੇ ਵਿੱਚ ਵੀ ਕਿਤੇ ਕਿਸੇ ਨੂੰ ਭੁਲੇਖਾ ਨਾ ਲੱਗ ਜੇ ਵੀ ਇਹ ਕਿਤੇ ਵੱਖਾ ਜਾਂ ਹੋਰ ਹੈ। ਉਸੇ ਨੂੰ ਦਿਖਾਉਣਾ ਹੋਇਆ ਅੱਜ ਆਪਾਂ 28 29 30 ਦਾ ਜਿਹੜਾ ਪੰਜਾਬ ਦੇ ਵਿੱਚ ਇਹ ਸੱਦਾ ਦਿੱਤਾ ਹੈ ਵੀ ਕਰੋਨਾ ਦੇ ਪ੍ਰਬੰਧ ਕਰੋ, ਆਪਾਂ ਮੰਗਾਂ ਕੱਢੀਆਂ ਸਾਰੀਆਂ ਵੀ ਆਪ ਆਹ ਸਾਰੇ ਪ੍ਰਬੰਧ ਕਰੋ, ਖਜ਼ਾਨੇ ਦਾ। ਹੈਲੋ ਦੁਬਾਰਾ ਕਾਲ ਲਗਾਈ ਹੈ, ਪਰ ਸ਼ਾਇਦ ਡ੍ਰੌਪ ਹੋ ਗਈ ਹੈ। ਸੋ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਸਾਥੀ ਜੀ ਨਾਲ। ਪਿੰਜਰੇ ਬਣਾਏ ਜਾ ਰਹੇ ਨੇ, ਪਰਿੰਦੇ ਬੇਖਬਰ ਨੇ ਗਾ ਰਹੇ ਨੇ। ਜਦੋਂ ਪਿੰਜਰੇ ਬਣਾਏ ਜਾ ਰਹੇ ਨੇ, परिंदे बेखबर ने गा रहे ने। गुलामों ताड़ियां पर किस खुशी विच, गुलामों ताड़ियां पर किस खुशी विच, महज चीने उड़ाए जा रहे ने। जदों पिंजरे बनाए जा रहे ने, परिंदे बेखबर ने गा रहे ने। नदी विच रेत भरिया, नदी विच रेत भरिया जा रहा है। नदी विच रेत भरिया जा रहा है, अते पानी डराए जा रहे ने। जदों पिंजरे बनाए जा रहे ने, परिंदे बेखबर ने गा रहे ने। इन्हां दा हर शब्द
ਇਹਨਾਂ ਦਾ ਹਰ ਸ਼ਬਦ ਚੇਤੇ ਹੈ ਮੈਨੂੰ, ਇਹਨਾਂ ਦਾ ਹਰ ਸ਼ਬਦ ਚੇਤੇ ਹੈ ਮੈਨੂੰ, ਇਹ ਖੱਤ ਉਂਝ ਹੀ ਜਲਾਏ ਜਾ ਰਹੇ ਨੇ, ਜਦੋਂ ਪਿੰਜਰੇ ਬਣਾਏ ਜਾ ਰਹੇ ਨੇ। ਪਰਿੰਦੇ ਬੇਖਬਰ ਨੇ ਗਾ ਰਹੇ ਨੇ। ਤੇਰੇ ਦਿੱਤੇ ਹੋਏ ਤੇਰੇ ਦਿੱਤੇ ਹੋਏ ਮਫਲਰ ਦੇ ਵਾਂਗੂ, ਤੇਰੇ ਦਿੱਤੇ ਹੋਏ। ਸਾਥੀ ਜੀ, ਸਵਾਗਤ ਹੈ ਤੁਹਾਡਾ ਫਿਰ ਤੋਂ ਰੇਡੀਓ ਇਨਕਲਾਬ ਤੇ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਪੰਜਾਬ ਦੇ ਜਿਹੜੇ ਇਹ 28, 29 ਤੇ 30 ਵਾਲੇ ਸੰਘਰਸ਼ ਦੀ। ਇਹ ਪਟਿਆਲੇ ਦੇ ਵਿੱਚ ਜਿਹੜਾ ਅਸੀਂ ਧਰਨਾ ਲਾਉਣ ਜਾ ਰਹੇ ਹਾਂ। ਸੋ ਇਹਦੇ ਵਿੱਚ ਸਾਥੀ ਜੀ ਕੀ ਮੰਗਾਂ ਨੇ ਆਪਣੀਆਂ ਇਹ ਕੋਵਿਡ ਨੂੰ ਲੈ ਕੇ? ਕੋਵਿਡ ਨੂੰ ਲੈ ਕੇ ਜੀ ਦੇਖੋ ਮੰਗਾਂ ਇਹਦੇ ਸਾਰੀਆਂ, ਜਿਵੇਂ ਮੈਂ ਮੋਟਾ ਜਿਹਾ ਜ਼ਿਕਰ ਪਹਿਲਾਂ ਵੀ ਕਰਤਾ ਹੈ ਵੀ ਪਹਿਲੀ ਮੰਗ ਤਾਂ ਇਹੀ ਹੈ ਵੀ ਜਿਹੜੇ ਮਤਲਬ ਸਰਕਾਰ ਨੇ ਸਰਕਾਰੀ ਹਸਪਤਾਲਾਂ 'ਚ ਪ੍ਰਬੰਧ ਕਰਨੇ ਉਹ ਹਜੇ ਪੂਣੇ ਕੋਈ ਨਹੀਂ, ਜੇ ਕਹਿਣਾ ਹੋਵੇ ਇੱਕ ਨਵਾਂ ਪੈਸਾ ਵੀ ਨਹੀਂ ਇਹਨਾਂ ਨੇ ਹੁਣ ਤੱਕ, ਪੰਜਾਬ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਜੀ, ਕੇਂਦਰ ਨੇ ਤਾਂ ਕਰਨਾ ਹੀ ਕੀ ਹੈ ਵੀ ਉਹ ਸਰਕਾਰੀ ਹਸਪਤਾਲਾਂ ਨੂੰ ਮਤਲਬ ਇਹ ਸਾਰੀਆਂ ਸਹੂਲਤਾਂ ਨਾਲ ਲੈਸ ਕਰਦੇ ਹੋਏ ਸਰਕਾਰੀ ਹਸਪਤਾਲਾਂ ਨੂੰ ਪਹਿਲਾਂ ਤਾਂ ਉਸ ਗੱਲ 'ਚ ਪਹੁੰਚ ਲਿਆਂਦਾ ਹੋਵੇ, ਸਾਰੇ ਲੋਕਾਂ ਦਾ ਫ੍ਰੀ ਇਲਾਜ ਹੋਵੇ, ਸਾਰੇ ਲੋੜਵੰਦ ਲੋਕਾਂ ਦਾ। ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਹਸਪਤਾਲ ਆ ਜਿਨ੍ਹਾਂ ਨੇ ਬਹੁਤ ਲੋਕਾਂ ਨੂੰ ਲੁੱਟਿਆ, ਬਹੁਤ ਗੱਲ ਕਰ ਲਈ, ਉਹਨਾਂ ਦਾ ਏਮ ਅੱਜ ਹਾਲਤ ਇਹ ਬਣਦਾ ਵੀ ਉਹਨਾਂ ਨੂੰ ਵੀ ਸਰਕਾਰ ਆਪਦੇ ਹੱਥ 'ਚ ਲੈ ਕੇ, ਕਿਉਂਕਿ ਜਿਹੇ ਜਿਹੀ ਹਾਲਤ ਬਣ ਗਈ ਸਰਕਾਰੀ ਹਸਪਤਾਲ ਊਣੇ ਪੈ ਰਹੇ ਆ ਹੁਣ ਆਬਾਦੀ ਮੁਤਾਬਕ ਜੀ। ਇਸ ਤਰ੍ਹਾਂ ਵੀ ਕੁਝ ਪ੍ਰਾਈਵੇਟ ਹਸਪਤਾਲ ਵੀ ਸਰਕਾਰ ਉਹਨਾਂ ਨੂੰ ਆਪਦੇ ਹੱਥ 'ਚ ਲੈ ਕੇ ਉਹਨਾਂ ਦਾ ਸਰਕਾਰੀਕਰਨ ਕਰਕੇ ਇਸ ਕੋਰੋਨਾ ਵਾਸਤੇ ਉਹ ਪ੍ਰਬੰਧ ਕਰੇ ਜੀ। ਜਿਹੜੇ ਛੋਟੇ ਹਸਪਤਾਲ ਵੀ ਉਹਨਾਂ ਨੂੰ ਸੀਮਤਤਾਈ, ਆਪਾਂ ਨੇ ਉਹਨਾਂ ਨੂੰ ਕਹਿੰਦੇ ਉਹਨਾਂ ਦੀ ਆਰਥਿਕਤਾ ਤੇ 60 ਵਜੇ ਖਰਚੇ ਹੁੰਦੇ ਆ, ਸਰਕਾਰ ਮੁਹੱਈਆ ਕਰਾਵੇ ਤੇ ਲੋਕਾਂ ਦੇ ਮਤਲਬ ਮਾਜਨੇ ਮੁਤਾਬਕ ਲੋਕਾਂ ਦੇ ਜਿਹੜਾ ਬੱਸ 'ਚ ਆ ਜੇ ਉੱਥੋਂ ਤੱਕ ਦੀਆਂ ਉਹਨਾਂ ਨੂੰ ਮਤਲਬ ਇਲਾਜ ਕਰਾਉਣ ਦੀਆਂ ਇਹ ਕਰਨ। ਇਹ ਹੈਗੀ ਪਹਿਲੀ ਮੰਗ ਜੀ। ਇਵੇਂ ਜਿਵੇਂ ਵੀ ਜਿਹੜੀ ਹੈਗੀ ਸਟਾਫ ਦੀ ਭਰਤੀ ਵਾਲਾ ਮਾਮਲਾ, ਇੱਕ ਵੀ ਹਲੇ ਤੱਕ ਇਹ ਦਿਖਾ ਨਹੀਂ ਸਕਦੇ ਸਾਰੇ ਆਪਦੇ 4.5 ਸਾਲਾਂ 'ਚ ਇਹ ਵੀ ਇਹਨਾਂ ਨੇ ਇੱਕ ਡਾਕਟਰੀ ਭਰਤੀ ਕੀਤੀ ਹੋਵੇ। ਸਟਾਫ ਕਿੰਨੇ ਮਤਲਬ ਮੁੰਡੇ ਕੁੜੀਆਂ ਜਿਨ੍ਹਾਂ ਦੀਆਂ ਨਰਸਿੰਗ ਕੋਰਸ ਕਰੇ ਹੋਏ ਆ, ਜਿੰਨੇ ਸਾਰੇ ਇਸ ਨਾਲ ਸੰਬੰਧਿਤ ਕੋਰਸ ਕਰੇ ਫਿਰਦੇ ਆ, ਬੇਰੁਜ਼ਗਾਰ ਮੁੰਡੇ ਤੁਰੇ ਫਿਰਦਾ, ਸਰਕਾਰੀ ਤੌਰ ਤੇ ਭਰਤੀ ਕਰੇ ਇਸ ਗੱਲ ਦੀ। ਇਹ ਮੰਗ ਹੈ। ਇਸੇ ਤਰ੍ਹਾਂ ਵੀ ਜਿਹੜੇ ਇਹਦੇ ਤੇ ਗਰੀਬ ਲੋਕਾਂ ਨੂੰ ਖਾਣੇ ਦਾਣੇ ਦਾ ਪ੍ਰਬੰਧ ਹੈ, ਜੇ ਹੁਣ ਅੰਦਰ ਵਾੜੀ ਜਾਂਦੇ ਆ ਵੀ ਸਾਰੇ ਲੋਕਾਂ ਕੋਲੇ ਲੋੜਵੰਦ ਵੀ ਜਿਨ੍ਹਾਂ ਨੇ ਰੋਜ਼ ਹੀ ਸ਼ਾਮ ਨੂੰ ਉਹੀ ਕਮਾ ਕੇ ਉਹੀ ਖਾਣਾ ਹੈ, ਉਹਨਾਂ ਵਾਸਤੇ ਸਰਕਾਰ ਪ੍ਰਬੰਧ ਕਰੇ, ਖਾਣੇ ਦਾਣੇ ਦਾ ਪ੍ਰਬੰਧ ਕਰੇ, ਉਹਨਾਂ ਦੇ ਜਿਹੜੇ ਜਿੰਨੇ ਵੀ ਖਰਚੇ ਆ ਪਰਿਵਾਰ ਨੂੰ ਤੋਰਨ ਦਾ ਤੋਰਾ ਸਰਕਾਰ ਜ਼ਿੰਮੇਵਾਰੀ ਚੱਕੇ। ਅੱਜ ਜਿਹੜੀ ਔਖੀ ਘੜੀ ਦੇ ਵਿੱਚ ਸਰਕਾਰ ਜੇ ਲੋਕਾਂ ਦੇ ਨਾਲ ਨਹੀਂ ਖੜਦੀ ਤਾਂ ਪਰ ਸਰਕਾਰ ਕੀ ਫੋੜੇ ਤੇ ਰਗੜ ਕੇ ਲਾਉਣੀ ਹੈ ਲੋਕਾਂ ਨੂੰ। ਇਹ ਜਾਣੀ ਢੇਰ ਸਾਰੀਆਂ ਮੰਗਾਂ। ਹਾਂ ਬਿਲਕੁਲ, ਇਹ ਮੰਗਾਂ ਨੂੰ ਲੈ ਕੇ ਆਪਾਂ ਇਹ ਕੀਤਾ ਹੈ। ਤੇ ਤੁਸੀਂ ਦੇਖੋ ਇਹ ਵੀ ਅੱਜ ਦੇ ਇੱਧਰ ਪੰਜਾਬੀ ਅਖਬਾਰਾਂ 'ਚ ਸਾਡੇ ਲੱਗਿਆ, ਹੋ ਸਕਦਾ ਵੱਡੇ ਅਖਬਾਰਾਂ 'ਚ ਵੀ ਹੋਣ, ਕਿਉਂਕਿ ਸਾਨੂੰ ਤਾਂ ਪੰਜਾਬੀ ਪੜ੍ਹਨੀ ਹੁੰਦੀ ਹੈ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸਫ਼ੇ ਤੇ ਜੀ ਮੁੱਖ ਮੰਤਰੀ ਨੇ ਅਪੀਲ ਪਾਈ ਹੈ, ਖਾਸ ਕਰਕੇ ਆਪਣੇ BK ਬਰਾਹਾਂ ਨੂੰ, ਵੀ ਜੇ ਇਹ ਧਰਨਾ ਨਾ ਕਰੋ ਤੁਸੀਂ, ਕਿਉਂਕਿ ਤੁਸੀਂ ਮਤਲਬ ਦੇਸ਼ ਦਾ ਖਿਆਲ ਰੱਖੋ, ਜਿਵੇਂ ਵੀ ਦੇਸ਼ ਦਾ ਉਹਨੂੰ ਬੜਾ ਖਿਆਲ ਹੈ ਤੇ ਸਾਨੂੰ ਨਹੀਂ, ਸੂਬੇ ਦਾ ਇੱਧਰ ਬੀਬੀ ਜਿਵੇਂ ਤੁਸੀਂ ਲਾਪਰਵਾਹੀ ਕਰਦੇ ਹੋ, ਇੱਧਰ ਨੂੰ ਸਿੱਟਣ ਦੀ ਕੋਸ਼ਿਸ਼, ਜਾਣੀ ਉਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼, ਵੀ ਜੇ ਤੁਸੀਂ ਮਤਲਬ ਉਹ ਇਹ ਲਾਓਗੇ ਤਾਂ ਕਰੋਨਾ ਫੈਲਾਉਣ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਜਿਵੇਂ ਪਹਿਲਾਂ ਕੇਂਦਰ ਸਰਕਾਰ ਨੇ ਵੀ ਬਹਾਨੇ ਲਏ, ਉਦੋਂ ਦੇਖੋ ਜਦੋਂ ਇੱਥੇ ਸ਼ਹੀਨ ਬਾਗ ਦੇ ਵਿੱਚ ਮੋਰਚਾ ਚੱਲਦਾ ਸੀ, ਇਸ ਮੋਰਚੇ ਨੂੰ ਭੰਨਣ ਖਾਤਰ ਪਹਿਲਾਂ ਵਿਉਂਤਬੰਦੀਆਂ ਬਣਾਉਣੀਆਂ ਸ਼ੁਰੂ ਤੋਂ ਕਰਤੀਆਂ ਵੀ ਉਹ ਭਾਈ ਇੱਥੇ ਜਿਹੜੇ ਆਏ ਸੀ ਉਹ ਬਾਹਰਲੇ ਮੁਸਲਮਾਨਾਂ ਨੇ ਉਹਨਾਂ ਫੈਲਾਤਾ ਜੀ। ਬਿਲਕੁਲ, ਜਦੋਂ ਕਿ ਇਹਨਾਂ ਦੇ ਆਈ ਹੁਣ ਸਰਕਾਰ ਵੀ ਅਟੈਕ ਤੇ ਪੰਜਾਬ ਸਰਕਾਰ ਵੀ ਅਟੈਕ ਤੇ ਆਈ ਹੈ ਕੇਂਦਰ ਵਾਂਗੂ, ਵੀ ਤੁਸੀਂ ਧਰਨਾ ਨਾ ਲਾਓ, ਰੱਖ ਲੈ ਮੀਟਿੰਗ। ਅਸੀਂ ਇੱਧਰ ਨੂੰ ਚੈਲੰਜ ਕਰਦੇ ਹਾਂ ਅੱਜ ਮੁੱਖ ਮੰਤਰੀ ਨੂੰ ਵੀ ਮੁੱਖ ਮੰਤਰੀ ਸਾਰੀਆਂ ਜਿੰਨੀਆਂ ਸਾਡੀਆਂ ਮੰਗ ਪੱਤਰ ਉਹ ਮੰਗਾਂ ਪੂਰੀਆਂ ਕਰਦੇ, ਧਰਨਾ ਅਸੀਂ ਨਾ ਲਾਵਾਂਗੇ। ਪਰ ਜੇ ਇਕੱਲੀਆਂ ਗੱਲਾਂ ਬਾਤਾਂ ਨਾਲ, ਹੁਣ ਗੱਲਾਂ ਬਾਤਾਂ ਨਾਲ ਅਸੀਂ ਕੀ ਕਰਗੇ? ਠੀਕ ਆ, ਸਾਨੂੰ ਇਹ ਬਹੁਤ ਫਿਕਰਮੰਦ ਆ, ਅਸੀਂ ਆਪਦੇ ਪ੍ਰਬੰਧ ਕੀਤੇ ਹੋਏ ਆ। ਕੱਲ ਅਸੀਂ ਪੂਰੀ ਗੱਡੀ ਭਰ ਕੇ ਲਿਆਏ ਆ ਮਾਸਕਾਂ ਦੀ, ਜਦੋਂ ਨਾਲ ਤੋਰਿਆ ਸਾਰੇ ਤੁਸੀਂ ਵੰਡਦੇ ਦੇਖੋਗੇ। ਅੱਜ ਅਸੀਂ ਪ੍ਰਾਈਵੇਟ ਪ੍ਰਬੰਧ ਕੀਤੇ ਹੋਏ ਥਾਂ ਥਾਂ ਤੇ, ਪਰ ਸਰਕਾਰ ਵੱਲੋਂ ਤਾਂ ਇੱਕ ਨਵੇਂ ਪੈਸੇ ਦਾ ਪ੍ਰਬੰਧ ਨਹੀਂ। ਹੁਣ ਪੰਜਾਬ ਦੇ ਵਿੱਚ ਜੇ ਪੰਜਾਬ ਸਰਕਾਰ ਜਿੰਨੇ ਸਾਡੇ ਲਗਭਗ 125 ਥਾਵਾਂ ਤੇ ਮੋਰਚੇ ਚੱਲਦੇ ਆ, ਉੱਥੇ ਮੋਰਚਿਆਂ 'ਚ ਪ੍ਰਬੰਧ ਕਰੇ,
ਇਸ ਕਰਕੇ ਫੇਰ ਤਾਂ ਕੋਈ ਗੱਲ ਸਮਝ ਆਉਂਦੀ ਉਹਦੀ। ਹੁਣ ਉਹ ਵੀ ਅਟੈਕ ਦੇ ਮਾਮਲੇ 'ਚ ਵੀ ਅੱਜ ਵੀ ਜਾਣੀ ਕੈਪਟਨ ਸਰਕਾਰ ਦੇ ਅਪੀਲ ਪਾਉਂਦਾ ਹੈ, ਇਸ ਗੱਲੋਂ ਜਾਣੀ ਉਹਦੀ ਅੰਤਲੀਤ ਕਾਲੀ ਹੈ ਵੀ ਘੋਲ ਨੂੰ ਕਿਸੇ ਹਿਸਾਬ ਨਾਲ ਸਮੇਟ ਗਏ, ਉਹਨਾਂ ਦੇ ਪੱਖ 'ਚ ਭੁਗਤ ਗਏ। ਇਸ ਕਰਕੇ ਪੰਜਾਬ ਸਰਕਾਰ ਨੂੰ ਆਪਾਂ ਚੈਲੰਜ ਕੀਤਾ ਹੋਇਆ ਵੀ ਅਸੀਂ 3 ਦਿਨ ਕਿਹੜਾ ਇੱਕ ਵਾਰੀ ਇਹ ਮੋਰਚਾ ਜਿਹੜਾ ਲਾਵਾਂਗੇ, ਉਦੋਂ ਬਾਅਦ ਸੋਚਿਆ ਜਾਊ। ਐ ਨਹੀਂ ਵੀ ਇਹ 3 ਦਿਨਾਂ ਦਾ ਹੀ ਹੈ। ਜੇ ਸਰਕਾਰ ਦਾ ਰੁੱਖ ਰਵੱਈਆ ਕਿਹੋ ਜਿਹਾ ਆਉਂਦਾ ਫਿਰ ਗਾਹਾਂ ਪੰਜਾਬ ਦੀ ਜਿਹੜੀ ਆਪਣੀ ਕਮੇਟੀ ਹੈਗੀ ਆ, ਕਿਉਂਕਿ ਭਾਵੇਂ ਮੇਰੀ ਤਾਂ ਦਿੱਲੀ ਮੁੱਖ ਡਿਊਟੀ ਹੈ, ਉਹ ਮੌਕੇ ਤੇ ਸੋਚਣਗੇ ਵੀ ਇਹਨੂੰ ਵਧਾਇਆ ਵੀ ਜਾ ਸਕਦਾ। ਜਾਨੀ ਕਹਿਣ ਦਾ ਮਤਲਬ ਇਸ ਕਰਕੇ ਇੱਕ ਵਾਰੀ ਅਸੀਂ ਉਹ ਜਿਹੜਾ 3 ਦਿਨਾਂ ਦਾ 3 ਰੋਜ਼ਾ ਇਸ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਹ ਤੋਂ ਆ ਸਾਰੇ ਕੋਵਿਡ ਦੇ ਪ੍ਰਬੰਧ ਕਰਾਉਣ ਖਾਤਰ ਇਹ ਆਪਾਂ 28, 29, 30 ਨੂੰ ਜਿਹੜਾ ਹੈਗਾ ਧਰਨਾ ਪਟਿਆਲੇ ਦੇ ਵਿੱਚ ਲਾ ਰਹੇ ਨੇ। ਬਿਲਕੁਲ ਬਿਲਕੁਲ ਸਾਥੀ ਜੀ ਇੱਕ ਮੈਂ ਤੁਹਾਡੇ ਕੋਲੋਂ ਟਿੱਪਣੀ ਲੈਣੀ ਚਾਹਾਂਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਹਿਲਾਂ ਵੀ ਜਦੋਂ ਕਿਸਾਨ ਸੰਘਰਸ਼ ਪੰਜਾਬ ਦੇ ਵਿੱਚ ਚਰਮ ਸੀਮਾ ਤੇ ਸੀ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਮਸਲਾ ਉਦੋਂ ਕੀਤਾ ਗਿਆ। ਹੁਣ ਫਿਰ ਮੁੜ ਕੇ ਉਸ ਮਸਲੇ ਨੂੰ ਛੇੜਿਆ ਗਿਆ ਤੇ ਹੁਣੇ ਹੀ ਉਹ ਰਾਮ ਰਹੀਮ ਨੂੰ ਵੀ ਪੇਰੋਲ ਤੇ ਬਾਹਰ ਕੱਢਣ ਦੀਆਂ ਤਿਆਰੀਆਂ। ਸੋ ਕਿਤੇ ਨਾ ਕਿਤੇ ਸ਼ੱਕ ਪੈ ਰਿਹਾ ਕਿ ਇਹਨਾਂ ਦਾ ਮੇਨ ਜਿਹੜਾ ਮੁੱਦਾ ਹੈਗਾ ਕਿਸੇ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਕੋਈ ਇਹੋ ਜਿਹੀ ਹੋਰ ਮੁੱਦਾ ਪੈਦਾ ਕਰਕੇ ਲੋਕਾਂ ਦਾ ਧਿਆਨ ਹਟਾਉਣ ਵਾਲੀ ਗੱਲ। ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ 'ਚ? ਦੇਖੋ ਜੀ, ਅਸੀਂ ਇਹ ਸਮਝਦੇ ਹਾਂ ਵੀ ਇਹ ਧਰਮ ਦਾ ਮਾਮਲਾ ਹੈ ਜਿਹੜਾ ਪਿੱਛੇ ਇਤਿਹਾਸ ਚੱਕ ਲਓ, ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਭੜਕਾ ਕੇ ਜਿੰਨੇ ਲੋਕ ਇਸ ਭੇਟ ਚੜੇ ਆ ਉਹਨੇ ਸ਼ਾਇਦ ਸਿੱਧੇ ਘੋਲਾਂ ਦੇ ਵਿੱਚ ਜਾਂ ਸਿੱਧੇ ਉਨੀਆਂ ਕੁਰਬਾਨੀਆਂ ਨਹੀਂ ਹੋਈਆਂ। ਸਾਰੇ ਹੀ ਲੁਟੇਰੇ ਹਾਕਮਾਂ ਨੂੰ ਇਹ ਧਾਰਮਿਕ ਭਾਵਨਾਵਾਂ ਧਰਮ ਦਾ ਪੱਤਾ ਵਰਤ ਕੇ ਸਾਰੇ ਇਹ ਘੋਲਾਂ ਨੂੰ ਦਬਾਉਣ ਦਾ ਵੀ ਤੇ ਲੋਕਾਂ ਨੂੰ ਜਬਰ ਕਰਨ ਦਾ ਵੀ ਮੌਕਾ ਇਹਨਾਂ ਨੂੰ ਮਿਲਦਾ ਇੱਕ ਦੂਜੇ ਦੇ ਖਿਲਾਫ ਆ ਕੇ। ਇਹ ਉਸੇ ਦੀ ਚਾਲ ਹੈ ਲਗਭਗ, ਕਿਉਂਕਿ ਆਪਾਂ ਦੇਖ ਸਕਦੇ ਹਾਂ, ਸਾਨੂੰ ਪਤਾ ਬਾਹਲਾ ਤਾਂ ਚੱਲ ਪਿੱਛੇ ਨਾ ਜਾਜੇ ਆਪਾਂ ਇਤਿਹਾਸਕ ਗੱਲਾਂ 'ਚ ਵੀ ਸੰਨ 47 ਦੀਆਂ ਅਸੀਂ ਵੱਡੀਆਂ ਤੋਂ ਗੱਲਾਂ ਸੁਣੀਆਂ ਹੋਈਆਂ। ਕੀ ਰੌਲਾ ਸੀ ਮੁਸਲਮਾਨਾਂ ਦਾ ਜਾਂ ਇੱਧਰ ਸਾਡੇ ਸਿੱਖਾਂ ਦਾ ਕਤਲੋਗਾਰਦ ਕਰਾਇਆ ਇਹਨਾਂ ਨੇ ਧਰਮ ਦਾ ਪਤਾ ਵਰਤ ਕੇ। ਲੋਕ ਮਤਲਬ ਵੱਡਾ ਟੁੱਕੀ ਹੋ ਰਹੀ ਸੀ। ਸਾਡੇ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਵੀ ਭਾਈ ਜੇ ਕਿਸੇ ਬਜ਼ੁਰਗ ਦੀ ਉਮਰ ਪੁੱਛਣੀ ਹੈ ਤਾਂ ਉਹ ਕਿਉਂਕਿ ਪਹਿਲਾਂ ਉਸ ਤਰ੍ਹਾਂ ਦਾ ਨਹੀਂ ਮੋਟੀ ਇੱਕ ਮਿਸਾਲ ਬਣ ਗਈ ਵੀ ਮੈਂ ਵੱਡਾ ਟੁੱਕੀ ਵਾਲੇ ਸਾਲ ਇੰਨੇ ਸਾਲਾਂ ਦਾ ਸੀ ਜਾਂ ਰੌਲੇ ਗੋਲੇ ਵਾਲੇ ਸਾਲ ਇੰਨਾ ਦਾ ਸੀ, ਹੱਲੇ ਗੁੱਲੇ ਵਾਲੇ ਸਾਲ ਦਾ। ਇਹ ਆਜ਼ਾਦੀ ਦਾ ਜਸ਼ਨ ਕਹਿੰਦੇ, ਸਾਡੇ ਲੋਕ ਉਸ ਨੂੰ ਰੌਲੇ ਵਾਲਾ, ਹੌਲੇ ਗੁੱਲੇ ਵਾਲਾ ਤੇ ਵੱਡਾ ਟੁੱਕੀ ਵਾਲਾ ਸਾਲ ਕਹਿੰਦੇ ਆ ਜੀ। ਬਿਲਕੁਲ, ਜਿਹੜੀ ਉਦੋਂ ਵੀ ਧਰਮ ਤੇ ਭੜਕਾ ਕੇ ਆਪਦੀਆਂ ਇਹਨਾਂ ਨੇ ਰਾਜਗੱਦੀਆਂ ਕਾਇਮ ਕੀਤੀਆਂ। ਇਹ ਆਜ਼ਾਦੀ ਦਾ ਜਸ਼ਨ ਮਨਾ ਰਹੇ ਸੀ, ਲੋਕਾਂ ਦਾ ਜਾੜਾ ਹੋ ਰਿਹਾ ਸੀ। ਉਦੋਂ ਬਾਅਦ 84 'ਚ ਆ ਜਾਓ ਆਪਾਂ, ਉਹ ਤਾਂ ਅਸੀਂ ਦੇਖਿਆ ਸਾਡੇ ਹਟਾਇਆ ਸਾਰਾ। ਬਿਲਕੁਲ, ਹਾਂਜੀ, ਹਾਂ 35,000 ਨੌਜਵਾਨ ਸਰਕਾਰੀ ਅੰਕੜਾ ਹੈ ਤਾਂ ਇਹ ਤੋਂ ਵੱਧ। ਉਹ ਇਸ ਖਾੜਕੂਵਾਦ ਦੀ ਭੇਟ ਚੜ ਗਿਆ ਧਰਮ ਦੀਆਂ ਭਾਵਨਾਵਾਂ ਭੜਕਾ ਕੇ। ਚਾਹੇ ਉਹ ਖਾੜਕੂ ਬਾਣੇ 'ਚ ਮਰ ਗਿਆ, ਚਾਹੇ ਸਾਡੇ ਮਤਲਬ ਪੁਲਿਸ ਦੇ ਬਾਣੇ 'ਚ ਮਰਿਆ, ਮਰੇ ਸਾਡੇ ਕਿਰਤੀਆਂ ਦੇ ਜਾਏ ਨੌਜਵਾਨ। ਬਿਲਕੁਲ, ਜਾਨੀ ਆਈ ਇਹ ਧਰਮ ਦੇ ਪੱਤੇ ਨੂੰ ਵਰਤ ਕੇ ਇਹ ਅੱਜ ਵੀ ਜੇ ਘੋਲ ਸਿਖਰਾ ਹੈ। ਜਦੋਂ ਤੁਸੀਂ ਭਾਵੇਂ ਅਸੀਂ ਉਸ ਗੱਲ ਨੂੰ ਹਜੇ ਵੀ ਨਹੀਂ ਮੰਨਦੇ, ਜਦੋਂ ਪੰਜਾਬ ਦੇ ਵਿੱਚ 2015 ਦੇ ਵਿੱਚ ਆਪਣਾ ਨਰਮੇ ਵਾਲਾ ਘੋਲ ਚੱਲਦਾ ਸੀ, ਨਰਮੇ ਦਾ ਮੌਜਬਾ ਲੈਣ ਖਾਤਰ। ਹਾਂਜੀ, ਇੱਕ ਚਰਚਾ ਪੰਜਾਬ ਤੇ ਇਹ ਵੀ ਚੱਲੀ ਹੈ ਵੀ ਉਦੋਂ ਬੇਅਦਬੀ ਵਾਲਾ ਮਾਮਲਾ, ਇਹ ਘੋਲ ਚੱਲਦੇ ਨੂੰ ਠੱਪਣ ਖਾਤਰ, ਘੋਲ ਚੱਲਦੇ ਨੂੰ ਉਹ ਕਰਨ ਖਾਤਰ ਇਹਨਾਂ ਨੇ ਉਹ ਪੱਤਾ ਵਰਤਿਆ। ਜਦੋਂ ਕਿ ਅਸੀਂ ਨਹੀਂ ਸਹਿਮਤ ਇਹਦੇ ਨਾਲ, ਦਾ ਨਿਰਣਾ ਹੈ ਹੀ ਨਹੀਂ ਇਹ। ਪਰ ਇੱਕ ਗੱਲ ਜੁੜ ਗਿਆ ਨਾ ਨਾਲ, ਕਿਉਂਕਿ ਅਸੀਂ ਤਾਂ ਇਸ ਗੱਲ ਨੂੰ ਬਰੀਕੀ ਨਾਲ ਪਾਲ ਕਰਦੇ ਹਾਂ ਵੀ ਉਹ ਤਾਂ ਜੂਨ ਮਹੀਨੇ ਦਾ ਚੱਲਿਆ ਹੋਇਆ ਹੈ ਗੇੜ। ਜੂਨ ਮਹੀਨੇ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਨੇ, ਕੋਈ ਪੜਤਾਲ ਨਹੀਂ ਕਰੀ ਇਹਨਾਂ ਨੇ। ਹੋ ਸਕਦਾ ਉੱਥੇ ਆ ਕੇ ਇਹਨਾਂ ਨੇ ਆ ਪੱਤਾ ਵਰਤ ਲਿਆ। ਅਸੀਂ ਭਾਵੇਂ ਆਪ ਦਾ ਨਿਰਣਾ ਨਹੀਂ ਬਣਾਉਂਦੇ, ਪਰ ਇਹ ਨਰਮੇ ਘੋਲ ਨੂੰ ਜੇ ਅਸੀਂ, ਸਾਡਾ ਪੱਕਾ ਨਿਰਣਾ ਵੀ ਜੇ ਇਹ ਉਦੋਂ ਇਹ ਧਰਮ ਵਾਲਾ ਪੱਤਾ, ਬੇਅਦਬੀ ਵਾਲਾ ਪੱਤਾ ਨਾ ਆਉਂਦਾ, ਅਸੀਂ 40,000 ਮੁਆਵਜ਼ਾ ਲੈਂਦੇ ਏਕੜ। ਮਗਰ ਜਿਹੜਾ ਪੰਜਾਬ ਸਰਕਾਰ ਨੇ 8,000 ਨੇ ਅੱਖਾਂ ਪੂੰਝ ਕੇ ਬੇੜਾ ਨਿਕਾ ਲਿਆ ਆਪਦਾ। ਜਾਨੀ ਆਈ ਹੁਣ ਇਸ ਨੂੰ ਲੋਕ ਇਹਦੇ ਨਾਲ ਜੋੜ ਕੇ ਦੇਖ ਰਹੇ ਆ। ਇਹਨਾਂ ਦਾ ਪਤਾ ਵੀ ਆ ਸਾਰੀਆਂ ਗੱਲਾਂ ਆਪਦੇ ਹਿਸਾਬ ਨਾਲ ਹੀ। ਹੁਣ ਕੱਲ ਜਿਹੜੀ ਉਹ ਇੱਧਰ ਚਲਾਈ ਹੋਈ ਉਹ ਅਰਦਾਸ ਕਰੀ ਕਿਸੇ ਸਿੰਘ ਸੂਰਮੇ ਨੇ, ਹਾਂਜੀ, ਪੂਰਾ ਡਰਾਮਾ। ਇੱਕ ਵੀਡੀਓ ਕੱਲ ਹੋਰ ਵਾਇਰਲ ਹੋਈ, ਉਹ ਪੂਰਾ ਵਰਛਾ ਲੈ ਕੇ ਆਪਦਾ ਲਲਕਾਰ ਰਿਹਾ ਮੈਂ ਆਉਣ ਵਾਲਾ ਮੁੱਖ ਮੰਤਰੀ ਆ ਤੇ ਆ ਜੇ ਕੈਪਟਨ, ਆ ਜੇ ਮੇਰੇ ਚਾਚੇ। ਕੀ ਗੱਲਾਂ ਦਿਖਾਉਂਦੀਆਂ? ਭਾਜਪਾ ਵਾਲੇ ਉਹਦੀ ਹਮਾਇਤ 'ਚ ਗਏ ਆ, ਸਿੱਖ ਜਥੇਬੰਦੀਆਂ ਉਹਦੇ ਵਿਰੋਧ 'ਚ ਗਏ ਵੀ ਆਪਸ ਵਿੱਚ ਦੀ ਲੋਕਾਂ ਦਾ ਹੁਣ ਦਾ ਤੇ ਸਿੱਖਾਂ ਦਾ ਭੇੜ ਕਰਾ ਦਿਓ। ਹਿੰਦੂ ਸਿੱਖਾਂ ਦਾ ਜੇ ਨਹੀਂ ਆਉਂਦਾ, ਦਲਿਤਾਂ ਦਾ ਤੇ ਸਿੱਖਾਂ ਦਾ ਭੇੜ ਕਰਾ ਦਿਓ। ਬਿਲਕੁਲ, ਜਿਹੜੀ ਇਸ ਕਿਸਮ ਦੀਆਂ ਚਾਲਬਾਜ਼ੀਆਂ, ਇਹ ਸਟੰਟ ਸਾਰਾ ਇਹ ਹਾਕਮਾਂ ਦੀ ਗਿਣੀ ਮਿੱਥੀ ਖੇਡ ਸਮਝਦੇ ਅਸੀਂ ਇਹਨਾਂ ਨੂੰ। ਜਦੋਂ ਕਿ ਅੱਜ ਦਾ ਘੋਲ ਮੁੱਦਾ, ਜਾਣੀ ਜਿਹੜਾ ਅੱਜ ਦਾ ਘੋਲ ਚੱਲ ਰਿਹਾ, ਇਹ ਧਰਮਾਂ ਤੋਂ ਵੀ ਉੱਪਰ ਹੈ, ਫਿਰਕਿਆਂ ਤੋਂ ਵੀ ਉੱਪਰ ਹੈ, ਜਾਤਾਂ ਤੋਂ ਵੀ ਉੱਪਰ ਹੈ। ਕਿਸੇ ਇੱਕ ਵਰਗ ਦਾ ਘੋਲ ਨਹੀਂ ਰਿਹਾ,
ਇੰਨੀਆਂ ਜੜਾਂ ਡੂੰਘੀਆਂ ਹੋਈਆਂ ਇਸ ਘੋਲ ਦੀਆਂ, ਇਹਨੂੰ ਵੀ ਕੇਂਦਰ ਸਰਕਾਰ ਦੀ ਚਾਲ ਸਮਝੀ ਜਾ ਸਕਦੀ ਹੈ ਤੇ ਇਹਦੇ ਨਾਲ ਪੰਜਾਬ ਸਰਕਾਰ ਦੀ ਵੀ ਮਿਲੀ ਭੁਗਤੀ ਹੋ ਸਕਦੀ ਹੈ। ਇਸ ਗੱਲ ਨੂੰ ਅਸੀਂ ਤਾਂ ਇਹਨੂੰ ਐਂ ਦੇਖਦੇ ਹਾਂ ਵੀ ਉਧਰੋਂ 22 ਚ ਚੋਣਾਂ ਆਉਣੀਆਂ ਮੂਹਰੇ, ਚੋਣਾਂ ਚ ਹੁਣ ਇਹੋ ਜਿਹਾ ਪੱਤਾ ਲਾਰੇ ਤਾਂ ਚੱਲਦੇ ਨਹੀਂ ਹੁਣ। ਪਿਛਲੀ ਵਾਰ ਤਾਂ ਉਹ ਕਹਿ ਗਿਆ ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਧਰ ਕੇ ਸੌਹਾਂ ਖਾ ਲਈਆਂ, ਪੂਰੇ ਉਤਰੇ ਨਹੀਂ ਵੀ ਇਹਦਾ ਜਵਾਬ ਕੀ ਦੇਵਾਂਗੇ। ਉਹਦੇ ਅੰਦਰ ਕਿੰਨਾ ਰੌਲਾ ਪਿਆ ਵਾ, ਉਹਦੇ ਆਪ ਦੇ ਖੇਮੇ ਕਹਿ ਰਿਹਾ ਵੀ ਅਸੀਂ ਕਿਹੜਾ ਮੂੰਹ ਲੈ ਕੇ ਜਾਜੇ ਲੋਕਾਂ ਕੋਲੇ, ਵੀ ਫਿਰ ਇਹੋ ਜਿਹਾ ਪੱਤਾ ਹੀ ਵਰਤਣਗੇ ਉਹ ਲੋਕਾਂ ਦਾ ਭੜਕਾਉਣ ਖਾਤਰ। ਅਸੀਂ ਤਾਂ ਇਹਨੂੰ ਇਸ ਗੱਲ 'ਚ ਹੀ ਵੇਖਦੇ ਹਾਂ ਤੇ ਲੋਕਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਵੀ ਇਹ ਧਰਮ ਦੇ ਬਹਿਕਾਵੇ 'ਚ ਨਾ ਆਵੇ। ਧਰਮ ਮੰਨਣਾ ਨਾ ਮੰਨਣਾ ਹਰੇਕ ਦਾ ਆਪਦਾ ਨਿੱਜੀ ਮਾਮਲਾ ਹੈ, ਮੰਨੇ ਜਾਵੇ ਜੀ ਸਦਕੇ ਮੰਨੇ, ਸਾਡੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ, ਪਰ ਧਰਮ ਦੇ ਮਾਮਲੇ 'ਚ ਇੱਥੇ ਘੋਲ ਨੂੰ ਵਰਤਣਾ ਜਾਂ ਲੋਕਾਂ ਦਾ ਧਿਆਨ ਭੜਕਾਉਣ ਤੋਂ ਬਿਨਾਂ ਇਹਨਾਂ ਦੀ ਹੋਰ ਕੋਈ ਗੱਲ ਨਹੀਂ। ਧਰਮ ਦਾ ਪੱਤਾ ਵਰਤਦੇ ਆਏ ਆ, ਵਰਤਦੇ ਰਹਿਣਗੇ ਜਿੰਨਾ ਚਿਰ ਸਾਡੇ ਲੋਕ ਸੁਚੇਤ ਨਹੀਂ। ਇਹਨੂੰ ਅਸੀਂ ਤਾਂ ਐਂ ਦੇਖਦੇ ਹਾਂ। ਬਿਲਕੁਲ ਸਹੀ ਗੱਲ ਸਾਥੀ ਜੀ। ਸਾਥੀ ਜੀ ਇੱਕ ਕਿਉਂਕਿ ਤੁਸੀਂ ਜਥੇਬੰਦੀ ਦੇ ਆਗੂ ਹੋ, ਅਸੀਂ ਤੁਹਾਡੀਆਂ ਕੁਝ ਸੀਮਤਾਂ ਨੇ, ਪਰ ਫਿਰ ਵੀ ਇਸ ਚੀਜ਼ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਜੋ 25 ਜਨਵਰੀ ਨੂੰ ਜੋ ਕਾਰਾ ਇਸ ਕਿਸਾਨ ਵਿਰੋਧੀ ਸੰਘਰਸ਼ ਦੇ ਸਾਡੇ ਹੀ ਵਿੱਚੋਂ ਉੱਠੇ ਹੋਏ ਕੁਝ ਲੋਕਾਂ ਨੇ ਕੀਤਾ, ਔਰ ਮੈਂ ਗੱਲ ਦੀਪ ਸਿੱਧੂ ਦੀ ਕਰ ਰਿਹਾ ਜੀ ਕਿਉਂਕਿ ਇਹ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਹੁਣ ਪੰਜਾਬ ਦੀ ਇਹ ਗੇੜੀ ਕੱਢ ਰਿਹਾ, ਔਰ ਪੂਰਾ ਜਿਹੜਾ ਜ਼ਹਿਰ ਵਾ ਖਾਸ ਕਰਕੇ ਜੋਗਿੰਦਰ ਸਿੰਘ ਉਗਰਾਹਾਂ ਦੇ ਖਿਲਾਫ ਜਾਂ ਉਗਰਾਹਾਂ ਜਥੇਬੰਦੀ ਦੇ ਖਿਲਾਫ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਜਿਹੜਾ ਜ਼ਹਿਰ ਇਹ ਉਗਲ ਰਿਹਾ ਔਰ ਪੂਰਾ ਵਿਰੋਧ ਦੇ ਵਿੱਚ ਸਰਕਾਰ ਦੇ ਖਿਲਾਫ ਘੱਟ ਬੋਲ ਰਿਹਾ, ਜਥੇਬੰਦੀਆਂ ਦੇ ਖਿਲਾਫ ਜ਼ਿਆਦਾ ਬੋਲ ਰਿਹਾ। ਸਾਥੀ ਜੀ ਉਹਨੇ ਇੱਕ ਟਿੱਪਣੀ ਕੀਤੀ ਆ, ਮਤਲਬ ਜੇ ਆਪਣੇ ਲੋਕ ਸਮਝਦਾਰ ਹੋਣ, ਸੁਚੇਤ ਹੋਣ, ਜੇ ਉਹ ਸਮਝਦੇ ਹੋਣ, ਜਦੋਂ ਇਹ ਸਾਥੀ ਜੇਲ੍ਹ ਤੋਂ ਬਾਹਰ ਆਇਆ, ਜਿਹੜੀ ਪਹਿਲੀ ਇਹਨੇ ਕਿਸੇ ਪਿੰਡ ਦੀ ਫਿਰਨੀ ਤੇ ਬਹਿ ਕੇ ਲਾਈਵ ਵੀਡੀਓ ਕੀਤੀ ਹੈ, ਉਹਦੇ ਵਿੱਚ ਅਨੂ ਜੀ ਕਹਿ ਰਿਹਾ ਹੈ, ਅੰਗਰੇਜ਼ੀ ਦੇ ਵਿੱਚ ਕਹਿੰਦਾ ਕਿ every idea and every tactics have half life, ਮਤਲਬ ਉਹ ਕਹਿੰਦਾ ਪੰਜਾਬੀ ਦੇ ਵਿੱਚ ਵੀ ਜਿਹੜਾ ਹਰ ਇੱਕ ਜਿਹੜਾ ਸੰਕਲਪ ਆ ਤੇ ਜਿਹੜੀਆਂ ਵੱਖਰੀਆਂ ਸਾਡੇ ਤਰਕੀਬਾਂ ਨੇ ਸੰਘਰਸ਼ ਕਰਨ ਦੀਆਂ, ਉਹਦਾ ਇੱਕ ਸਮਾਂ ਹੁੰਦਾ ਆ ਤੇ ਕਹਿੰਦਾ ਉਹਦਾ ਸਮਾਂ ਬੀਤ ਚੁੱਕਿਆ। ਉਹ 26 ਜਨਵਰੀ ਤੱਕ ਮੋਰਚਾ ਠੀਕ ਸੀਗਾ, ਚੱਲ ਰਿਹਾ ਸੀ। ਜਿਹੜੇ ਹੁਣ ਕਿਸਾਨ ਆਗੂ, ਹੁਣ ਸਾਥੀ ਜੀ ਕਿੱਥੇ ਤੱਕ ਇਹ ਗੱਲ ਕਹਿ ਰਿਹਾ, ਇਹਨੂੰ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਉਹ ਕਹਿ ਰਿਹਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਜਿਹੜੇ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਦਿੱਲੀ ਲਿਜਾ ਰਹੇ ਆ, ਉੱਥੇ ਮੋਰਚੇ ਲਾਏ ਹੋਏ ਆ, ਉਹ ਕਹਿੰਦਾ ਇਹਦਾ ਸਮਾਂ ਲੰਘ ਚੁੱਕਿਆ, ਹੁਣ ਕੁਝ ਹੋਰ ਕਰੋ। ਮਤਲਬ ਇਸ ਹੱਦ ਤੱਕ ਉਹ ਵਿਰੋਧ ਦੇ ਵਿੱਚ ਹੈ ਕਿ ਇਹ ਮੋਰਚੇ ਨੂੰ ਹੁਣ ਖਤਮ ਕਰੋ ਕਿਸੇ ਤਰੀਕੇ ਦੇ ਨਾਲ। ਹੁਣ ਸਾਡੀ ਹੋਣ ਦੀ ਲੜਾਈ ਆ, ਪਹਿਲਾਂ ਅਸੀਂ ਹੋਣ ਦੀ ਲੜਾਈ ਇੱਕ ਪੰਜਾਬ ਨੂੰ ਇੱਕ ਉਹ ਆਪਣੇ ਜਿਹੜੇ ਉਹ ਫੈਸਲੇ ਲਵੇ, ਉਸ ਤੋਂ ਬਾਅਦ ਬਿੱਲਾਂ ਦੀ ਕੋਈ ਏਡੀ ਵੱਡੀ ਗੱਲ ਨਹੀਂ, ਫਿਰ ਅਸੀਂ ਬਾਅਦ ਚ ਤੈਅ ਕਰ ਲਾਂਗੇ। ਸੋ ਤੁਸੀਂ ਇਹਦੇ ਬਾਰੇ ਆਪਣੀ ਜਥੇਬੰਦੀ ਵੱਲੋਂ ਇਹ ਜਿਹੜਾ ਕੂੜ ਪ੍ਰਚਾਰ ਕਰ ਰਿਹਾ ਹੈ ਬੰਦਾ ਪੰਜਾਬ ਦੇ ਵਿੱਚ ਲੱਗਿਆ ਹੋਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਤਾਂ ਬਹੁਤ ਸਾਫ਼ ਗੱਲ ਹੈ ਵੀ ਉਹ ਜੋ ਭਾਜਪਾ ਹਕੂਮਤ ਇਹ ਦੀਪ ਸਿੱਧੂ ਤੋਂ ਕਰਾਉਣਾ ਚਾਹੁੰਦੀ ਸੀ, ਉਹ ਚਾਲ ਫੇਲ ਹੋ ਗਈ ਉਹਦੀ। ਉਹਨਾਂ ਨੇ ਕਰਵਾ ਦੇਣਾ ਸੀ 26 ਜਨਵਰੀ ਨੂੰ। ਦੇਖੋ, ਜਿੰਨਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਆਪਾਂ ਵੀ ਜਿੰਨੇ ਘੋਲ ਦੀਆਂ ਜੜਾਂ ਡੂੰਘੀਆਂ ਹੋਈਆਂ ਲੋਕ ਸਮਝ ਗਏ, ਠੀਕ ਹੈ। ਇਹਦੇ ਬਾਵਜੂਦ ਢਾਹ ਉਦੋਂ ਵੀ ਲੱਗੀ ਹੈ, ਪਰ ਸੰਭਲ ਗਿਆ ਘੋਲ ਦੁਬਾਰੇ ਜੀ। ਹੁਣ ਘੋਲ ਸੰਭਰ ਕੇ ਘੋਲ ਤਾਂ ਉਸੇ ਸਿਖਰਾਂ ਤੇ ਆ ਰਿਹਾ ਹੈ। ਇਹ ਕਹਿੰਦਾ ਬੇੜਾ ਨਾ, ਇਸ ਕਰਕੇ ਇਸ ਤੋਂ ਬਾਅਦ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰੂੰਗਾ ਵੀ ਜੇ ਜਿਹੜਾ ਹੋਰ ਨਵਾਂ ਕੁਝ ਕਰਨ ਦਾ ਇਹਨੂੰ ਲੱਗਦਾ, ਇਹਨੂੰ ਰੋਕਦਾ ਕੌਣ ਹੈ? ਕਰ ਲੇ, ਆਪਦੇ ਪੰਜਾਬ ਦੀ ਹੋਂਦ ਬਚਾ ਲੇ, ਆਪਦਾ ਕੋਈ ਵੱਖਰਾ ਰਾਜ ਬਣਾਉਣ ਦੀ ਗੱਲ ਕਰ ਲੇ, ਜੋ ਇਹਨੂੰ ਲੱਗਦਾ ਕਰ ਲੇ। ਪਰ ਇਹ ਘੋਲ ਦੇ ਇਹਦੇ ਕਿ ਵੀ ਘੋਲ ਸਮਾਪਤ ਕਰੋ, ਇਹਦਾ ਕੀ? ਕਿਉਂਕਿ ਘੋਲ ਸਮਾਪਤ ਕਰਾਉਣਾ ਸਰਕਾਰ ਦੀ ਵੀ ਗੱਲ ਹੈ। ਇਹਦਾ ਮਤਲਬ ਸਾਫ਼ ਆ ਵੀ ਇਹ ਸਰਕਾਰ ਵਾਲੀ ਬੋਲੀ ਬੋਲ ਰਿਹਾ, ਲੋਕ ਸਮਝ ਲੈਣਗੇ ਹੌਲੀ ਹੌਲੀ, ਕੋਈ ਗੱਲ ਨਹੀਂ। ਕਾਫੀ ਹਿੱਸੇ ਨੂੰ ਸਮਝ ਆ ਗਈ ਹੈ, ਕਾਫੀ ਹਿੱਸੇ ਨੂੰ ਹੋਰ ਸਮਝ ਲੈਣਗੇ। ਇਸ ਕਰਕੇ ਬੇਨਤੀ ਆ, ਅਸੀਂ ਤਾਂ ਬੇਨਤੀ ਕਰਾਂਗੇ ਵੀ ਜੇ ਤੁਸੀਂ ਕੁਛ ਕਰਨਾ ਹੈ, ਅੱਡ ਕਰਨਾ, ਅੱਡ ਤੁਹਾਡਾ ਥੜੇ ਪਿਆ, ਜੋ ਮਰਜ਼ੀ ਕਰ ਲਓ। ਕਿਸਾਨ ਘੋਲ ਦੇ ਸਿਰ ਤੇ ਸਾਡੀ ਬੇਨਤੀ ਹੈ, ਇਹ ਕਿਸਾਨਾਂ ਦੀ ਹੋਂਦ ਦਾ ਸਵਾਲ ਹੈਗਾ, ਪੰਜਾਬ ਦੀ ਹੋਂਦ ਦਾ ਸਵਾਲ ਅੱਡ ਦੇਖ ਲਿਓ, ਇੱਕ ਸਮੁੱਚੇ ਮੁਲਕ ਦੇ ਕਿਸਾਨਾਂ ਦੀ ਹੋਂਦ ਦਾ ਸਵਾਲ ਹੈ। ਬਿਲਕੁਲ, ਇਹਦੇ ਤੇ ਤੁਸੀਂ ਸੱਟ ਮਾਰਨ ਦੀ ਬਜਾਏ ਸਗੋਂ ਇਹਨੂੰ ਸਹਿਯੋਗ ਜੇ ਨਹੀਂ ਦਿੱਤਾ ਜਾਂਦਾ, ਘੱਟੋ ਘੱਟ ਇਹਦੇ ਖਿਲਾਫ ਬੋਲਣ ਦਾ ਜਾਂ ਲੋਕਾਂ 'ਚ ਇਹੋ ਜਿਹੇ ਭਰਮ ਭੁਲੇਖੇ ਖੜੇ ਕਰਨ ਦਾ ਨਹੀਂ ਕਰਨਾ ਚਾਹੀਦਾ। ਜੇ ਲੋਕਾਂ ਦੇ ਇਹ ਮਤਲਬ ਘੋਲ ਦੇ ਪੱਖ 'ਚ ਗੱਲ ਜਾਂਦੀ ਹੈ, ਨਹੀਂ ਤਾਂ ਘੋਲ ਦੇ ਉਲਟ ਜਾਊਗੀ, ਸਾਫ਼ ਹੈ। ਕਿਉਂਕਿ ਉਹਦੀਆਂ ਗਤੀਵਿਧੀਆਂ ਉਦੋਂ ਤੋਂ ਲੈ ਕੇ ਜੇ ਇਹਨੇ ਵੀ ਜਿਹੜਾ 1 ਅਕਤੂਬਰ ਤੋਂ ਘੋਲ ਛੁੜੂਆ ਬਰਾਬਰ ਮੋਰਚਾ ਲਾਇਆ, 2 ਦਿਨਾਂ ਬਾਅਦ
ਸਿੰਘੂ ਮੋਰਚਾ ਲਾ ਕੇ ਬਰਾਬਰ ਸਾਰੇ ਪ੍ਰੋਗਰਾਮ ਦਿੱਤੇ ਆ, ਅੱਡ ਮੰਗਾਂ ਅੱਡ ਮਸਲੇ ਆ, ਅੱਡ ਲਾਇਆ ਵਾ ਸੀਗਾ, ਨਾਲੇ ਵਿੱਚ ਕੁਸੜੀ ਗਿਆ ਅੱਡ ਲਾਇਆ ਵਾ। ਇਸ ਕਰਕੇ ਹੁਣ ਵੀ ਉਹਨਾਂ ਦਾ ਪੈਂਤਰਾ ਹੈਗਾ ਹੀ ਹੈ, ਕਿਵੇਂ ਨਾ ਕਿਵੇਂ ਘੋਲ ਨੂੰ ਹੁਣ ਇਸ ਰੂਪ ਚ ਮੱਠਾ ਪਾ ਦਿਓ। ਜੀ ਬਿਲਕੁਲ ਕਰਾਂਗੇ, ਨਹੀਂ ਠੀਕ ਹੈ, ਅਸੀਂ ਤਾਂ ਕਹਿੰਦੇ ਹਾਂ ਸਮੱਤ ਵਕਤ। ਹਾਂਜੀ ਬਿਲਕੁਲ, ਇਹ ਪੰਜਾਬੀਆਂ ਦੇ ਉਹਨੂੰ ਪੰਜਾਬ ਦੇ ਪਿਆਰੇ ਆ, ਫਿਰ ਪੰਜਾਬ ਵੀ ਪਿਆਰੇ ਆ। ਜੇ ਪੰਜਾਬ ਦੇ ਕਿਸਾਨ ਪਿਆਰੇ ਤਾਂ ਕਿਸਾਨ ਘੋਲ ਨਾਲ ਪਿਆਰ ਕਰਨਾ ਚਾਹੀਦਾ, ਕਿਸਾਨ ਘੋਲ ਦੇ ਸੋਚ ਕੇ ਬੋਲਣਾ ਚਾਹੀਦਾ ਵੀ ਕਿਹੜੀ ਪੱਖ 'ਚ ਜਾਣ ਵਾਲੀ ਗੱਲ ਹੈ, ਕਿਹੜੇ ਉਲਟ ਜਾਣ ਵਾਲੀ ਗੱਲ ਹੈ। ਭਲਾ ਹੁਣ ਇਸ ਸਿਖਰਾਂ ਤੇ ਛੱਡ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਲਓ ਵੀ ਇਸ ਛੱਡ ਕੇ ਆ ਜਾਈਏ, ਮਨਜ਼ੂਰ ਕਰ ਲੈਣਗੇ ਪੰਜਾਬ ਦੇ ਲੋਕ। ਇਸ ਕਰਕੇ ਜਾਣੀ ਇਹ ਗੱਲ ਨਹੀਂ ਠੀਕ ਉਹਦੀ ਮਰਜ਼ੀ ਹੈ ਭਾਈ, ਕਰ ਸਕਦਾ ਹਰੇਕ ਹੀ। ਬਿਲਕੁਲ ਜੀ ਬਿਲਕੁਲ, ਹਰ ਇੱਕ ਨੂੰ ਆਜ਼ਾਦੀ ਹੈ ਸਾਥੀ ਜੀ। ਪਰ ਕਮਾਲ ਦੀ ਗੱਲ ਇਹ ਹੈ, ਇਹੀ ਬੰਦਿਆਂ ਦਾ ਗਰੁੱਪ ਸੀਗਾ ਜਦੋਂ ਅਸੀਂ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਸ਼ੁਰੂ ਕੀਤੀਆਂ ਸੀਗੀਆਂ ਘੋਲ ਨੂੰ ਤਿੱਖਾ ਕਰਨ ਵਾਸਤੇ। ਉਦੋਂ ਇਹੀ ਲੋਕ ਕਹਿ ਰਹੇ ਸੀਗੇ ਕਿ ਤੁਸੀਂ ਪੰਜਾਬ ਕੀ ਕਰਨ ਗਏ ਹੋ, ਤੁਸੀਂ ਦਿੱਲੀ ਕੋ ਨਹੀਂ ਆ ਕੇ ਬਹਿੰਦੇ, ਇਹ ਤੁਸੀਂ ਪੰਜਾਬ ਛੱਡ ਕੇ, ਮਤਲਬ ਬਹੁਤ ਹਰ ਇੱਕ ਚੀਜ਼ ਨੂੰ ਇਹਨਾਂ ਨੇ ਨੈਗੇਟਿਵ। ਅਸੀਂ ਇੱਥੇ ਬਹੁਤੀ ਤੁਹਾਡੇ ਨਾਲ ਚਰਚਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਆਪਣੇ ਵਾਸਤੇ ਐਡਾ ਵੀ ਵੱਡਾ ਮਸਲਾ ਨਹੀਂ ਹੈ, ਕਿਉਂਕਿ ਸਾਨੂੰ ਪਤਾ ਕਿ ਸਾਡਾ ਘੋਲ ਬਿਲਕੁਲ ਸਿਖਰਾਂ ਤੇ ਆ, ਸੰਘਰਸ਼ ਜਿੱਤਣ ਦੀ ਕਗਾਰ ਤੇ ਆ। ਸਾਥੀ ਜੀ, ਤੁਸੀਂ ਅਖੀਰ ਦੇ ਵਿੱਚ ਸਾਡੇ ਸੁਣ ਰਹੇ ਸਰੋਤਿਆਂ ਨੂੰ ਤੁਸੀਂ ਆਪਣੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਂ ਕੁੱਲ ਜਿਹੜੀ ਕਿਸਾਨ ਜਿਹੜਾ ਸੰਘਰਸ਼ ਵਾ ਉਹਦੇ ਵੱਲੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਇਹ ਸੁਨੇਹਾ ਵੀ ਜਿੱਥੇ ਵੀ ਜਿਹੜਾ ਵੀ ਕੋਈ ਬੈਠਾ ਹੈ, ਜਿੰਨਾ ਵੀ ਇਹ ਘੋਲ ਦੇ ਪੱਖ ਦੇ ਵਿੱਚ ਕੋਈ ਡੱਕਾ ਸਿੱਟ ਸਕਦਾ, ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਆ, ਜਿਹੇ ਜੀ ਵੀ ਹਮਾਇਤ ਕਰ ਸਕਦਾ, ਕੋਈ ਹਾਦਾ ਨਾਰਾ ਮਾਰ ਸਕਦਾ, ਕੋਈ ਬਿਆਨ ਦੇ ਸਕਦਾ, ਕੋਈ ਫੰਡ ਦੇ ਰੂਪ ਚ ਵੀ। ਹੁਣ ਦੇਖੋ ਬਹੁਤ ਵੱਡੇ ਫੰਡ ਬਹੁਤ ਦਿੱਤੇ ਆ ਲੋਕਾਂ ਨੇ, ਖਾਸ ਕਰਕੇ ਅਸੀਂ ਬਾਹਰਲੇ ਸਰੋਤਿਆਂ ਦਾ ਤਾਂ ਕਮਾਲ ਮੰਨਾਂਗੇ ਵੀ ਸਾਨੂੰ ਇੰਨੀ ਆਸ ਨਹੀਂ ਸੀ। ਸਾਨੂੰ ਇੱਕ ਹੀ ਐਂ ਲੱਗਦਾ ਸੀ, ਸਰਕਾਰ ਨੂੰ ਵੀ ਐਂ ਲੱਗਦਾ ਵੀ ਇਹਨਾਂ ਦਾ ਫੰਡਾਂ ਪੱਖੋਂ ਹੀ ਧੂਆ ਨਿਕਲ ਜੂਗਾ। ਹਾਂਜੀ, ਪਰ ਲੋਕਾਂ ਨੇ ਜਿੰਨਾ ਵੱਡਾ ਸਹਿਯੋਗ ਦਿੱਤਾ ਤੇ ਜਿੱਡਾ ਵੱਡਾ ਫੰਡਾਂ ਵਾਲੇ ਮਾਮਲੇ ਸਮਰਥਨ ਮਿਲਿਆ, ਇਹ ਕਮਾਲ ਦਾ ਹੈ। ਪਰ ਹਜੇ ਵੀ ਕੋਈ ਫੰਡਾਂ ਦੇ ਰੂਪ ਚ ਕੋਈ ਮਦਦ ਕਰ ਸਕਦਾ ਹੈ, ਕੋਈ ਇਸ ਤਰ੍ਹਾਂ ਦੇ ਕੋਈ ਆਪਦੇ ਜਿੱਥੇ ਬੈਠਾ ਇਹਦੇ ਪੱਖ ਚ ਜਾਣੀ ਆਹ ਨਾਰਾ ਮਾਰ ਸਕਦਾ ਜੀ ਘੋਲ ਦੇ ਪੱਖ ਦੇ ਵਿੱਚ। ਇਹੀ ਸੁਨੇਹਾ ਹੈ, ਕਿਉਂਕਿ ਬਾਹਰ ਬੈਠੇ ਸਰੋਤਿਆਂ ਦਾ ਵੀ ਜਿਨ੍ਹਾਂ ਦਾ ਇਸ ਮੁਲਕ ਦੇ ਨਾਲ ਹਿੱਤ ਜੁੜੇ ਹੋਏ, ਆਪਦੀ ਮਿੱਟੀ ਨਾਲ ਜੁੜੇ ਹੋਏ ਆ, ਉਹ ਇਹਦੇ ਘੋਲ ਦੇ ਪੱਖ ਚ ਕੀ ਕਰ ਸਕਦੇ ਆ ਕਰਨ। ਇਹੀ ਸੁਨੇਹਾ ਸਾਰਿਆਂ ਨੂੰ, ਇਹੀ ਘੋਲ ਨੂੰ ਮਤਲਬ ਵੱਲ ਬਖਸ਼ੂਗਾ, ਇਹੀ ਆਸ ਕਰਦੇ ਆ ਜ਼ਰੂਰ ਕਰਨਗੇ। ਹੁਣ ਤੱਕ ਦਾ ਜੇ 6 ਮਹੀਨਿਆਂ ਦਾ ਇਹ ਲੰਮਾ ਐਡਾ ਸਫ਼ਰ ਤੈਅ ਕੀਤਾ ਘੋਲ ਨੇ, ਤਾਂ ਇਹ ਸਾਰੇ ਸਾਥੀਆਂ ਦਾ ਬਾਹਰ ਲਿਆਂਦਲਿਆਂ ਦਾ ਸਹਿਯੋਗ ਕਰਕੇ ਹੀ ਹੈ। ਇਸ ਕਰਕੇ ਹੁਣ ਵੀ ਇਹ ਸਹਿਯੋਗ ਦੀ ਮੰਗ ਵੀ ਕਰਾਂਗੇ, ਸਾਨੂੰ ਆਸ ਵੀ ਹੈ ਵੀ ਕਿਸੇ ਗੱਲੋਂ ਨਹੀਂ ਘਾਟਾ ਆਉਣ ਦਿੰਦੇ ਇਸ ਗੱਲ ਦੇ ਵਿੱਚ। ਤੇ ਇਸੇ ਤੋਂ ਆਸ ਵੱਜਦੀ ਹੈ ਵੀ ਘੋਲ ਜਿੱਤਾਂਗੇ, ਇਹੀ ਸੁਨੇਹਾ ਉਹਨਾਂ ਨੂੰ। ਜਿੱਤ ਦੇ ਵਿੱਚ ਇਹਨਾਂ ਸਾਰੇ ਵੀਰਾਂ ਦਾ ਵੀ ਮਹੱਤਵ ਹੈ, ਇਹ ਮਹੱਤਵਪੂਰਨ ਆਪਦਾ ਰੋਲ ਨਿਭਾਉਣ, ਪਛਾਣਨ। ਜਿੰਨੇ ਜੋਕਰਾ ਕੋਈ ਹੈਗਾ, ਕੋਈ ਸੂਈ ਜੋਗਾ ਹੈ, ਕੋਈ ਸਲਾਈ ਜੋਗਰਾ, ਸਾਡੇ ਪੰਜਾਬੀ ਦੀ ਕਹਾਵਤ ਹੈ, ਪਾ ਸਕਦਾ ਯੋਗਦਾਨ ਪਾਵੇ। ਇਹੀ ਬੇਨਤੀ ਹੈ, ਇਹੀ ਸੁਨੇਹਾ ਸਾਰਿਆਂ ਨੂੰ ਜੀ। ਬਹੁਤ ਬਹੁਤ ਧੰਨਵਾਦ ਸਾਥੀ ਜੀ। ਬਿਲਕੁਲ ਅਸੀਂ ਵੀ ਆਪਣੇ ਮਾਧਿਅਮ ਤੋਂ ਹੀ ਤੁਹਾਡੇ ਵਾਲੀ ਬੇਨਤੀ ਕਰਦੇ ਹਾਂ, ਔਰ ਬਿਲਕੁਲ ਮੇਰਾ ਖਿਆਲ ਸਾਡੇ ਸੁਹਿਰਦ ਸਰੋਤੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ, ਕਿਸਾਨਾਂ ਦਾ, ਮਜ਼ਦੂਰਾਂ ਦਾ, ਕਿਰਤੀਆਂ ਦਾ ਭਲਾ ਚਾਹੁੰਦੇ ਨੇ, ਬਿਲਕੁਲ ਆਪਣਾ ਹਰ ਇੱਕ ਤਰੀਕੇ ਨਾਲ ਮਦਦ ਕਰਨਗੇ। ਸਾਥੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਤੇ ਆਉਣ ਲਈ, ਔਰ ਬਿਲਕੁਲ ਸੰਘਰਸ਼ ਜਿੰਦਾਬਾਦ ਔਰ ਜਿੱਤ ਜਲਦੀ ਲੋਕਾਂ ਨੇ। ਇਨਕਲਾਬ ਜਿੰਦਾਬਾਦ, ਇਨਕਲਾਬ ਰੇਡੀਓ ਜਿੰਦਾਬਾਦ, ਚੜ੍ਹਦੀ ਕਲਾ ਰਹੇ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ ਸਾਥੀ ਜੀ, ਧੰਨਵਾਦ ਜੀ। ਦੋਸਤੋ, ਇਹ ਸਨ ਸਾਥੀ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ। ਇੱਕ ਗੀਤ ਤੋਂ ਬਾਅਦ ਅਸੀਂ ਦੋਸਤੋ ਤੁਹਾਡੇ ਨਾਲ ਅਗਲਾ ਜਿਹੜਾ ਸਾਡਾ ਟੌਪਿਕ ਹੈ ਔਰ ਅਗਲੇ ਸਾਡੇ ਮਹਿਮਾਨ ਨੇ ਉਹਨਾਂ ਨਾਲ ਦੁਬਾਰਾ ਹਾਜ਼ਰ ਹੋ ਜਾਵਾਂਗੇ। ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇਹ ਸੰਘਰਸ਼, ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਨੇ। ਜਸਵੰਤ ਖੜਕੜ ਇਸੇ ਹੋਕੇ ਨੂੰ ਉੱਚਾ ਕਰਦਾ ਹੈ, ਤੇਜ਼ ਕਰ ਸੰਗਰਾਮ ਹਾਨੀਆਂ। ਤੇਜ਼ ਕਰ ਜ਼ਰਾ ਸੰਗਰਾਮ ਹਾਨੀਆਂ। ਸਮੇਂ ਦਾ ਪੈਗਾਮ ਹਾਨੀਆਂ।
ਪੈੜੀ ਸ਼ਾਮ ਹਾਣੀਆਂ ਉਹ ਕਿੱਥੋਂ ਛੜੀ ਅੱਜ ਪੈੜੀ ਸ਼ਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਅੱਲਾ ਤੁੰਦੀ ਗੋਲੀਆਂ ਇਹਨਾਂ ਨੇ ਮਾਰੀਆਂ ਮਾਰੇ ਕਈ ਵੀਰ ਅਹਿੰਸਾ ਪੁਜਾਰੀਆਂ ਅੱਲਾ ਤੁੰਦੀ ਗੋਲੀਆਂ ਇਹਨਾਂ ਨੇ ਮਾਰੀਆਂ ਮਾਰੇ ਕਈ ਵੀਰ ਅਹਿੰਸਾ ਪੁਜਾਰੀਆਂ। तमाम ਸਰੋਤਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ। ਤੋ ਦੋਸਤੋ ਸਾਡੇ ਅਗਲੇ ਜਿਹੜੇ ਬੁਲਾਰੇ ਨੇ ਉਹਨਾਂ ਨਾਲ ਅਸੀਂ ਅਗਲਾ ਟੌਪਿਕ ਸ਼ੁਰੂਆਤ ਕਰਨ ਤੋਂ ਪਹਿਲਾਂ ਸ਼ਾਇਦ ਜਿਹੜੀ ਸਾਡੇ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਚੱਲ ਰਹੀ ਸੀਗੀ ਉਹਦੇ ਤੇ ਥੋੜੀ ਡਿਸਕਸ਼ਨ ਕਰਕੇ ਫਿਰ ਅੱਗੇ ਚੱਲਦੇ ਹਾਂ। ਹਾਂਜੀ ਅਨੂ ਜੀ, ਪਹਿਲੀ ਗੱਲ ਤੇ ਮੈਂ ਜਿਹੜੀ ਕੱਲ ਦੀ ਰੈਲੀ ਆ ਭਾਰਤ ਦੇ ਵਿੱਚ ਜਿਹੜਾ ਕਾਲਾ ਦਿਵਸ ਮਨਾਉਣਾ ਜੀ, ਤੇ ਉਹ ਵੀ ਮੇਰਾ ਕਾਲਾ ਫੇਵਰਟ ਰੰਗ ਆ, ਪਰ ਮੈਂ ਤੇ ਅੱਜ ਹੀ ਸ਼ੁਰੂ ਕਰਤਾ ਕਾਲੀ ਪੱਗ ਬੰਨ ਕੇ। ਹਾਂਜੀ, ਤੇ ਮੇਰਾ ਕੁਦਰਤੀ ਸ਼ੇਰ ਨੇ ਵੀ ਕਾਲੇ ਕੱਪੜੇ ਪਾਏ ਆ। ਹਾਂਜੀ, ਚਲੋ ਤੁਹਾਡਾ ਵੀ ਰੰਗ ਲਾਲ ਸੰਘਰਸ਼ ਦਾ ਰੰਗ ਹੈ। ਹਾਂਜੀ ਹਾਂਜੀ। ਸੋ ਮੈਂ ਇੱਕ ਹੋਰ, ਕਿਉਂਕਿ ਜਿਹੜੀਆਂ ਬੜੀਆਂ ਇਮੋਸ਼ਨਲ ਜਿਹੜੀਆਂ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਖਾਸ ਕਰਕੇ ਦਿੱਲੀ ਮੋਰਚੇ ਦੀਆਂ, ਜਿਹੜਾ ਬਾਰਿਸ਼ ਤੂਫਾਨ ਦੇ ਨਾਲ ਜਿਹੜੀਆਂ ਉੱਥੇ ਜਗ੍ਹਾ ਜਿੱਥੇ ਰੁਕੇ ਹੋਏ ਨੇ ਅੰਦਰ ਪੂਰਾ ਪਾਣੀ ਭਰਿਆ ਹੋਇਆ ਆ ਔਰ ਕਿਸ ਤਰਾਸਦੀ ਵਿੱਚੋਂ ਲੰਘ ਰਹੇ ਨੇ, ਉਹਨਾਂ ਦੀ ਹਿੰਮਤ ਨੂੰ ਸਲਾਮ ਕਰਦੇ ਆ। ਔਰ ਉਸ ਸਟੇਜ ਤੋਂ ਉਹਨਾਂ ਦਾ ਸਾਊਂਡ ਸਿਸਟਮ ਵੀ ਅਨੂ ਜੀ ਬੰਦ ਹੋ ਗਿਆ ਤੇ ਮੈਂ ਸੋਚਦਾ ਵੀ ਕਾਸ਼ ਮੈਂ ਉੱਥੇ ਹੁੰਦਾ। ਇੱਕ ਗੱਲ ਦੀ ਗਾਰੰਟੀ ਆ, ਸਾਊਂਡ ਸਿਸਟਮ ਨਹੀਂ ਬੰਦ ਹੋਣ ਦਿੰਦਾ ਸੀ। ਬਾਕੀ ਵਾਟਰਪ੍ਰੂਫ ਕਾਫੀ ਕੁਝ ਬਣਾ ਕੇ ਰੱਖਿਆ ਹੋਇਆ ਇੱਥੇ ਵੀ ਅਸੀਂ ਰੱਖਿਆ ਹੋਇਆ ਬਣਾ ਕੇ। ਸੋ ਕੋਈ ਨਹੀਂ, ਇਹ ਕੋਵਿਡ ਦਾ ਇਹ ਹਮੇਸ਼ਾ ਨਹੀਂ ਰਹਿਣਾ। ਸੋ ਇਹ ਸੰਘਰਸ਼ ਵੀ ਖਤਮ ਨਹੀਂ ਹੋਣੇ, ਇਹ ਅੱਜ ਤੱਕ ਚੱਲਣਗੇ ਲੰਬੇ ਸੰਘਰਸ਼। ਅਨਫੋਰਚੂਨੇਟਲੀ ਸੰਘਰਸ਼ ਵੀ ਖਤਮ ਨਹੀਂ ਹੋਣੇ। ਹਾਂਜੀ। ਸੋ ਇਹਦੇ ਵਿੱਚ ਅਨੂ ਜੀ ਜਿਹੜੀ ਮੈਂ ਪਹਿਲਾਂ ਗੱਲ ਕਰਦੇ ਸੀਗੇ, ਇਹ ਜ਼ਰੂਰੀ ਆ ਜੀ ਟੌਪਿਕ ਇਹ, ਕਿਉਂਕਿ ਅਸੀਂ ਆਪਣੇ ਤੌਰ ਤੇ ਟਿੱਪਣੀ ਇੱਥੇ ਕਰਨਾ ਚਾਹਾਂਗੇ। ਜਿਹੜੀ ਮੈਂ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਇਹ ਦੀਪ ਸਿੱਧੂ ਐਂਡ ਪਾਰਟੀ ਹੁਣ ਪੰਜਾਬ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਯੂਨੀਅਨ ਕਿਸਾਨ ਵਿਰੋਧੀ ਜਿਹੜੀਆਂ ਯੂਨੀਅਨ ਦੇ ਖਿਲਾਫ ਬਹੁਤ ਕੂੜ ਪ੍ਰਚਾਰ ਜਿਹੜਾ ਉਹ ਕਰ ਰਿਹਾ ਹੈ। ਉਹੀ ਜਿਹੜਾ ਪ੍ਰਵਚਨ ਬਾਰ-ਬਾਰ, ਇਹਨਾਂ ਨੂੰ ਸਟ੍ਰੈਟੇਜੀ ਨਹੀਂ ਪਤਾ, ਇਹਨਾਂ ਨੂੰ ਮਤਲਬ ਜੋ ਵੀ ਗਲਤ ਕਿਹਾ ਜਾ ਸਕਦਾ ਹੈ ਵੀ ਜਿਹੜਾ ਸੰਘਰਸ਼ ਸੀਗਾ ਉਹ ਤੇ 26 ਤੱਕ ਹੀ ਸੀਗਾ। ਉਸ ਤੋਂ ਬਾਅਦ ਆਹ ਜਿਹੜੀ ਇਹਦੀ ਟਿੱਪਣੀ ਹੈ ਇਹ ਤੇ ਮਤਲਬ ਬਿਲਕੁਲ ਜੇ ਕਿਸੇ ਨੂੰ ਸਮਝ ਨਹੀਂ ਆ ਰਹੀ, ਉਹ ਕਹਿੰਦਾ ਵੀ ਜਿਹੜਾ ਹਰ ਇੱਕ ਜਿਹੜਾ ਸੰਕਲਪ ਆ ਤੇ ਤਰਕੀਬਾਂ ਜਿਹੜੀਆਂ ਹੁਣ ਤੱਕ ਲਾਈਆਂ ਉਹਨਾਂ ਦਾ ਇੱਕ ਟਾਈਮ ਸੀਗਾ, ਉਹ ਟਾਈਮ ਨਿਕਲ ਚੁੱਕਿਆ। ਸੋ ਇਹ ਜਿਹੜੇ ਹੁਣ ਬੰਦੇ ਉੱਥੋਂ ਇਕੱਠੇ ਕਰਕੇ ਲੈ ਕੇ, ਕਿਉਂਕਿ ਅਨੂ ਜਿਹੜਾ ਆਪਾਂ ਉਹ ਗੱਲਬਾਤ 'ਚ ਪਹਿਲਾਂ ਭੁੱਲ ਗਏ ਸਾਥੀ ਜੀ ਵੀ ਦੱਸਣਾ ਕਿ 23 ਤਰੀਕ ਯਾਨੀ ਬੀਤੇ ਕੱਲ ਨੂੰ ਜਿਹੜੇ ਪੰਜਾਬ ਚੋਂ 26 ਵਾਸਤੇ ਰੋਸ ਮਾਰਚ ਦੇ ਵਾਸਤੇ ਖਾਸ ਕਰਕੇ ਗੁਰਾਹਾਂ ਹੋਰ ਵੀ ਜਥੇਬੰਦੀਆਂ ਤੋਂ ਜਿਹੜੇ 5-6 ਹਜ਼ਾਰ ਉੱਥੇ ਆਪਣੇ ਗਏ ਨੇ, ਬੰਦੇ ਗਏ ਨੇ, ਸਾਥੀ ਗਏ ਨੇ। ਔਰ ਇਹ ਫੈਸਲਾ ਕੀਤਾ ਕਿ ਹਰ ਐਤਵਾਰ ਨੂੰ ਇੱਕ ਨਵਾਂ ਜੱਥਾ ਜਾਇਆ ਕਰੂਗਾ ਹਜ਼ਾਰਾਂ ਦੇ ਹਿਸਾਬ ਨਾਲ ਤੇ ਇੱਕ ਵਾਪਸ ਆਇਆ ਕਰੂਗਾ। ਔਰ ਅਨੂ ਜੀ ਜ਼ਿੰਮੇਵਾਰੀ ਵੇਖੋ, ਦਿੱਲੀ ਸੰਘਰਸ਼ ਚੱਲਦਾ ਪਿਆ, ਉੱਥੇ ਮੀਂਹ ਪਾਣੀ ਸਾਰਾ ਕੁਝ ਵੇਖ ਲਓ ਕਿਸ ਤਰੀਕੇ ਦਾ ਉੱਥੇ ਮਾਹੌਲ ਵਾ। ਔਰ ਉਸ ਤੋਂ ਬਾਅਦ ਪੰਜਾਬ 'ਚ ਫਿਰ ਮੁੜ ਕੇ 28, 29 ਤੇ 30 ਨੂੰ ਜਿਹੜਾ ਇਹਨਾਂ ਨੇ ਪਟਿਆਲਾ ਘੇਰਨਾ, ਉਹ ਵੀ ਜੇ ਕੋਈ ਉਹਨਾਂ ਦੀ ਮੰਗਾਂ ਨਾ ਮੰਨੀਆਂ ਉਹ ਵੀ ਅਣਮਿੱਥੇ ਸਮੇਂ ਲਈ ਹੈ। ਔਰ ਉਹ ਵੀ ਕੋਵਿਡ ਦੇ ਦੌਰਾਨ ਇਹ ਆਪਣੇ ਸਾਥੀ ਕਰ ਰਹੇ ਨੇ। ਲੌਜਿਸਟਿਕਲ ਚੈਲੰਜ ਹੈ ਬਹੁਤ ਵੱਡਾ। ਅਸੀਂ ਇੱਥੇ ਕਾਫੀ ਮਾਈਕਰੋ ਲੈਵਲ ਤੇ ਕੰਮ ਕਰਦੇ ਹਾਂ, ਸੋ ਸਾਨੂੰ ਕਈ ਵਾਰੀ ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਸੋ ਇਹ ਤੇ ਬਹੁਤ ਵੱਡੇ ਲੈਵਲ ਤੇ ਹੈ ਇਹਨਾਂ ਦਾ ਸੰਘਰਸ਼। ਬਿਲਕੁਲ ਜੀ, ਬਿਲਕੁਲ। ਔਰ ਦੂਸਰੇ ਤਰਫ ਇਹ ਜਿਹੜਾ ਕੂੜ ਪ੍ਰਚਾਰ ਲੋਕਾਂ ਦੇ ਵਿੱਚ ਕਰ ਰਿਹਾ ਹੈ ਕਿ ਇਹ ਜਿਹੜਾ ਇਕੱਠੇ ਕਰਕੇ ਲੈ ਕੇ ਜਾਂਦੇ ਨੇ, ਸੋ ਉਹਦੇ ਆਪਣਾ ਹੀ ਜਿਹੜਾ ਲੌਜਿਕ ਹੈ ਦੀਪ ਸਿੱਧੂ ਦਾ, ਜੇ ਫॉर ਅ ਮਿੰਟ ਵਰਤਿਆ ਜਾਵੇ ਕਿ ਹਰ ਇੱਕ ਜਿਹੜਾ ਕੋਈ ਆਈਡੀਆ ਆ ਉਹਦਾ ਕੋਈ ਸ਼ੈਲਫ ਲਾਈਫ ਹੁੰਦੀ ਹੈ। ਸੋ ਇਹ ਜਿਹੜਾ ਆਈਡੀਆ ਲੈ ਕੇ ਤੁਰਿਆ ਹੋਇਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਕੁਛ ਨਹੀਂ ਪਤਾ, ਆਗੂਆਂ ਨੂੰ ਕੁਛ ਨਹੀਂ ਪਤਾ, ਉਹਦੀ ਵੀ ਫਿਰ ਕੋਈ ਸ਼ੈਲਫ ਲਾਈਫ ਹੋਊਗੀ ਨਾ, ਉਹਦੇ ਲੌਜਿਕ ਮੁਤਾਬਕ ਮੇਰੇ ਹਿਸਾਬ ਬੜਾ ਵੱਡਾ ਕੋਈ ਸੀਕ੍ਰੇਟ ਹੈ ਜਿਹੜਾ ਮਤਲਬ ਉਹ ਵੀ ਮਤਲਬ ਕਿ ਉਹਨੂੰ ਹੁਣ ਛੱਡ ਦੇਣੀ ਚਾਹੀਦੀ ਹੈ ਗੱਲ, ਕਿ ਉਹ ਖਤਮ ਆ ਗੱਲ, ਕਿਉਂਕਿ ਉਹਦੀ ਲਾਈਫ ਸੀਗੀ, ਉਹਦਾ ਜਿਹੜਾ ਇਹ ਪ੍ਰਚਾਰ ਕਰ ਰਿਹਾ ਕਿ ਇਹਨਾਂ ਨੂੰ ਕਿਸਾਨ ਆਗੂਆਂ ਨੂੰ ਕੁਛ ਨਹੀਂ ਪਤਾ, ਸੋ ਹੀ ਸ਼ੁੱਡ ਗਿਵ ਇਟ ਅਪ ਨਾਓ। ਇਹ ਪਿਛਲੇ 26 ਜਨਵਰੀ ਤੋਂ ਬਾਅਦ ਜਦੋਂ ਇਹਨਾਂ ਦੀਆਂ ਕਾਰਨਾਮਿਆਂ ਕਰਕੇ ਸੰਘਰਸ਼ ਡਾਊਨ ਹਿੱਲ ਗਿਆ ਆ, ਉਦੋਂ ਇੱਕ ਤੇ ਟਕੈਤ ਦਾ ਰੋਣਾ ਉਹਨੇ ਮੁੜ ਕੇ ਸੰਘਰਸ਼ ਨੂੰ ਕਾਇਮ ਕੀਤਾ। ਉਸ ਤੋਂ ਬਾਅਦ ਫਿਰ ਸਾਥੀਆਂ ਨੇ ਪੰਜਾਬ ਜਾ ਕੇ ਮੁੜ ਕੇ ਜਥੇਬੰਦ ਕਰਨਾ ਸ਼ੁਰੂ ਕੀਤਾ। ਔਰ ਉਦੋਂ ਇਹ ਸਾਰੇ ਇਹ ਬਕਵਾਸ ਕਰਦੇ ਸੀਗੇ ਕਿ
ਇਹ ਛੱਡ ਕੇ ਚਲ ਗਏ ਆ, ਇਹ ਪੰਜਾਬ ਕਿਉਂ ਚਲ ਗਿਆ, ਤੇ ਹੁਣ ਤੂੰ ਕੀ ਪੰਜਾਬ ਕਰਦਾ ਪਿਆ? ਜਿਹੜੀ ਬੰਗਾਲ ਵਿੱਚ ਬੁਰੀ ਤਰ੍ਹਾਂ ਬੀਜੇਪੀ ਹਾਰੀ ਹੈ, ਉਹਦਾ ਵੀ ਯੋਗਦਾਨ ਹੈ ਉਸ ਚੀਜ਼ ਦਾ ਵੀ, ਕਿਉਂਕਿ ਆਪਣੇ ਕਿਸਾਨ ਸਾਥੀਆਂ ਨੇ ਉੱਥੇ ਜਾ ਕੇ ਵੀ ਗੱਲ ਕੀਤੀ ਹੈ, ਬੰਗਾਲ ਵਿੱਚ ਜਾ ਕੇ ਵੀ, ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਅਗਰ ਅਸੀਂ ਭਲਾ ਚਾਹੁੰਦੇ ਹਾਂ ਕਿਸਾਨਾਂ ਦਾ ਔਰ ਬਾਕੀ ਸਾਰਿਆਂ ਦਾ। ਔਰ ਅਨੂ ਜੀ ਬਿਲਕੁਲ ਬਿਲਕੁਲ, ਔਰ ਮੈਂ ਆਪਣੇ ਸਰੋਤਿਆਂ ਨੂੰ ਆਗਾਹ ਕਰਨਾ ਚਾਹੂੰਗਾ ਕਿ ਮਿੱਤਰੋ, ਫਿਰ ਮੁੜ ਕੇ ਜਿਵੇਂ ਸਾਥੀ ਜੀ ਕਹਿ ਗਏ ਨੇ, ਇਹ ਧਰਮ ਨੂੰ ਇਹ ਬੰਦਾ ਵਰਤ ਰਿਹਾ ਹੈ, ਇਹਦਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨੂੰ ਸਵਾਲ ਪੁੱਛਿਆ ਆਪਣੇ ਸ਼ੇਰ ਭਈ ਤੂੰ ਮਤਲਬ ਸਿੱਖਾਂ ਦੀ ਤਰਜਮਾਨੀ ਨਹੀਂ ਕਰਦਾ, ਕਿਉਂਕਿ ਉਹ ਹੋਂਦ ਉਹੀ ਹੈ ਨਾ ਬਾਰ-ਬਾਰ ਗੱਲ, ਭਈ ਤੂੰ ਬਾਲ ਕਿਉਂ ਨਹੀਂ ਰੱਖਦਾ? ਉਹ ਕਹਿੰਦਾ ਵੀ ਮੇਰਾ ਫਿਰ ਨਾਲ ਐਕਟਰ ਦਾ ਵੀ ਕੰਮ ਹੈ ਨਾ। ਸੋ ਉਹ ਕਹਿੰਦਾ ਵੀ ਜਦੋਂ ਫਿਰ ਅਕਾਲ ਪੁਰਖ ਦਾ ਜਦੋਂ ਹੁਕਮ ਹੋਊਗਾ ਫਿਰ ਉਦੋਂ ਪਰ ਮੈਂ ਉਹ ਵੀ ਕੰਮ ਨਾਲ ਕਰਨਾ। ਮਤਲਬ ਸਿਰਫ ਤੇ ਸਿਰਫ ਇੱਕ ਬੀਜੇਪੀ ਦਾ ਇੱਕ ਪਾਲਿਆ ਹੋਇਆ ਹਨਾ, ਉਹ ਜਿਹੜੇ ਆਮ ਸਾਡੇ ਪੇਂਡੂ ਲੋਕ ਨੇ, ਜਿਹੜਾ ਸਿੱਖ ਧਰਮ ਦੇ ਵਿੱਚ ਅਕੀਦਾ ਰੱਖਦੇ ਨੇ, ਅਪਣਾਏ ਹੋਏ ਨੇ, ਉਹਨਾਂ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਉਹ ਵਰਤ ਰਿਹਾ ਔਰ ਬਹੁਤ ਗਲਤ ਤਰੀਕੇ ਨਾਲ ਵਰਤ ਰਿਹਾ ਹੈ। ਆਪਾਂ ਨੂੰ ਬਿਲਕੁਲ ਇਹੋ ਜਿਹੇ ਲੋਕਾਂ ਤੋਂ ਅਗਾਹ ਕਰਨਾ ਚਾਹੀਦਾ। ਉਹ ਜਿਹੜਾ ਮਸਲਾ ਹੈ ਉਹ ਕਿਸਾਨੀ ਬਿੱਲਾਂ ਦਾ ਆ, ਉਹਦੇ 'ਚ ਧਰਮ ਦਾ ਤੇ ਕੋਈ ਬਣਦੀ ਹੋਈ ਨਹੀਂ ਗੱਲ ਕਿਸੇ ਪਾਸਿਓਂ। ਸੋ ਕਿਸਾਨ ਵਿਰੋਧੀ ਜਿਹੜੇ ਬਿੱਲ ਨੇ, ਉਹ ਕਹਿੰਦਾ ਹੈ ਬੇਸਿਕਲੀ ਉਹ ਇਹ ਕਹਿ ਰਿਹਾ ਹੈ ਕਿ ਜਿਹੜਾ ਇਹ ਸਟੇਟ ਸਬਜੈਕਟ ਆ, ਮਤਲਬ ਕਿ ਇਹ ਰਾਜਾਂ ਦੇ ਅਧਿਕਾਰ ਹੋਣੇ ਚਾਹੀਦੇ ਵੀ ਆਪਣੇ ਫੈਸਲੇ ਆਪ ਕਰਨ। ਬਿਲਕੁਲ ਸਹੀ ਹੈ। ਔਰ ਉਹ ਐਗਰੀਕਲਚਰ ਵੈਸੇ ਵੀ ਆਪਣੇ ਕਿਸਾਨ ਆਗੂ ਇਹੋ ਦੱਸਦੇ ਨੇ ਕਿ ਐਗਰੀਕਲਚਰ ਜਿਹੜਾ ਉਹ ਰਾਜਾਂ ਦੇ ਕੰਟਰੋਲ 'ਚ ਹੈ, ਉਹ ਸੈਂਟਰ ਗਵਰਨਮੈਂਟ ਦਾ ਉਹਦੇ ਤੇ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਹ ਕਾਨੂੰਨ ਕਰ ਰਹੇ ਨੇ। ਐਨੀਵੇ ਸੋ ਕਹਿ ਰਿਹਾ ਕਿ ਪਹਿਲਾਂ ਅਸੀਂ ਜਿਹੜਾ ਰਾਜ ਆ ਉਹ ਆਪਣੇ ਹੇਠਾਂ ਕਰਾਂਗੇ ਤੇ ਫਿਰ ਸਾਡੇ ਤੇ ਇਹ ਕਾਨੂੰਨ ਲਾਗੂ ਨਹੀਂ ਹੋਣਗੇ। ਇਸ ਕਰਕੇ ਇਹ ਕਾਨੂੰਨਾਂ ਨੂੰ ਬਿੱਲ ਰੱਦ ਕਰਾਉਣ ਦਾ ਕੋਈ ਮਤਲਬ ਨਹੀਂ ਬਣਦਾ। ਸੋ ਹਰ ਇੱਕ ਗੱਲ ਦੇ ਵਿੱਚੋਂ ਜੇ ਆਪਾਂ ਸੋਚੀਏ ਤਾਂ ਉਹਦਾ ਇਹੀ ਲੌਜਿਕ ਨਿਕਲਦਾ ਵੀ ਇਹ ਸੰਘਰਸ਼ ਦਾ ਕੋਈ ਬੜਾ ਮਤਲਬ ਨਹੀਂ ਹੈਗਾ, ਇਹਨੂੰ ਠੱਪ ਕਰਕੇ ਤੁਸੀਂ ਆਪਣਾ ਵਾਪਸ ਆ ਜਾਓ। ਇਹਦਾ ਕੋਈ ਮਤਲਬ ਸਾਨੂੰ ਜਦੋਂ ਵੱਧ ਅਧਿਕਾਰ ਮਿਲ ਜਾਣਗੇ ਸਾਡੇ ਰਾਜ ਨੂੰ, ਜਾਂ ਉਹ ਕਿਵੇਂ ਖਾਲਿਸਤਾਨ ਦੀ ਗੱਲ ਕਰਦਾ ਉਹ ਬਣ ਜਾਊਗਾ, ਫਿਰ ਸਾਡਾ ਆਪਣਾ ਰਾਜ ਹੋਊਗਾ ਤੇ ਫਿਰ ਸਾਨੂੰ ਸੈਂਟਰ ਨਾਲ ਲੜਨ ਦੀ ਲੋੜ ਨਹੀਂ ਗੀ, ਫਿਰ ਇਹਨਾਂ ਦੇ ਬਿੱਲਾਂ ਦਾ ਕੋਈ ਮਤਲਬ ਨਹੀਂ ਚਾਹੀਦਾ। ਇਸ ਪਾਸੇ ਲੋਕਾਂ ਨੂੰ ਉਹ ਗੁੰਮਰਾਹ ਜਿਹੜਾ ਕਰ ਰਿਹਾ ਔਰ ਸੰਘਰਸ਼ ਨੂੰ ਉਤੋਂ ਧਿਆਨ ਹਟਾਉਣ ਵਾਸਤੇ ਬਾਰ-ਬਾਰ ਉਹ ਇਹ ਗੱਲ ਜਿਹੜੀ ਆ ਉਹ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਔਰ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਉਹ ਜਿਹੜਾ ਉਹ ਗੁੰਮਰਾਹ ਕਰ ਰਿਹਾ, ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ। ਫਿਰ ਤੇ ਇਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਜਾਣਾ ਚਾਹੀਦਾ। ਨਹੀਂ ਜੀ, ਉਹ ਇੱਕ ਨਵੀਂ ਪਾਰਟੀ ਖੜੀ ਕੀਤੀ ਹੈ। ਠੀਕ ਹੈ। ਉਹ ਡੇਵਿਡ ਬਾਜ ਇਹਨਾਂ ਦਾ ਪੋਤਾ, ਸੋ ਉਹਦੇ ਵਿੱਚ ਇਹਨੂੰ ਵੀ ਪੁੱਛਿਆ ਗਿਆ ਸੀਗਾ ਤੇ ਇਹਦੀ ਸ਼ਰਤ ਇਹ ਸੀਗੀ ਵੀ ਭਾਈ ਤੂੰ ਵਾਲ ਰੱਖ ਲਾ। ਉਹ ਕਹਿੰਦਾ ਵੀ ਮੈਂ ਐਕਟਰ, ਮੇਰਾ ਕੰਮ ਹੈ। ਉਹ ਕਹਿੰਦੇ ਵੀ ਤੂੰ ਨਹੀਂ। ਬਾਕੀ ਜਿਹੜਾ ਮਾਨ ਵਾਲਾ ਕੀ ਹੈਗਾ ਜੀ, ਉਹ ਸਿਮਰਨਜੀਤ ਨਹੀਂ, ਅਕਾਲੀ ਦਲ ਅੰਮ੍ਰਿਤਸਰ ਤੇ ਇੱਕ ਕੋਈ ਹੋਰ ਆ ਜਥੇਬੰਦੀ, ਉਹ ਦੋਵਾਂ ਨੂੰ ਛੱਡ ਕੇ ਬਾਕੀਆਂ ਨੇ ਹੁਣ ਇੱਕ ਵੱਖਰੀ ਪਾਰਟੀ ਬਣਾ ਲਈ ਹੈ। ਸੋ ਇਹਨੂੰ ਵਿੱਚ ਜਿੰਨੇ ਖਹਿਰੇ ਖੂਰੇ ਹੋਣੀ, ਸੋ ਇਹ ਸਾਰਾ ਇਕੱਠਾ ਕੀ ਹੁਣ ਇਹਨਾਂ ਦੇ ਵਾਸਤੇ ਕਹਾਂ ਮੈਂ। ਚਲੋ ਐਨੀਵੇ ਅਸੀਂ ਆਪਣਾ ਹੋਰ ਸਮਾਂ ਬਰਬਾਦ ਨਾ ਕਰੀਏ। ਹਾਂਜੀ, ਤੋ ਅਗਲਾ ਜਿਹੜਾ ਅੱਜ ਦਾ ਸਾਡਾ ਵਿਸ਼ਾ ਉਹ ਮਾਈਗ੍ਰੈਂਟਸ, ਇੱਥੇ ਔਨਸ਼ੋਰ ਆਫਸ਼ੋਰ ਦੋਨੋਂ ਜਿਹੜੇ ਸਾਡੇ ਮਾਈਗ੍ਰੈਂਟਸ ਦੀਆਂ ਕੈਟੇਗਰੀਜ਼ ਨੇ ਉਹ ਕਿਸ ਤਰ੍ਹਾਂ ਸਫ਼ਰ ਕਰ ਰਹੀਆਂ ਨੇ। 1 ਸਾਲ ਤੋਂ ਵੱਧ ਹੋ ਗਿਆ, ਕਾਫੀ ਲੋਕ ਹਲੇ ਵੀ ਸਟਕ ਨੇ ਬਾਹਰ। ਤੋ ਇਸ ਸਿਲਸਿਲੇ 'ਚ ਸਾਡੇ ਨਾਲ ਅੱਜ ਸਟੂਡੀਓ 'ਚ ਮਹਿਮਾਨ ਨੇ ਸ਼ੇਰ ਸਿੰਘ, ਜਿਹੜੇ ਕਿ ਮਾਈਗ੍ਰੈਂਟ ਰਾਈਟਸ ਨੈਟਵਰਕ ਨਿਊਜ਼ੀਲੈਂਡ ਤੋਂ ਨੇ। ਤੁਹਾਡਾ ਸਵਾਗਤ ਹੈ ਸ਼ੇਰ ਅੱਜ ਦੇ ਰੇਡੀਓ ਪ੍ਰੋਗਰਾਮ ਵਿੱਚ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਸੰਘਰਸ਼ ਕਾਫੀ ਟਾਈਮ ਤੋਂ ਅਸੀਂ ਲੜਦੇ ਆ ਰਹੇ ਹਾਂ ਔਰ ਸੋਚਿਆ ਜਾਵੇ ਤਾਂ ਬਹੁਤ ਜਿੰਨੇ ਵੀ ਔਨਸ਼ੋਰ ਮਾਈਗ੍ਰੈਂਟਸ ਹੁਣ ਸਫ਼ਰ ਕਰਨਾ ਹੈ, ਉਦੋਂ ਪਹਿਲਾਂ ਜਿਹੜੇ ਆਫਸ਼ੋਰ 'ਤੇ ਆਈਏ। ਹੁਣ ਤਾਂ ਇੱਥੇ ਤੱਕ ਗੱਲ ਆ ਗਈ ਹੈ ਕਿ ਤੁਸੀਂ ਵੀ ਉਸ ਉਹ ਗਰੁੱਪ ਦੇ ਵਿੱਚ ਪਾਰਟ ਹੈ ਜਿੱਥੇ ਇੱਕ ਵੀਰ ਨੇ ਕਹਿ ਦਿੱਤਾ ਕਿ ਮੈਂ ਤਾਂ ਇੰਨਾ ਅੱਕ ਗਿਆ ਕਿ ਮੈਂ ਐਮਬੈਸੀ ਦੇ ਮੋਹਰੇ ਜਾ ਕੇ ਖੁਦ ਨੂੰ ਆਪਣੇ ਆਪ ਨੂੰ ਅੱਗ ਲਾਉਣ ਨੂੰ ਤਿਆਰ ਹਾਂ। ਲੈਟਸ ਹੋਪ ਕਿਸੇ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਪਰ ਇਹਦੇ ਤੋਂ ਇਹ ਕਲੀਅਰ ਹੈ ਕਿ ਲੋਕ ਇੰਨੇ ਜ਼ਿਆਦਾ ਥੱਕ ਗਏ, ਅੱਕ ਗਏ ਆ, ਫਰਸਟ੍ਰੇਟ ਹੋ ਗਏ। ਅਸੀਂ ਤਾਂ ਮੈਂ ਤਾਂ ਖੁਦ ਹਮੇਸ਼ਾ ਰਾਤ ਨੂੰ ਅਰਦਾਸ ਕਰਕੇ ਇਹੀ ਸੁਣਦਾ ਕਿ ਬਈ ਉਹਨਾਂ ਦਾ ਜਿਹੜਾ ਜਿਗਰਾ ਆ ਉਹ ਵਾਹਿਗੁਰੂ ਉਹਨਾਂ ਬਣਾਈ ਰੱਖੇ ਔਰ ਅਸੀਂ ਤਾਂ ਇੱਧਰੋਂ ਸੰਘਰਸ਼ ਅਸੀਂ ਆਪਣਾ ਲੜ ਰਹੇ ਹਾਂ। ਪਰ ਪੋਜ਼ਿਟਿਵਿਟੀ ਵੀ ਸੋਚੀ ਜਾਵੇ ਕਿ ਜਿਹੜੀ ਮਿਹਨਤ ਇੰਨੇ ਟਾਈਮ ਤੋਂ ਅਸੀਂ ਕਰਦੇ ਆਏ ਆ, ਜਿਹੜੇ ਹੋਰ ਵੀ ਆਰਗੇਨਾਈਜੇਸ਼ਨਸ ਕਰਦੇ ਆ, ਉਹ ਮਿਹਨਤ
ਥੋੜਾ ਜਿਹਾ ਫਲ ਲੈ ਕੇ ਆ ਰਹੀ ਆ। ਹਾਂ ਥੋੜੇ ਜਿਹੜੀ ਅੱਜ ਦੀ ਸਵੇਰ ਜਿਹੜੀ ਸਟੇਟਮੈਂਟ ਜਸਵਿੰਦਰ ਹਾਂਜੀ ਪ੍ਰਾਈਮ ਮਿਨਿਸਟਰ ਦੀ ਮੈਨੇ ਰੱਖਦੀ ਆ ਉਹਨੇ ਖੁਦ ਹੀ ਕਹਿਤਾ ਕਹਿੰਦੀ ਦਿਸ ਇਜ਼ ਯੋਰ ਹੋਮ ਹਨਾ। ਸੋ ਉਹਦੇ ਉੱਤੇ ਮੈਂ ਤਾਂ ਸਿੱਧਾ ਅਸੀਂ ਤਾਂ ਮੇਰੇ ਤਾਂ ਇੱਕੋ ਹੀ ਕੁਐਸਚਨ ਹੈ, ਜੇ ਹੁਣ ਮੇਰਾ ਘਰ ਆ, ਜੇ ਹੁਣ ਮੈਨੂੰ ਕੋਈ ਕਹਿ ਰਿਹਾ ਕਿ ਇਹ ਮੇਰਾ ਘਰ ਆ ਤਾਂ ਮੈਨੂੰ ਘਰ ਦੇ ਅੰਦਰ ਬਾੜਿਆ ਕਿਉਂ ਨਹੀਂ ਜਾ ਰਿਹਾ? ਮੈਨੂੰ ਵਜ੍ਹਾ ਦੱਸੋ, ਤੁਸੀਂ ਮੈਨੂੰ ਅੰਦਰ ਕਿਉਂ ਨਹੀਂ ਆਉਣ ਦੇ ਰਹੇ? ਹਨਾ ਸਾਨੂੰ ਉਹ ਰਸਤਾ ਪ੍ਰੋਵਾਈਡ ਕੀਤਾ ਜਾਵੇ ਕਿ ਅਸੀਂ ਆਪਣੇ ਘਰ ਨੂੰ ਪ੍ਰੋਪਰਲੀ ਆਪਣਾ ਕਹਿ ਸਕੀਏ। ਸੋ ਉਹ ਪਾਥਵੇਜ਼ ਟੂ ਰੈਜ਼ੀਡੈਂਸੀ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ। ਹਾਂਜੀ, ਨਾਲੇ ਗੱਲ ਇਹ ਵੀ ਹੈ ਨਾ ਕਿ ਆਪਣੇ ਉਹ ਇੱਕ ਅਫਵਾਹ ਵੀ ਬਹੁਤ ਗਲਤ ਉਡਾ ਦਿੰਦੇ ਆਪਣੇ ਹੀ ਬੰਦੇ, ਕਿਉਂਕਿ ਕਹਿੰਦੇ ਕਿ ਅਸੀਂ ਬਾਰਡਰ, ਤੁਸੀਂ ਮੰਗਦੇ ਕਿ ਬਾਰਡਰ ਖੋਲ ਦੋ। ਨਹੀਂ ਜੀ, ਇਹ ਲੋਕਾਂ ਦੀ ਨਹੀਂ ਸ਼ੇਰ ਸਿੰਘ, ਇਹ ਸਰਕਾਰ ਦੀ ਚਾਲ ਸੀਗੀ, ਕਿਉਂਕਿ ਜਦੋਂ ਵੈਲਿੰਗਟਨ ਦੇ ਵਿੱਚ ਉਹ ਰੈਲੀ ਹੋਈ ਹੈ ਡਾਇਵਰਟ ਕਰਨ ਵਾਸਤੇ, ਕਿਉਂਕਿ ਇਹੋ ਜਿਹੀ ਤੇ ਕੋਈ ਮੰਗ ਹੀ ਨਹੀਂ ਸੀ, ਕਦੀ ਵੀ ਨਹੀਂ ਹੋਈ ਇਹ ਕਦੀ ਵੀ ਨਹੀਂ ਅਸੀਂ ਮੰਗ ਕੀਤੀ ਹੈਗੀ ਕਿ ਉਹ ਬਾਰਡਰ ਖੋਲੋ। ਹਾਂਜੀ ਹਨਾ, ਸੋ ਉਹ ਲੋਕਾਂ ਦਾ ਧਿਆਨ, ਉਹ ਬੜੀ ਇੱਕ ਅਜੀਬੋ ਗਰੀਬ ਜੀ ਸਟੇਟਮੈਂਟ ਸੀਗੀ ਵੀ ਇਹ ਲੋਕ ਕਹਿ ਰਹੇ ਨੇ ਵੀ ਬਾਰਡਰ ਖੋਲੋ, ਜਦ ਕਿ ਇੱਕ ਸੈਕਿੰਡ ਮਾਇਆ। ਹਾਂਜੀ ਹਾਂ, ਅਸੀਂ ਕਦੀ ਵੀ ਇਹ ਡਿਮਾਂਡ ਨਹੀਂ ਰੱਖੀ ਕਿ ਬਾਰਡਰ ਖੋਲਿਆ ਜਾਵੇ। ਹਾਂ ਬਿਲਕੁਲ ਸਹੀ ਗੱਲ ਹੈ, ਤੁਸੀਂ ਆਪਣੀ ਗੱਲ ਕੰਟੀਨਿਊ। ਪਹਿਲਾਂ ਵੀ ਥੋੜੇ ਦਿਨ ਪਹਿਲਾਂ ਪ੍ਰੋਟੈਸਟ ਤੋਂ, ਵੈਲਿੰਗਟਨ ਦੀ ਪ੍ਰੋਟੈਸਟ ਤੋਂ ਵੀ ਪਹਿਲਾਂ ਵੀ ਇਹ ਕਮੈਂਟਸ ਦੇ ਵਿੱਚ ਕਾਫੀ ਲੋਕਾਂ ਨੇ ਕਿਹਾ ਆ, ਬਟ ਉਹੀ ਹੈ ਨਾ ਗੱਲ, ਐਟ ਦੀ ਐਂਡ ਆਫ ਦ ਡੇ ਸਾਡੀ ਮੰਗ ਇਹੀ ਸੀਗੀ ਫਰੋਮ ਡੇ 1। ਜੇ ਤੁਸੀਂ ਆਪਣੀ ਜਦੋਂ ਲੋਕਡਾਊਨ ਤੋਂ ਪਹਿਲਾਂ ਜਿਹੜੀ ਰੈਲੀ ਹੋਈ ਸੀਗੀ, ਜਿਹੜੇ ਪਹਿਲੇ ਜਿਹੜੀ ਉਹ ਵਾਲੀ, ਉਹਦੇ ਵਿੱਚ ਵੀ ਅਸੀਂ ਇਹੀ ਕਹਿ ਰਹੇ ਆ ਕਿ ਬਈ ਜਾਂ ਤਾਂ ਵੀਜ਼ੇ ਹੋਲਡ ਕਰ ਦੋ, ਜਾਂ ਤਾਂ ਉਹਨਾਂ ਨੂੰ ਐਕਸਟੈਂਸ਼ਨ ਦੇ ਦੋ, ਹਨਾ। ਅੱਜ ਤੱਕ ਅਸੀਂ ਨਾ ਤਾਂ ਮੰਗਿਆ ਆ। ਤਾਂ ਜਿਹੜਾ ਇੱਕ ਦੂਜੀ ਗੱਲ, ਜਿਹੜੀ ਪਾਥਵੇ ਟੂ ਰੈਜ਼ੀਡੈਂਸੀ ਆ, ਉਹਦੇ ਵਿੱਚ ਜੇ ਦੇਖਿਆ ਜਾਵੇ, ਉਹਨੂੰ ਬਾਰੀਕੀ ਨਾਲ ਪੜ੍ਹਿਆ ਜਾਵੇ, ਉਹਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਫਾਇਦਾ ਆਪਣੀ ਕਮਿਊਨਿਟੀ ਨੂੰ ਹੋਣਾ, ਕਿਉਂਕਿ ਹੋਰ ਵੀ ਕਮਿਊਨਿਟੀਜ਼ ਹੈਗੀਆਂ, ਬਟ ਜਿੱਥੇ ਤੱਕ ਜਦੋਂ ਅਸੀਂ ਇਹ ਜਦੋਂ ਚਲਾਈ ਆ ਨਾ, ਆਪਣੇ ਕਮਿਊਨਿਟੀ ਦੇ ਬੰਦੇ ਬਹੁਤ ਨੇ ਜਿਹੜੇ ਇੱਥੇ 9-9 10-10 ਸਾਲ ਤੋਂ ਆਏ ਆ, ਜਿਹੜੇ ਵਿਚਾਰੇ ਇੱਕ ਵੀਰ ਆ ਸਾਡਾ, ਉਹ ਬੰਬੇ ਹਿਲਸ ਰਹਿੰਦਾ, ਉਹਨੇ ਮੈਨੂੰ ਫੋਨ ਕੀਤਾ, ਉਹਨੂੰ ਆਈ ਥਿੰਕ 11 ਸਾਲ ਹੋ ਗਏ ਇੱਥੇ ਆਏ ਨੂੰ, ਉਹ ਹੱਲੇ ਵੀ ਵਰਕ ਵੀਜ਼ੇ ਤੇ ਆ। ਹਾਂ, ਮੈਂ ਵੀ ਇੱਕ ਫੈਮਿਲੀ ਨੂੰ ਮਿਲੀ ਆ, ਉਹ 13 ਸਾਲ ਤੋਂ ਇੱਥੇ ਨੇ, ਉਹ ਹਸਬੈਂਡ ਵਾਈਫ ਦੋਨੋਂ ਵਰਕ ਵੀਜ਼ਾ ਤੇ ਨੇ। ਬੇਟੀ ਉਹਨਾਂ ਦੀ 18-19 ਸਾਲ ਦੀ, ਮਤਲਬ ਕਿ ਹਾਈ ਸਕੂਲ ਫਿਨਿਸ਼ ਕਰਕੇ she can't do anything now, ਕਿਉਂਕਿ ਉਹ ਜਿੰਨੀ ਦੇਰ ਤੱਕ ਰੈਜ਼ੀਡੈਂਸੀ ਨਹੀਂ ਹੁੰਦੀ ਉਦੋਂ ਤੱਕ she's international student, ਜਿਹੜਾ ਕਿ ਜਿਹੜੀਆਂ ਵਰਕਿੰਗ ਫੈਮਲੀਜ਼ ਨੇ, no one has $20,000-30,000 lying around, so ਬੜੇ ਅਜੀਬ ਹਾਲਾਤ ਨੇ ਪਰਿਵਾਰਾਂ ਦੇ ਨਾ ਬਣਾ ਦਿੱਤੇ ਇਹਨਾਂ ਨੇ, ਬਹੁਤ ਜ਼ਿਆਦਾ। ਉਹੀ ਹੁਣ ਜਿਹੜੇ ਇੰਨੇ ਪੈਸੇ ਬੰਦਾ obviously 11 ਸਾਲ ਇਨਵੈਸਟ ਕੀਤੇ ਇਸ ਕੰਟਰੀ ਦੇ ਵਿੱਚ, ਉਹ ਬੰਦਾ ਸੋਚਦਾ ਕਿ ਅਸੀਂ ਉਹਦੇ ਨਾਲ ਅਸੀਂ ਡਿਪੋਜ਼ਿਟ ਰੱਖ ਕੇ ਆਪਣਾ ਘਰ ਖਰੀਦ ਸਕਦੇ ਆ ਜਾਂ ਕੁਝ ਕਰ ਸਕਦੇ, ਬਟ ਦਿਸ ਮਨੀ ਇਜ਼ ਜਸਟ ਗੋਇੰਗ ਟੂ ਵੇਸਟ। ਬਿਲਕੁਲ। ਹਾਂ, ਨਹੀਂ ਇਹਦੇ ਵਿੱਚ ਸਹੀ ਗੱਲ ਹੈ ਕਿ ਸ਼ੁਰੂ ਤੋਂ ਹੀ ਸਾਡੀਆਂ ਜਿਹੜੇ ਅਗਰ ਪਿਛਲੇ 3-4 ਸਾਲ ਦਾ ਦੇਖੀਏ, ਉਹ ਪਹਿਲਾਂ ਤਾਂ ਇਹ ਸੀਗਾ ਕਿ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਕਰਕੇ ਪਾਰਟਨਰਸ਼ਿਪ ਜਿਹੜਾ ਕਿ ਉਹ ਪਾਰਟਨਰਸ ਸੈਪਰੇਟਡ ਸੀਗੇ ਜਾਂ ਫੈਮਲੀਜ਼ ਯੂਨਾਈਟ ਨਹੀਂ ਸੀ ਹੋ ਰਹੀਆਂ। ਸੋ ਉਹ ਸਾਡਾ ਕਾਫੀ ਲਗਾਤਾਰਤਾ ਨਾਲ ਅਸੀਂ ਕਾਫੀ ਸਾਰੇ ਪ੍ਰੋਟੈਸਟ ਕੀਤੇ। ਸਭ ਤੋਂ ਵੱਡਾ ਉਹਦੇ 'ਚ ਮੈਂ ਕਿਹਾ 250-300 ਲੋਕ ਜਿਹੜਾ ਅਸੀਂ ਮਾਰਚ ਵੀ ਕੀਤਾ ਉਦੋਂ ਕੁਈਨ ਸਟਰੀਟ ਤੇ, ਇਹ about 2 years ago ਦੀ ਗੱਲ ਹੈ। ਔਰ ਉਸ ਤੋਂ ਬਾਅਦ ਵਿਦਿਨ ਵੀਕਸ ਥੋੜਾ ਜਿਹਾ ਸਪੀਡ ਅਪ ਹੋਇਆ ਵੀ ਨਾ, ਡਿਲੇਜ਼ ਥੋੜੀਆਂ ਜਿਹੀਆਂ ਘਟਣੀਆਂ ਸ਼ੁਰੂ ਹੋਈਆਂ, ਐਂਡ ਦੈਨ ਵੀ ਕੇਮ ਇਨਟੂ ਲਾਕਡਾਊਨ। ਸੋ ਉਹ ਮੇਨ ਉਦੋਂ ਰਿਹਾ। ਉਹ ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਪੇਰੈਂਟ ਕੈਟੇਗਰੀ ਦੀਆਂ ਜਦੋਂ ਉਹ ਸੈਲਰੀ ਥ੍ਰੈਸ਼ਹੋਲਡ ਇੰਨਾ ਜ਼ਿਆਦਾ ਹਾਈ ਕਰ ਦਿੱਤਾ, ਇੱਕ ਉਹ ਸੀਗਾ ਸਾਡੀ ਕੈਂਪੇਨ ਕਿ ਦਿਸ ਇਜ਼ ਜਸਟ ਫॉर द ਰਿਚ, ਜਿਹੜੇ ਅਸੀਂ ਸਧਾਰਨ ਵਰਕਿੰਗ ਲੋਕ ਆ, ਅਸੀਂ ਇੰਨੀ ਸਾਡੀ ਇਨਕਮ ਨਹੀਂ ਹੈਗੀ, ਔਰ ਦਿਸ ਇਜ਼ ਡਿਲੀਬਰੇਟ ਕਿ ਜਿਹੜੇ ਵਰਕਿੰਗ ਲੋਕ ਨੇ ਉਹ ਆਪਣੇ ਪੇਰੈਂਟਸ ਨੂੰ ਇੱਥੇ ਨਾ ਲਿਆ ਸਕਣ, ਇਸ ਲਈ ਤੁਸੀਂ ਇੰਨੀ ਕਰ ਦਿੱਤੀ ਹੈ ਸੈਲਰੀ, ਇੱਕ ਉਹ ਸੀਗਾ। ਫਿਰ ਉਸ ਤੋਂ ਬਾਅਦ ਕੋਵਿਡ ਦੇ ਦੌਰਾਨ ਜਿਹੜਾ ਉਹ ਆਫਸ਼ੋਰ ਵਾਲਿਆਂ ਲਈ ਸ਼ੁਰੂ ਤੋਂ ਹੀ ਸਾਡੀ ਫਾਈਟ ਰਹੀ ਆ, ਪਹਿਲੇ ਦਿਨ ਤੋਂ ਹੀ, ਕਿ ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਅਨਾਊਂਸਮੈਂਟ ਕਰੋ ਕਿ ਉਹ ਜਿੰਨਾ ਸਮਾਂ ਬਾਰਡਰ ਬੰਦ ਰਹੂਗਾ ਉਹਨੇ ਟਾਈਮ ਪੀਰੀਅਡ ਦਾ ਤੁਸੀਂ ਐਕਸਟੈਂਸ਼ਨ ਦਿਓਗੇ, ਵੀਜ਼ਾ ਐਕਸਟੈਂਸ਼ਨ। ਲਾਈਕ ਅਗਰ ਜੇ 1.5 ਸਾਲ ਬਾਰਡਰ ਬੰਦ ਰਹਿੰਦਾ, ਸੋ ਉਹਨਾਂ ਦੇ ਵੀਜ਼ੇ ਵੀ ਸ਼ੁੱਡ ਬੀ ਐਕਸਟੈਂਡਡ ਬਾਈ 18 months, ਤਾਂ ਕਿ ਉਹ ਜਿੱਥੋਂ ਉਹ they've left off ਉੱਥੋਂ ਪਿਕ ਅਪ ਕਰਕੇ they can start again, they can come back lawfully. ਸੋ ਇਹ ਡਿਮਾਂਡ ਰਹੀ ਹੈ। ਅਸੀਂ ਕਦੀ ਇਹ, ਔਰ ਸ਼ੁਰੂ 'ਚ ਉਹ ਕਾਫੀ ਜਣੇ ਨੇ ਕਹਿੰਦੇ ਵੀ ਰਹੇ ਕਿ ਅਸੀਂ ਕਿੱਦਾਂ ਵਾਪਸ ਆ ਸਕਦੇ ਹਾਂ, ਉਹਨਾਂ ਨੂੰ ਕਹੋ ਸਾਨੂੰ ਆਉਣ ਦਿਓ। ਸੋ ਉਸ ਚੀਜ਼ ਤੋਂ ਅਸੀਂ ਵੀ ਕੇਅਰਫੁਲ ਰਹੇ ਹਾਂ, ਕਿਉਂਕਿ ਜਿਹੜੇ ਸਾਇੰਟਿਸਟ ਨੇ ਉਹ ਇਹੋ ਹੀ ਬਾਰ-ਬਾਰ ਕਹਿੰਦੇ ਨੇ ਕਿ ਇਹ ਕੋਵਿਡ ਦਾ ਸਪਰੈਡ ਜਿਹੜਾ ਉਹਨੂੰ ਮਿਨੀਮਾਈਜ਼ ਕਰਨ ਲਈ
people should not move around as much. ਹਾਲਾਂਕਿ ਉਹਦੇ ਚ ਅਜੀਬ ਲੱਗਦਾ ਹੈ ਕਿ ਅਗਰ ਨਿਊਜ਼ੀਲੈਂਡ ਸਿਟੀਜ਼ਨ ਰੈਜ਼ੀਡੈਂਟ ਉਹ ਆਉਂਦੇ ਨੇ ਤੇ that's not as much of a risk ਕਿਉਂਕਿ ਉਹ ਕੋਵਿਡ ਤੇ ਉਹ ਵਾਇਰਸ ਨੂੰ ਨਹੀਂ ਪਤਾ ਕਿ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਬਟ ਐਨੀਵੇ ਡਿਸਪਾਈਟ ਦੈਟ ਪੀਪਲ ਹੈਵ ਬੀਨ ਵੈਰੀ ਪੇਸ਼ੈਂਟ ਲੋਕ ਕਿੰਨਾ ਸਾਲ ਤੋਂ ਉੱਪਰ ਹੋ ਗਿਆ ਜਿਹੜੇ ਸਟਕ ਨੇ ਬਾਹਰ ਹੁਣ 2 ਸਾਲ ਤੱਕ ਹੋਰ ਸੋ ਅਸੀਂ ਸਿਰਫ ਇਹ ਕਰ ਰਹੇ ਹਾਂ ਕਿ ਉਹਨਾਂ ਦੇ ਵੀਜ਼ੇ ਐਕਸਟੈਂਡ ਕਰੋ ਕੁਝ ਅਨਾਉਂਸ ਕਰੋ ਜੇ ਤੁਸੀਂ ਇਹ ਵੀ ਇਹਨਾਂ ਨੇ ਜੇ ਠਾਣ ਲਿਆ ਗਵਰਨਮੈਂਟ ਨੇ ਕਿ ਉਹਨਾਂ ਨੂੰ ਨਹੀਂ ਵਾਪਸ ਲੈ ਕੇ ਆਉਣਾ ਇਨ ਦੈਟ ਸਿਚੁਏਸ਼ਨ ਵੀ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਤਾਂ ਕਿ ਉਹ ਕੁਝ ਹੋਰ ਆਪਣੀ ਲਾਈਫ ਦੁਬਾਰਾ ਸਟਾਰਟ ਕਰਨ ਵਿਚ ਇਜ਼ ਵੁੱਡ ਬੀ ਵੈਰੀ ਸੈਡ ਵੈਰੀ ਟ੍ਰੈਜਿਕ ਜੇ ਇਹ ਕਰਦੇ ਆ ਸੋ ਇਹ ਡਿਮਾਂਡ ਕਦੀ ਵੀ ਨਹੀਂ ਰਹੀ ਕਿ ਬਾਰਡਰ ਖੋਲੇ ਜਾਣੇ ਇਹਦੇ ਵਿੱਚ ਨੂੰ ਜੀ ਕਰੈਕਸ਼ਨ ਕਰਨਾ ਚਾਹਾਂਗੇ ਕਿ ਜਦੋਂ ਫਲਾਈਟਸ ਬੰਦ ਨਹੀਂ ਸੀ ਹੋਈਆਂ ਹਾਂਜੀ ਉਦੋਂ ਅਸੀਂ ਡਿਮਾਂਡ ਕਰਦੇ ਸੀਗੇ ਕਿ ਜਿਸ ਤਰ੍ਹਾਂ ਬਾਕੀ ਸਿਟੀਜ਼ਨ ਆ ਰਹੇ ਨੇ ਉਹਨਾਂ ਨੂੰ MIQ ਚ ਉਸ ਤਰ੍ਹਾਂ ਰੱਖ ਕੇ ਆਉਣ ਦਿੱਤਾ ਜਾਵੇ ਕਿਉਂਕਿ ਜਿਹੜਾ ਪਰ ਬਾਰਡਰ ਤਾਂ ਫਿਰ ਵੀ ਬੰਦ ਹੀ ਹੈ ਨਾ ਬਾਰਡਰ ਤਾਂ ਫਿਰ ਵੀ ਬੰਦ ਹੈ ਕਿ ਜਿਵੇਂ MIQ ਚ ਬਾਕੀ ਜਿਹੜੇ ਲੋਕ ਆ ਰਹੇ ਨੇ ਉਸ ਤਰ੍ਹਾਂ ਹੀ ਉਹਨਾਂ ਦਾ ਵੀ ਕੋਈ ਕੋਟਾ ਕੋਈ ਰਿਜ਼ਰਵ ਕੀਤੀਆਂ ਜਾਣ ਸਰਟਨ ਨੰਬਰ ਆਫ ਪਲੇਸਿਸ ਉਹਨਾਂ ਵਾਸਤੇ ਪਰ ਹੁਣ ਤਾਂ ਇੰਡੀਆ ਤੋਂ ਤਾਂ ਫਲਾਈਟ ਹੀ ਇਹਨਾਂ ਨੇ ਬੰਦ ਕਰ ਦਿੱਤੀਆਂ ਨਾ ਜਿਹੜੇ ਨਾਨ ਸਿਟੀਜ਼ਨਸ ਵਾਸਤੇ ਵੀ ਬੰਦ ਰਹੀਆਂ ਨੇ ਥੋੜਾ ਟਾਈਮ ਉਹ ਵੀ ਸਾਨੂੰ ਥੋੜਾ ਡਿਸਕ੍ਰਿਮੀਨੇਟਰੀ ਲੱਗਿਆ ਕਿਉਂਕਿ ਚਲੋ ਠੀਕ ਹੈ ਇੰਡੀਆ 'ਚ ਕੋਵਿਡ ਜ਼ਿਆਦਾ ਹੈ ਹੋਰ ਦੇਸ਼ਾਂ 'ਚ ਵੀ ਹੈ ਪਰ MIQ ਫੈਸਿਲਿਟੀਜ਼ ਜਿਹੜੀਆਂ ਨੇ ਉਹ ਦੈਟਸ ਵਾਟ ਦੇ ਆਰ ਫॉर ਹਾਂ ਕਿਉਂਕਿ ਤੁਸੀਂ ਇਹ ਮੰਨ ਕੇ ਚੱਲਿਓ ਕਿ ਜਿਹੜਾ ਵੀ ਵਿਅਕਤੀ ਹੁੰਦਾ ਉਹ ਪੋਜ਼ਿਟਿਵ ਆ ਚਾਹੇ ਹੈਗਾ ਜਾਂ ਨਹੀਂ ਹੈਗਾ ਪਰ ਦੈਟਸ ਵਾਟ ਯੂ ਅਸਿਊਮ ਇਸ ਲਈ ਉਹਨਾਂ ਨੂੰ ਤੁਸੀਂ ਕੁਆਰੰਟਾਈਨ ਕਰਦੇ ਹੋ ਮੈਂ ਤਾਂ ਹੈਰਾਨ ਇਸ ਗੱਲ ਤੇ ਕਿ ਲੋਕ ਇੰਨੇ ਸਰਪ੍ਰਾਈਜ਼ਡ ਕਿਉਂ ਹੋ ਜਾਂਦੇ ਜਦੋਂ ਆਲ ਆਫ ਅ ਸਡਨ MIQ ਦੇ ਵਿੱਚ ਪੋਜ਼ਿਟਿਵ ਕੇਸਸ ਆਉਂਦੇ ਆ ਦੇयर इज ਨਥਿੰਗ ਟੂ ਬੀ ਸਰਪ੍ਰਾਈਜ਼ਡ ਅਬਾਊਟ ਦੈਟਸ ਵਾਟ ਇਟਸ ਫॉर ਕਿ ਉੱਥੇ ਤੁਸੀਂ ਉਹਨਾਂ ਨੂੰ ਜੇ ਅਸੀਂ ਨੈਗੇਟਿਵ ਹੀ ਲੈ ਕੇ ਆਉਣੇ ਸੀਗੇ ਸਾਨੂੰ MIQ ਦੀ ਜ਼ਰੂਰਤ ਹੀ ਨਹੀਂ ਹਾਂ ਬਿਲਕੁਲ ਨਾਲੇ ਪਹਿਲੇ ਪਤਾ ਵੀ ਨਹੀਂ ਲੱਗ ਸਕਦਾ ਕਿ ਈਵਨ ਦੋ ਨੈਗੇਟਿਵ ਟੈਸਟ ਵੀ ਹੁੰਦੇ ਆ ਉਹ ਓਵਰ ਟਾਈਮ ਪੀਰੀਅਡ ਕੋਈ ਪੋਜ਼ਿਟਿਵ ਹੋ ਸਕਦਾ ਆ ਸੋ ਹਾਂ ਉਹਦੇ ਵਿੱਚ ਹੋਰ ਇੱਕ ਐਡ ਗੱਲ ਕਰ ਲਈਏ ਕਿ ਮੰਨ ਲਓ ਭਾਰਤ ਦੇ ਵਿੱਚ ਜਿਹੜੇ ਟੈਸਟ ਲੈਬ ਨੇ ਉਹ ਡੌਜੀ ਨੇ ਜਾਂ ਮੰਨ ਲਓ ਖਰੀਦ ਲੈਣੇ ਹਾਂ ਇਹ ਵੀ ਚੱਲਿਆ ਸੀਗਾ ਕਿ ਉਹ ਮੰਨ ਲਓ ਤੁਸੀਂ ਖਰੀਦ ਲੈਣੇ ਪਰ ਇੱਥੇ ਆ ਕੇ ਤੇ ਟੈਸਟ ਹੋ ਰਿਹਾ ਨਾ ਫਿਰ ਮੁਰਦੇ ਹਾਂ ਇੱਥੇ ਦਾ ਟੈਸਟ ਤੇ ਜੈਨੂਇਨ ਸੋ ਇਹਦਾ ਮਤਲਬ ਇਹ ਕਿ ਉਹ ਵੀ ਗਲਤ ਸਾਨੂੰ ਲੱਗਿਆ ਕਿ ਜਿਹੜੀਆਂ ਫਲਾਈਟਸ ਵੀ ਬੰਦ ਕਰਨਾ ਉਹ ਵੀ ਠੀਕ ਨਹੀਂ ਸੀਗਾ ਪਰ ਐਨੀਵੇ ਹਾਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਡਿਮਾਂਡਸ ਹੋਰ ਇਹ ਰਹੀਆਂ ਨੇ ਕਿ ਜਿਹੜੇ ਇੱਥੋਂ ਲੰਬੇ ਟਾਈਮ ਤੋਂ ਲੋਕ ਨੇ ਖਾਸ ਕਰਕੇ ਫੈਮਿਲੀਜ਼ ਨੇ ਬੱਚੇ ਇੱਥੇ ਪੈਦਾ ਹੋਏ ਆ ਇੱਥੇ ਸਕੂਲ ਜਾਂਦੇ ਆ ਉਹਨਾਂ ਨੂੰ ਪਾਥਵੇ ਟੂ ਰੈਜ਼ੀਡੈਂਸੀ ਇਹਨਾਂ ਨੂੰ ਦੇਣਾ ਚਾਹੀਦਾ ਜਿਸ ਤਰ੍ਹਾਂ ਹੁਣੇ ਅਸੀਂ ਗੱਲ ਕੀਤੀ 10 13 ਸਾਲ ਤੋਂ ਪਰਿਵਾਰ ਇੱਥੇ ਟੈਂਪਰੇਰੀ ਵੀਜ਼ਿਆਂ ਤੇ ਫਿਰੀ ਜਾ ਰਹੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਕਿ ਇਟਸ ਅਬਾਊਟ ਟਾਈਮ ਕਿ ਉਹਨਾਂ ਨੂੰ ਰੈਜ਼ੀਡੈਂਸ ਦਾ ਕੋਈ ਜੈਨੂਇਨ ਪਾਥਵੇ ਦਿੱਤਾ ਜਾਵੇ ਕਿਉਂਕਿ ਉਹ ਸਾਰੇ ਮੋਸਟਲੀ ਉਹ ਪੁਆਇੰਟਸ ਵਾਲੀ ਕੈਟਾਗਰੀ ਨੇ ਸਕਿਲਡ ਮਾਈਗ੍ਰੈਂਟ ਕਿ ਉਹ ਜਦੋਂ ਉਹ ਪੁਆਇੰਟਸ ਉਹ ਪੂਰੇ ਉਹਨਾਂ ਦੇ ਹੁੰਦੇ ਆ ਫਿਰ ਵਧਾ ਦਿੰਦੇ ਨੇ ਪੁਆਇੰਟਸ ਜਾਂ ਚੇਂਜ ਕਰ ਦਿੰਦੇ ਨੇ ਆਪਣੀਆਂ ਰਿਕੁਆਇਰਮੈਂਟਸ ਸੋ ਉਹ ਕੰਮ ਦੈਟਸ ਵਾਈ ਉਹ ਜਿਹੜੇ ਲੋਕ ਨੇ ਉਹ ਇੰਨੇ ਲੰਬੇ ਟਾਈਮ ਤੋਂ ਟੈਂਪਰੇਰੀ ਵੀਜ਼ਿਆਂ ਤੇ ਹੀ ਨੇ ਇੱਕ ਮੈਂ ਬਾਈ ਓਵਰਸਟੇਅਰ ਜਿਹੜੇ ਨੇ ਉਹਨਾਂ ਨਾਲ ਗੱਲ ਕਰਦਾ ਸੀਗਾ ਕਿ ਪਿਛਲੇ 12 ਸਾਲ ਤੋਂ ਇੱਥੇ ਨੇ 12 ਨਹੀਂ 13 ਸਾਲ ਤੋਂ ਔਰ ਕਿਉਂਕਿ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਨਹੀਂ ਜਾ ਸਕਦੇ ਕਿਉਂਕਿ ਉਹ ਇੱਕ ਸਾਲ ਦੀ ਜਿਹੜੀ ਫੀਸ ਆ ਉਹ $50,000 ਦਿੰਦਾ ਉਹ ਬੰਦਾ ਔਰ ਆਮ ਇੱਕ ਮਜ਼ਦੂਰ ਵਾਂਗ ਕੰਮ ਕਰਦਾ ਉਹ ਸੋ ਔਰ ਕੋਈ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਕੋਈ ਕੁਝ ਜਿਹਨੂੰ ਆਪਾਂ ਇਲੀਗਲ ਏਲੀਅਨ ਕਹਿੰਦੇ ਆ ਉਸ ਤਰੀਕੇ ਦੇ ਨਾਲ ਬੜਾ ਗਲਤ ਸਿਸਟਮ ਆ ਕਿਉਂਕਿ ਉਹ ਰਿਕਾਰਡੋ ਮੈਨੇਂਡੇਸ ਜਿਹੜੇ ਗ੍ਰੀਨ ਪਾਰਟੀ ਦੇ MP ਨੇ ਉਹ ਹਮੇਸ਼ਾ ਇਹ ਪੁਆਇੰਟ ਨੂੰ ਕਾਫੀ ਹਾਈਲਾਈਟ ਕਰਦੇ ਨੇ ਕਿ ਇਸ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਅਨਲੌਫੁਲ ਨੇ ਉਹ ਹੋਰ ਵੀ ਜ਼ਿਆਦਾ ਰਿਸਕ ਆ ਕੋਵਿਡ ਦਾ ਉਹਨਾਂ ਲਈ ਕਿਉਂਕਿ ਉਹ ਹੈਲਥ ਸਿਸਟਮ 'ਚ ਵੀ ਉਹ ਕਿਤੇ ਦਰਜ ਨਹੀਂ ਹੈ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਹੈ ਉਹ ਜਲਦੀ ਕਿਤੇ ਜਾਣਗੇ ਨਹੀਂ ਕਿਉਂਕਿ ਉਹ ਆਈਡੈਂਟੀਫਾਈ ਹੋ ਜਾਂਦੇ ਆ ਸੋ ਇਹ ਕਈ ਕਾਰਨ ਨੇ ਈਵਨ ਕੋਵਿਡ ਦੇ ਪੁਆਇੰਟ ਆਫ View ਤੋਂ ਇਕੱਲਾ ਦੇਖਿਆ ਜਾਵੇ ਤਾਂ ਵੀ ਇਟ ਮੇਕ ਸੈਂਸ ਕਿ ਉਹਨਾਂ ਨੂੰ ਅਸੀਂ ਲੀਗਲਾਈਜ਼ ਕਰੀਏ ਉਹਨਾਂ ਨੂੰ ਡਾਕੂਮੈਂਟ ਕਰੀਏ ਅੱਜ ਮੈਂ YouTube ਤੋਂ ਇੱਕ ਵੀਡੀਓ ਸ਼ੇਅਰ ਕੀਤੀ ਉਹ ਜਿਹੜੀ ਡੋਨ ਰੇਡਸ ਹੋਈ ਸੀਗੀ 1970 ਦੇ ਵਿੱਚ ਨਾ ਉਹਦੇ ਵਿੱਚ ਉਹ ਇੰਨੀ ਡਾਕੂਮੈਂਟਰੀ ਉਹਨਾਂ ਨੇ ਨਵੀਂ ਬਣਾਈ ਹੈ TV ਸ਼ੋ ਵਾਲਿਆਂ ਨੇ ਇਟਸ ਵੈਰੀ ਨਾਈਸ ਉਹਦੇ ਵਿੱਚ ਪੋਲੀਨੀਸ਼ੀਅਨ ਪੈਂਥਰਸ ਹਾਂਜੀ ਉਹ ਅਸੀਂ ਵੀ ਹੈਗੇ ਹਾਂ ਉਹਦੇ ਵਿੱਚ ਮੈਂ ਹੈਰਾਨ ਰਹਿ ਗਿਆ ਕਿ it just felt like ਜੋ ਉਹਨਾਂ ਨਾਲ not to that extent ਪਰ ਜੋ ਉਹਨਾਂ ਨਾਲ ਉਦੋਂ ਹੋਇਆ ਉਹੀ ਸੇਮ ਚੀਜ਼ it's gonna happen if we don't raise our voices ਜੇ ਨਹੀਂ ਕਿਤੇ ਉਹੀ ਹਾਲ ਹੋਣਾ ਨਹੀਂ ਬਿਲਕੁਲ ਉਦੋਂ ਜਿਹੜੇ ਸਾਡੇ ਸਰੋਤਿਆਂ ਨੂੰ ਨਹੀਂ ਪਤਾ ਦੱਸਦੀ 1970s ਚ ਇੱਥੇ
ਲੇਬਰ ਦੀ ਸ਼ਾਰਟੇਜ ਸੀਗੀ ਖਾਸ ਕਰਕੇ ਫੈਕਟਰੀਜ਼ 'ਚ, ਤਾਂ ਉਦੋਂ ਇਹਨਾਂ ਨੇ ਪੈਸੀਫਿਕ ਆਈਲੈਂਡਸ ਤੋਂ ਕਾਫੀ ਲੋਕਾਂ ਨੂੰ ਆਉਣ ਦਿੱਤਾ, ਲੌਫੁਲੀ ਆਉਣ ਦਿੱਤਾ। ਉਹ ਜਦੋਂ ਉਹਨਾਂ ਦੀ ਜ਼ਰੂਰਤ ਨਹੀਂ ਰਹੀ ਫਿਰ ਇਹਨਾਂ ਨੇ ਉਹ ਰੇਡ ਕਰਕੇ, ਸੋ ਡੌਨ ਰੇਡਸ ਮਤਲਬ ਕਿ ਡੌਨ ਸਵੇਰ ਨੂੰ ਕਹਿੰਦੇ ਆ, ਸੋ ਸਵੇਰੇ 3-4 ਵਜੇ ਸੁਖਤੇ ਉਹ ਰੇਡ ਕਰਦੇ ਸੀਗੇ ਲੋਕਾਂ ਦੇ ਘਰਾਂ 'ਚ। ਔਰ ਸਾਨੂੰ ਬਹੁਤ ਸਾਰੇ ਪੈਸੀਫਿਕ ਆਈਲੈਂਡ ਪਰਿਵਾਰ ਇਹੋ ਜਿਹੇ ਜਾਣਦੇ ਆ ਜਾਂ ਅੱਗੇ ਉਹਨਾਂ ਦੇ ਬੱਚੇ ਗ੍ਰੈਂਡ ਚਿਲਡਰਨ, ਉਹ ਦੱਸਦੇ ਨੇ ਕਿ ਜਿਸ ਤਰ੍ਹਾਂ ਮੇਰੇ ਦਾਦਾ ਦਾਦੀ ਨਾਨਾ ਨਾਨੀ ਦੇ ਵਾਸ ਸਿਟੀਜ਼ਨਸ ਜਾਂ ਲੀਗਲ ਹੀਅਰ, ਈਵਨ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਰਹੇ ਆ ਜਸਟ ਬਿਕੋਜ਼ ਉਹ ਦੇਖਣ ਨੂੰ ਸਾਰੇ ਇੱਕੋ ਜਿਹੇ ਲੱਗਦੇ ਆ। ਯੰਗਸਟਰ ਟੀਨੇਜਰਸ ਜਿਹੜੇ ਦੇ ਵਿਲ ਬੀ ਆਊਟ ਔਨ ਅ ਨਾਈਟ ਜਾਂ ਕਿਤੇ ਘੁੰਮਣ ਫਿਰਨ ਜਾ ਰਹੇ ਆ, ਉਹਨਾਂ ਨੂੰ ਪੁਲਿਸ ਚੁੱਕ ਕੇ ਐਵੇਂ ਬਸ ਲੈ ਜਾਣਾ। ਸੋ ਇਸ ਤਰ੍ਹਾਂ ਦਾ ਤੰਗ ਪਰੇਸ਼ਾਨ ਕਰਦੇ ਰਹੇ ਆ। ਸੋ ਉਹ ਜਦੋਂ ਉਹ ਫੈਕਟਰੀਜ਼ 'ਚ ਉਹਨਾਂ ਦੀ ਜ਼ਰੂਰਤ ਨਹੀਂ ਰਹੀ, ਰਾਦਰ ਦੈਨ ਕਿ ਤੁਸੀਂ ਉਹਨਾਂ ਨੂੰ ਇੱਥੇ ਰੱਖੋ, ਬਿਕੋਜ਼ ਇੰਨਾ ਵੀ ਜ਼ਿਆਦਾ ਕੋਈ ਨਹੀਂ ਸੀਗਾ ਕਿ ਕੰਮ ਨਹੀਂ ਰਹਿ ਗਿਆ ਜਾਂ ਬਹੁਤ ਜ਼ਿਆਦਾ ਅਨਇੰਪਲੋਇਮੈਂਟ ਵੱਧ ਗਈ ਹੈ। ਜਿਸ ਤਰ੍ਹਾਂ ਹੁਣ ਵੀ ਅਨਇੰਪਲੋਇਮੈਂਟ ਇਜ਼ ਵੈਰੀ ਲੋ ਹੀਅਰ, ਇਟਸ ਐਕਚੁਅਲੀ ਗੋਨ ਡਾਊਨ ਰਾਦਰ ਦੈਨ ਗੋ ਅਪ ਪਿਛਲੇ ਸਾਲ ਦੇ ਵਿੱਚ। ਇਹ ਕਿਉਂਕਿ ਫੋਰਕਾਸਟ ਕਰਦੇ ਸੀਗੇ ਕਿ 10% ਤੱਕ ਜਾਊਗੀ, ਮੈਂ ਕਿਹਾ 4.5 ਜਸਟ ਅੰਡਰ 5 ਆ ਹਲੇ ਵੀ। ਹਾਂ ਸੋ ਉਦੋਂ ਵੀ ਇੰਨਾ ਨਹੀਂ ਸੀਗਾ। ਸੋ ਇਸ ਦੇਸ਼ ਦੀ ਓਬਲੀਗੇਸ਼ਨ ਸੀਗੀ ਕਿ ਉਹਨਾਂ ਨੂੰ ਰੱਖ ਦੇ, ਉਹਨਾਂ ਦੇ ਪਰਿਵਾਰ ਇੱਥੇ ਸੀ, ਬੱਚੇ ਇੱਥੇ ਸੀਗੇ, ਮਤਲਬ ਐਕਸਟੈਂਡਡ ਫੈਮਿਲੀ ਜਿਸ ਤਰ੍ਹਾਂ ਆਪਣੇ ਪਰਿਵਾਰ ਵੱਡੇ ਹੁੰਦੇ ਆ ਆਈਲੈਂਡਰਸ ਦੇ ਵੀ ਇਸ ਤਰ੍ਹਾਂ, ਤਾਂ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ। ਸੋ ਪਿੱਛੇ ਜੇ ਹੁਣ ਇਹ ਚੱਲ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਮਾਫੀ ਮੰਗੇ ਡੌਨ ਰੇਡਸ ਵਾਸਤੇ, ਔਰ ਨਾਲ ਜਿਹੜੇ ਆਈਲੈਂਡ ਕਮਿਊਨਿਟੀਜ਼ ਨੇ, ਜਿਹੜੇ ਉਹਨਾਂ ਦੇ ਗਰੁੱਪਸ ਨੇ, ਲੀਡਰਸ ਨੇ, ਖਾਸ ਕਰਕੇ ਜਿਹੜੇ ਪੋਲੀਨੀਸ਼ੀਅਨ ਪੈਂਥਰਸ ਜੋ ਨੇ, ਉਹ ਸਾਰੇ ਦੇ ਆਰ ਆਲ 65-70 ਸਾਲ ਮਤਲਬ ਬਜ਼ੁਰਗ ਨੇ, ਉਦੋਂ ਉਹ ਟੀਨੇਜਰ ਸੀਗੇ ਜਦੋਂ ਉਹਨਾਂ ਨੇ ਉਹ ਗਰੁੱਪ ਸਟਾਰਟ ਕੀਤਾ। ਤਾਂ ਉਹ ਇਹ ਕਹਿ ਰਹੇ ਨੇ ਕਿ ਸਿਰਫ ਅਪੋਲੋਜੀ ਕਾਫੀ ਨਹੀਂ ਹੋਊਗੀ, ਨਾਲ ਜਿਹੜੇ ਇਸ ਵਕਤ ਓਵਰਸਟੇਅਰ ਨੇ, ਮੇਰੇ ਖਿਆਲ 14,000 ਦੇ ਕਰੀਬ ਨੇ, ਮੋਸਟਲੀ ਆਈਲੈਂਡਰਸ ਨੇ ਖੇਤਾਂ 'ਚ ਕੰਮ ਕਰਨ ਵਾਲੇ, ਉਹਨਾਂ ਨੂੰ ਪੱਕੇ ਕੀਤਾ ਜਾਵੇ। ਸੋ ਦੈਟ ਵੁੱਡ ਬੀ ਅ ਰੀਅਲ ਮੀਨਿੰਗਫੁਲ ਅਪੋਲੋਜੀ ਉਦੋਂ ਜੋ ਇਹਨਾਂ ਨੇ ਉਹ ਕੀਤਾ ਇਹਨਾਂ ਨਾਲ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਸ਼ੇਰ, ਕਿ ਅਗਰ ਹੁਣ ਜਿਹੜੀਆਂ ਮਾਈਗ੍ਰੈਂਟ ਕਮਿਊਨਿਟੀਜ਼ ਨੇ, ਅਗਰ ਧਿਆਨ ਨਾ ਦਿੱਤਾ ਸਰਕਾਰ ਨੇ, it could go that way। ਅਸੀਂ ਤਾਂ ਪਹਿਲੇ ਦਿਨ ਤੋਂ ਇਹ ਜ਼ੋਰ ਪਾਉਂਦੇ ਕਿ ਇਹਦੇ ਵਿੱਚ you don't have to be on a work visa, student visa, ਹਨਾ। ਇਹ ਜੋ ਦਿੱਕਤਾਂ ਆ ਰਹੀਆਂ ਆ ਹੁਣ ਜਿਹਦਾ ਪੇਰੈਂਟ ਕੈਟਾਗਰੀ ਆ, ਉਹਦੇ ਵਿੱਚ ਆਪਣੇ ਹਜ਼ਾਰਾਂ ਮਾਈਗ੍ਰੈਂਟਸ ਅਫੈਕਟਡ ਨੇ। ਬਿਲਕੁਲ, ਕਿਹਨਾਂ ਦੀ ਜਿਹੜੇ ਸਿਟੀਜ਼ਨਸ ਵੀ ਇੱਥੇ ਨੇ, ਕਿਹਨਾਂ ਦੀ ਇੰਨੀ ਵੇਜਸ ਆ ਜਿਹੜੇ ਆਪਣੇ, ਉਹ ਸ਼ਾਇਦ ਅੱਜ ਨਹੀਂ ਸੋਚਦੇ, ਪਰ ਇਨ ਫਿਊਚਰ ਉਹ ਸੋਚੂਗੇ ਕਿ ਮੇਰੀ ਤਨਖਾਹ ਇੰਨੀ ਤਾਂ ਹੈ ਹੀ ਨਹੀਂ। 2,12,000 ਸਮਥਿੰਗ ਹੈ ਜੁਆਇੰਟ ਇਨਕਮ, ਹਨਾ, ਜੁਆਇੰਟ ਇਨਕਮ, ਇਟਸ ਕ੍ਰੇਜ਼ੀ। ਐਂਡ ਦੈਟਸ ਵਾਈ ਆਮ ਸੇਇੰਗ ਕਿ ਹੁਣ ਤੋਂ ਜੇ ਅਸੀਂ ਮੋਮੈਂਟਮ ਬਣਾਉਣਾ ਸ਼ੁਰੂ ਕਰਾਂਗੇ, ਮੇ ਬੀ ਕੱਲ ਨੂੰ ਸਰਕਾਰ ਥੋੜਾ ਜਿਹਾ ਈਜ਼ ਹੋਗੀ ਸਾਡੇ ਉੱਤੇ। ਬਟ ਲੁਕਿੰਗ ਔਨ ਦਾ ਪੋਜ਼ਿਟਿਵ ਸਾਈਡ, ਮੇਰਾ ਫੋਨ ਪਿਛਲੇ 2-4 ਦਿਨਾਂ ਤੋਂ ਇੰਨਾ ਕ੍ਰੇਜ਼ੀ ਜਾ ਰਿਹਾ। ਅਸੀਂ ਪਹਿਲਾਂ ਖੁਦ ਫੋਨ ਕਰਕੇ ਪੁੱਛਦੇ ਹੁੰਦੇ ਸੀਗੇ ਕਿ ਭਾਈ ਸੇਵਾ ਕਰਨੀ ਜਾਂ ਤੁਸੀਂ ਹੈਲਪ ਕਰਨੀ, ਬਹਾਨਾ ਮਾਰ ਕੇ ਟਾਲ ਦਿੰਦੇ ਸੀ। ਪਰ ਅੱਜ ਮੈਨੂੰ ਖੁਦ ਫੋਨ ਆ ਰਹੇ ਆ, ਭਾਜੀ ਦੱਸੋ ਕੀ ਕਰਨਾ। ਮੈਂ ਉਹ ਵੈਲਿੰਗਟਨ ਮੁੰਡਾ ਬੈਠਾ, ਕਹਿੰਦਾ ਭਾਜੀ ਮੈਂ ਇੱਥੇ ਬੈਠਾ ਕੀ ਮਦਦ ਕਰ ਸਕਦਾ। ਇੱਕ ਵਿਚਾਰਾ ਇੰਡੀਆ, ਉਹਦਾ ਹੁਣੇ ਆਉਂਦੇ ਹੋਏ ਰਾਸਤੇ 'ਚ ਮੈਸੇਜ ਆ, ਕਹਿੰਦਾ ਭਾਈ ਮੈਂ ਇੰਡੀਆ ਆਫਸ਼ੋਰ ਆ, ਤੂੰ ਮੈਨੂੰ ਦੱਸੀ ਜੇ ਮਦਦ ਕਰ ਸਕਦਾ ਮੈਂ ਕਿੱਦਾਂ ਦੀ ਮਦਦ ਕਰ ਸਕਦਾ, ਹਨਾ। ਹਾਂ, ਸੋ ਪਿਛਲੇ ਸਾਲ 'ਚ ਵੀ ਅਸੀਂ ਜਿੱਥੇ ਸਾਨੂੰ ਲੋਕਡਾਊਨਸ ਨੇ ਅਲਾਉ ਕੀਤਾ, ਹਮੇਸ਼ਾ ਰੈਲੀਜ਼ ਪ੍ਰੋਟੈਸਟ ਕੀਤੇ ਆ ਆਫਸ਼ੋਰ ਨੂੰ ਵਾਪਸ ਲਿਆਉਣ ਲਈ ਜਾਂ ਉਹਨਾਂ ਦੇ ਵੀਜ਼ਾ ਐਕਸਟੈਂਡ ਕਰਨ ਲਈ, ਫਿਰ ਜਿਹੜੀਆਂ ਫੈਮਿਲੀਜ਼ ਸੈਪਰੇਟਡ ਨੇ ਉਹਨਾਂ ਨੂੰ ਰੀਯੂਨਾਈਟ ਕਰਨ ਲਈ, ਜਿਹੜਾ ਮਾਈਗ੍ਰੈਂਟ ਐਕਸਪਲੋਇਟੇਸ਼ਨ ਦਾ ਉਹ ਕਿ ਵੀਜ਼ਾਸ ਅਟੈਚ ਨਾ ਕਰੋ, ਉਹ ਵੀ ਮਤਲਬ ਸਟਿਲ ਉਹ ਜਿਹੜਾ ਐਮਪਲੋਇਰ ਅਕ੍ਰੈਡਿਟਡ ਵਰਕ ਵੀਜ਼ਾ ਵਿਲ ਬੀ ਅਟੈਚਡ, ਹਾਂ ਉਹ ਵੀ ਇਟਸ ਵੈਰੀ ਸੈਡ। ਇਹਨਾਂ ਨੂੰ ਪਤਾ ਆ ਕਿ ਕਾਰਨ ਕੀ ਹੈ, ਇਹਨਾਂ ਦੇ ਆਪਣੀ ਰਿਸਰਚ ਜਿਹੜੀ ਹੈ ਉਹ ਬਾਰ-ਬਾਰ ਇਹੋ ਸ਼ੋਅ ਕਰਦੀ ਹੈ ਕਿ ਸਟੂਡੈਂਟ ਟਾਈਪ ਵੀਜ਼ਾਸ। ਸੋ ਇਹ ਸਾਰੇ ਇਸ਼ੂਜ਼ ਨੇ, ਉਹਨਾਂ ਲਈ ਅਸੀਂ ਪਿਛਲੇ ਸਾਲ ਤੋਂ ਲੱਗੇ ਹੋਏ ਹਾਂ ਮਿਲ ਜੁਲ ਕੇ ਗਰੁੱਪਸ। ਔਰ ਰੀਸੈਂਟਲੀ ਜਿਹੜਾ ਉਹ ਫਿਰ ਫੈਡਰੇਸ਼ਨ ਬਣਿਆ ਕਾਫੀ ਸਾਰੇ ਗਰੁੱਪਸ ਦਾ, ਆਈ ਥਿੰਕ ਉਹਦੇ ਨਾਲ ਹੋਰ ਲਿਫਟ ਹੋਇਆ ਮੋਮੈਂਟਮ। ਔਰ ਉਹ 2 ਹਫ਼ਤੇ ਪਹਿਲਾਂ ਜਿਹੜਾ ਵੈਨਸਡੇ ਨਾਈਟ ਸੀਗਾ 12 ਮਈ ਨੂੰ, ਵਿਜਿਲਸ ਇਨ 7 ਡਿਫਰੈਂਟ ਸਿਟੀਜ਼ ਐਂਡ ਔਨ ਦ ਨੈਕਸਟ ਡੇ ਪਾਰਲੀਮੈਂਟ ਦੇ ਬਾਹਰ ਜਿਹੜਾ ਪ੍ਰੋਟੈਸਟ, ਉਹ ਸਾਰੀਆਂ ਚੀਜ਼ਾਂ 'ਚ ਜੋ ਅਸਰ ਤੇ ਪੈਂਦਾ ਆ ਇੱਕ, ਇਟ ਆਲ ਐਡਸ ਔਨ। ਕਈ ਵਾਰੀ ਦੇਖਣ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਇੱਕ ਪ੍ਰੋਟੈਸਟ ਕਰਾਂਗੇ ਇੰਸਟੈਂਟ ਸਾਨੂੰ ਹਾਂ ਜਾਂ ਨਾ ਮਿਲ ਜੂਗੀ, ਇਸ ਤਰ੍ਹਾਂ ਨਹੀਂ ਹੁੰਦਾ। ਸੋ ਅੱਜ ਦਾ ਜਿਹੜਾ ਉਹ ਇੰਟਰਵਿਊ ਹੈ ਪ੍ਰਾਈਮ ਮਿਨਿਸਟਰ ਦਾ ਜੌਨ ਕੈਂਪਬੈਲ ਨਾਲ, ਖੋਲ ਕੇ ਦੱਸੋ ਮਾੜੀ ਜੀ। ਹਾਂਜੀ, ਹਾਂ। ਸੋ ਪਿਛਲੇ
ਅਸੀਂ ਉਹ ਜਿਹੜੇ ਵਿਜੀਲੈਂਸ ਤੇ ਪ੍ਰੋਟੈਸਟ ਪਾਰਲੀਮੈਂਟ ਦੇ ਬਾਹਰ ਕੀਤਾ, ਉਸ ਤੋਂ ਬਾਅਦ ਇੱਕ ਉਸ ਦਿਨ ਹੀ ਉਸ ਤੋਂ ਅਗਲੇ ਦਿਨ ਇਹਨਾਂ ਨੇ ਅਨਾਉਂਸ ਕੀਤਾ ਕਿ ਮੰਡੇ ਗੌਨ ਕਿ ਅਨਾਉਂਸਮੈਂਟ ਕੋਈ ਵੱਡੀ ਕਰੂਗਾ ਇਮੀਗ੍ਰੇਸ਼ਨ ਮਿਨਿਸਟਰ ਨਾ। ਤਾਂ ਉਹ ਇਮੀਗ੍ਰੇਸ਼ਨ ਮਿਨਿਸਟਰ ਤਾਂ ਆਇਆ ਨਹੀਂ, ਜਿਹੜਾ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਹੈ ਸਟੂਅਰਟ ਨੈਸ਼, ਉਹਨੇ ਅਨਾਉਂਸਮੈਂਟ ਕੀਤੀ। ਉਹਦੇ ਵਿੱਚ ਵੀ ਕੋਈ ਮਤਲਬ ਫਿਊਚਰ ਵਾਸਤੇ ਆ ਉਹ, ਹਾਂ ਚਲੋ ਹਾਂ ਵਾਟਐਵਰ ਸੋ ਫਿਊਚਰਲੀ ਕਿ ਹਾਈ ਸਕਿਲਡ ਜਿਹੜੇ ਆ ਉਹਨਾਂ ਤੇ ਫੋਕਸ ਹੋਊਗਾ। ਮਤਲਬ ਉਹ ਅਨਾਉਂਸਮੈਂਟ 'ਚ ਜਿਹੜੇ ਆਲਰੇਡੀ ਇੱਥੇ ਨੇ ਇਨਕਲੂਡਿੰਗ ਆਫਸ਼ੋਰ, ਉਹਨਾਂ ਲਈ ਕੁਛ ਨਹੀਂ ਸੀਗਾ। ਉਹ ਤੇ ਗੱਲ ਦੀ ਸ਼ੁਰੂਆਤ ਹੀ ਅਜੀਬ ਸੀਗੀ, ਹਾਂ ਬੜਾ ਅਜੀਬ ਸੀਗਾ। ਦੇयर ਵਾਸ ਨਥਿੰਗ ਮੀਨਿੰਗਫੁਲ ਇਨ ਇਟ। ਇਹਦੇ ਵਿੱਚ ਸੀਗਾ ਕਿ ਅਗਲੇ ਸਾਲ 'ਚ 200 ਦੇ ਕਰੀਬ ਇਨਵੈਸਟਰ ਜਿਹੜੇ ਅਲਾਉਡ ਹੋਣਗੇ ਇੱਥੇ ਆਉਣ ਲਈ, ਦੇਖਣ ਲਈ ਕਿ ਉਹ ਇੱਥੇ ਕੀ ਕਰਨਾ ਚਾਹੁੰਦੇ ਨੇ। ਮਤਲਬ ਜਿਹੜੇ ਆਲਰੇਡੀ ਇੱਥੇ ਨੇ ਉਹਨਾਂ ਪ੍ਰਤੀ ਤੁਹਾਡੀ ਕੋਈ ਰਿਸਪੌਂਸਿਬਿਲਿਟੀ ਨਹੀਂ, ਕੋਈ ਓਬਲੀਗੇਸ਼ਨ ਨਹੀਂ। ਸੋ ਉਹਦੇ 'ਚੋਂ ਅਸੀਂ ਤਾਂ ਜਿਹੜੇ ਐਕਟਿਵਿਸਟ ਅਸੀਂ ਕਿੰਨੇ ਆ, ਪਰ ਖੁਦ ਮਾਈਗ੍ਰੈਂਟਸ ਇੰਨਾ ਤੜਪੇ ਪਿਛਲੇ ਇੱਕ ਹਫ਼ਤੇ 'ਚ ਸਟ੍ਰੇਟ ਵੇ ਉਹ ਸੁਣ ਕੇ ਮਾਈਗ੍ਰੈਂਟਸ ਮਤਲਬ ਸਾਡੇ ਕਹਿਣ ਤੋਂ ਪਹਿਲਾਂ ਹੀ ਲੋਕ ਆਪ ਸ਼ੁਰੂ ਹੋ ਗਏ ਸੀਗੇ ਕਿ ਵਾਟ ਇਜ਼ ਦਿਸ, ਵਾਟ ਅਬਾਊਟ ਜਿਹੜੇ ਇੰਨੇ ਸਾਲਾਂ ਤੋਂ ਅਸੀਂ ਆ, ਵਾਟ ਅਬਾਊਟ ਮੀ, ਮੈਂ ਵਰਕ ਵੀਜ਼ੇ ਤੇ ਇੰਨਾ ਮੈਂ ਟੈਕਸ ਪੇ ਕੀਤਾ ਆ, ਵਾਟ ਅਬਾਊਟ ਮਾਈ ਫੈਮਿਲੀ, ਜਿਹੜਾ ਅਸੀਂ ਸਾਰੇ ਸਾਡੇ ਵੀਜ਼ੇ ਹੋ ਚੁੱਕੇ ਆ, ਸਾਡੀਆਂ ਫਲਾਈਟਸ ਬੁੱਕ ਸੀਗੀਆਂ ਪਰ ਲੋਕਡਾਊਨ ਆ ਗਿਆ, ਵੀ ਕੁਡਨਟ ਮੂਵ। ਮਤਲਬ ਐਵਰੀਵੇਅਰ ਬਿਗ ਆਫਸ਼ੋਰ ਵਾਲੇ, ਹਾਂ ਕਿ ਸਾਨੂੰ ਤੁਸੀਂ ਹੋਰ ਨਵੇਂ ਮੰਗਵਾਉਣੇ ਆ, ਸਾਨੂੰ ਤਾਂ ਪਹਿਲਾਂ ਵਾਪਸ ਮਿਲਾਓ। ਮਤਲਬ ਐਵਰੀਵਨ ਇਜ਼ ਕੰਪਲੇਨਿੰਗ। ਮੈਨੂੰ ਕੋਈ ਵੀ ਨਹੀਂ ਇਹੋ ਜਿਹਾ ਮਿਲ ਰਿਹਾ ਜਿਹੜੇ ਐਗਜ਼ਿਸਟਿੰਗ ਮਾਈਗ੍ਰੈਂਟਸ ਨੇ ਜਿਨ੍ਹਾਂ ਚੋਂ ਕੋਈ ਖੁਸ਼ ਹੋਵੇ। ਆਈ ਕੈਂਟ ਸੀ। ਇਹਨੂੰ ਤਾਂ ਫਾਰਮੈਲਿਟੀ ਵੀ ਨਹੀਂ ਕਹਿ ਸਕਦੇ। ਹਾਂ, ਇਟ ਵਾਜ਼ਨਟ ਇਵਨ ਐਨ ਅਨਾਉਂਸਮੈਂਟ, ਪਤਾ ਨਹੀਂ ਕੀ ਸੀਗਾ ਉਹ। ਸੋ ਔਨ ਦ ਬੈਕ ਆਫ ਦੈਟ, ਸੋ ਲਾਸਟ ਵੀਕ ਆਈ ਥਿੰਕ ਟਿਊਜ਼ਡੇ ਮਾਰਨਿੰਗ ਸੀਗਾ ਜਿਹੜਾ AM ਸ਼ੋ ਆ TV3 ਦਾ, ਮੇਰਾ ਖਿਆਲ ਉਹਦੇ ਤੇ ਇੰਟਰਵਿਊ ਹੋਈ ਮੇਰੀ। ਸੋ ਉਹਦੇ 'ਚ ਵੀ ਇਹੋ ਸੀਗਾ। ਅੱਛਾ, ਨਾਲ ਸਿਰਫ ਅਨਾਉਂਸਮੈਂਟ ਨਹੀਂ, ਜੇ ਉਹ ਅਨਾਉਂਸਮੈਂਟ ਹੁੰਦੀ ਇਟ ਵਾਜ਼ਨਟ ਦੈਟ ਬੈਡ, ਪਲੱਸ ਜਿਹੜੀ ਇਹਨਾਂ ਨੇ ਮਾਈਗ੍ਰੈਂਟਸ ਨੂੰ ਬਲੇਮ ਕੀਤਾ, ਦੈਟ ਵਾਜ਼ ਰੀਲੀ ਸੀਰੀਅਸ ਕਿ ਹਾਂ ਜਿਹੜਾ ਵੇਜਸ ਲੋਅਰ ਹੁੰਦੀਆਂ ਨੇ ਉਹ ਮਾਈਗ੍ਰੇਸ਼ਨ ਕਰਕੇ ਆ, ਜਿਹੜਾ ਸਾਡਾ ਇਨਫਰਾਸਟ੍ਰਕਚਰ, ਹਾਊਸਿੰਗ ਤੇ ਟਰਾਂਸਪੋਰਟ ਦਾ ਜਿਹੜਾ ਕ੍ਰਾਈਸਿਸ ਆ ਉਹ ਮਾਈਗ੍ਰੈਂਟਸ ਕਰਕੇ। ਐਗਜ਼ੈਕਟਲੀ ਵਾਟ ਹੈਪਨ ਇਨ ਦ ਡੋਨ ਰੇਡਸ। ਬਿਲਕੁਲ ਬਿਲਕੁਲ ਐਗਜ਼ੈਕਟਲੀ ਸੇਮ। ਸੋ ਉਹ ਜਿਹੜਾ ਇਨਫਰਾਸਟ੍ਰਕਚਰ ਹਾਊਸਿੰਗ ਕ੍ਰਾਈਸਿਸ ਆ ਉਹ ਇਸ ਲਈ ਹੈ ਕਿ ਇਹ ਵਾਲੀ ਸਰਕਾਰ ਤੇ ਜਿਹੜੀ ਨੈਸ਼ਨਲ ਦੀ 9 ਸਾਲ ਰਹੀ ਹੈ, ਦੇ ਹੈਵ ਨਿਗਲੈਕਟਡ ਟੂ ਇਨਵੈਸਟ ਇਨ ਐਨੀ ਆਫ ਦੈਟ। ਇਹਨਾਂ ਨੇ ਇਨਫ ਹਾਊਸਿੰਗ ਜਿਹੜੇ ਉਹ ਘਰ ਨਹੀਂ ਇਨਫ ਬਣਾਏ, ਜੇ ਬਣਾਏ ਨੇ ਉਹ ਪ੍ਰਾਈਵੇਟ ਆ, ਸਾਰੇ ਪ੍ਰੋਫਿਟ ਵਾਸਤੇ ਬਣਾਉਂਦੇ ਆ। they haven't built enough roads, that's why we have the traffic problems. and ਜਿਹੜੇ wages lower ਹੁੰਦੀਆਂ ਨੇ, ਉਹ ਜਦੋਂ ਤੁਸੀਂ ਵੀਜ਼ਾ ਟਾਈ ਕਰਦੇ ਹੋ ਐਕਸਪਲੋਇਟੇਸ਼ਨ ਹੁੰਦਾ, wages lower ਹੋਣੀਆਂ, ਹੋਰ ਕੀ ਹੋਣਾ। ਨਾਲੇ ਜੀ ਇਹ ਡਿਵਾਈਡ ਵੀ ਕੀਤਾ ਜਾ ਰਿਹਾ ਹੈ, ਲੋਕਲ ਵਰਕਰ ਨੂੰ ਤੇ ਮਾਈਗ੍ਰੈਂਟ ਵਰਕਰ ਨੂੰ ਡਿਵਾਈਡ, ਉਹਨਾਂ ਦੇ ਵਿੱਚ ਨਫ਼ਰਤ ਭਰੀ ਜਾ ਰਹੀ ਹੈ। ਕਿਉਂਕਿ ਕੋਈ ਅੱਗੇ ਤੋਂ ਕੋਈ ਸਖਤ ਕੋਈ ਕਾਨੂੰਨ ਲੈ ਕੇ ਆਉਣਗੇ, ਹੋਰ ਇਸ ਤੋਂ ਸਖਤ, ਅੱਗੇ ਤੇ ਪਹਿਲਾਂ ਹੀ ਕਾਫੀ ਸਖਤ ਹੈ, ਉਹ ਸਖਤ ਲੈ ਕੇ ਆਉਣਗੇ। ਜਿਹੜੇ ਲੋਕਲ ਲੋਕ ਨੇ ਫਿਰ ਬਹੁਤੀ ਆਵਾਜ਼ ਨਾ ਉਠਾਉਣ ਉਹਦੇ ਖਿਲਾਫ, ਉਹਨਾਂ ਨੇ ਪਹਿਲਾਂ ਹੀ ਉਹਨਾਂ ਦੀ ਕੰਸੈਂਟ ਜਿਹੜੀ ਆ ਮੈਨੂਫੈਕਚਰ ਕੀਤੀ ਜਾਵੇ ਭਈ ਇਹ ਤੁਹਾਡੇ ਮਤਲਬ ਇਹ ਲੋਕ ਨੇ ਜਿਹਨਾਂ ਦੇ ਕਰਕੇ ਇਹ ਸਾਰਾ ਕੁਝ ਖਰਾਬ ਹੈ। ਮਲਮ ਲਾਉਣ ਦੀ ਬਜਾਏ ਮਤਲਬ ਮਿਰਚਾਂ ਲਾ ਰਹੇ ਨੇ, ਜ਼ਖਮਾਂ ਤੇ ਨਮਕ, ਉਹ ਕਹਿ ਰਹੇ ਨੇ ਵੀ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਹੋਰ ਤੁਹਾਨੂੰ ਦਬਾਂਗੇ, ਪਰ ਇਹ ਗੱਲ ਬਣਨੀ ਨਹੀਂ ਹੈ ਹੁਣ। ਤੁਹਾਨੂੰ ਵੀ ਬਹੁਤ ਲੋਕ ਕੰਟੈਕਟ ਕਰਦੇ ਆ ਸ਼ੇਅਰ। ਸੋ ਇਹ ਪਿਛਲੇ ਵੀਕ 'ਚ ਜਦੋਂ ਦੀ ਅਨਾਉਂਸਮੈਂਟ ਹੋਈ ਹੈ, ਕਿਸ ਤਰ੍ਹਾਂ ਦੇ ਕੰਟੈਕਟ ਤੁਹਾਨੂੰ, ਕੀ ਕੁਝ ਕਹਿ ਰਹੇ ਆ? ਬਹੁਤ ਉਹੀ ਉਹ, ਕਿਉਂਕਿ ਉਹ ਇੱਕ ਜਦੋਂ ਇਦਾਂ ਦੀ ਅਨਾਉਂਸਮੈਂਟ ਆਉਂਦੀ ਆ, ਜਿੰਨੇ ਵੀ ਆਪਣੀ ਮਾਈਗ੍ਰੈਂਟ ਫੈਮਿਲੀ ਹੈਗੀ ਆ, ਉਹ ਇੱਕ ਆਸ ਲੈ ਕੇ ਬਹਿੰਦੇ ਆ ਕਿ ਹਨਾ ਚਲੋ ਆਰ ਜਾਂ ਪਾਰ ਸਹੀ ਹਨਾ। ਉਹ ਫੋਨ ਆਏ ਮੈਨੂੰ, ਕਹਿੰਦੇ ਭਾਜੀ ਇਹ ਕਰ ਕੀ ਰਹੇ ਨੇ, ਕਹਿੰਦੇ ਅਸੀਂ ਇੰਨਾ ਕੁਛ ਇੱਥੇ ਸਫਰਿੰਗ ਕਰ ਰਹੇ ਆ। ਉਹ ਪਹਿਲਾਂ ਤਾਂ ਉਹਨਾਂ ਨੇ ਅਨਾਉਂਸ ਕੀਤਾ ਕਿ ਵੈਰੀ ਬਿਗ ਅਨਾਉਂਸਮੈਂਟ ਹਨਾ, ਬਿਗ ਰੀਸੈਟ, ਹਾਂ ਬਿਗ ਰੀਸੈਟ ਹਨਾ। ਉਹ ਵਿਚਾਰੇ ਉਹਨਾਂ ਦੀਆਂ ਤਾਂ ਨੀਂਦਾਂ ਹਰਾਮ ਹੋ ਗਈਆਂ। ਮੈਨੂੰ ਕਹਿੰਦੇ ਭਾਜੀ ਕੀ, ਮੈਂ ਕਿਹਾ ਹੁਣ ਬਾਈ ਮੈਂ ਜਦ ਤੱਕ ਅਨਾਉਂਸਮੈਂਟ ਹੁੰਦੀ ਨਹੀਂ ਤਦ ਤੱਕ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਜਿਹੜੀਆਂ ਅਫਵਾਹਾਂ ਫਲਾਈਆਂ ਗਈਆਂ ਵੀ ਆਪਣੀਆਂ ਫੀਸਾਂ ਇਹਨਾਂ ਨੇ ਵਾਪਸ, ਹਾਂ ਉਹ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕੀਤਾ ਹੈ। ਔਰ ਇੱਕ ਗਰੁੱਪ ਪਤਾ ਨਹੀਂ, ਔਰ ਬੜੇ ਉਹ ਪ੍ਰੋਫੈਸ਼ਨਲ ਗਰੁੱਪ ਨੇ ਇਮੀਗ੍ਰੇਸ਼ਨ ਐਡਵਾਈਜ਼ਰਾਂ ਦੇ, ਜਿਨ੍ਹਾਂ ਨੇ ਬਕਾਇਦਾ ਉੱਥੇ ਲਿਖ ਕੇ ਪਾਇਆ, ਹਾਂਜੀ ਉਹਨਾਂ ਨੇ ਵੀ ਪਾਇਆ ਸੀ, ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ। ਇਮੀਗ੍ਰੇਸ਼ਨ ਐਡਵਾਈਜ਼ਰ ਕੋਈ ਖੁਦ ਹੀ ਕਹਿਣ ਲੱਗ ਪਏ, ਉਹਨੂੰ ਕਹਿਣ ਲੱਗ ਪਏ ਜੇ ਆਹ ਚੀਜ਼ ਲਾਗੂ ਹੋ ਗਈ ਮਾਈਗ੍ਰੈਂਟਾਂ ਦਾ ਸੱਤਿਆਨਾਸ਼ ਹੋ ਜਾਣਾ। ਉਹ ਮੈਂ ਕਿਹਾ ਯਾਰ ਪਹਿਲਾਂ ਅਨਾਉਂਸਮੈਂਟ ਹੋ ਤਾਂ ਲੈਣ ਦੋ ਹਨਾ। ਬਟ ਐਟ ਦੀ ਐਂਡ ਆਫ ਦਾ ਡੇ ਇਹਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਇਹ ਆ ਕਿ ਉਹ ਮਾਈਗ੍ਰੈਂਟਸ ਦੇ ਵਿੱਚ ਨਹੀਂ ਫਰਸਟ੍ਰੇਸ਼ਨ ਆ ਗਈ ਆ। ਉਹ ਹੁਣ ਕਹਿੰਦੇ ਕਿ ਅਸੀਂ ਇਨਫ ਇਜ਼ ਇਨਫ, ਅਸੀਂ ਹੁਣ ਅੱਗੇ ਆਉਣਾ ਹਨਾ। ਹੁਣ ਜਿੱਦਾਂ ਜਿਹੜੀ 5 ਜੂਨ ਨੂੰ ਜਿਹੜੀ ਮਾਰਚ ਹੋਣੀ ਆ,
ਬਹੁਤ ਰਿਕੁਐਸਟਾਂ ਆਈਆਂ ਕਿ ਹੋਰ ਸ਼ਹਿਰਾਂ 'ਚ ਰੱਖੀਆਂ ਜਾਵੇ ਹੈ ਨਾ। ਅਸੀਂ ਜਿੱਦਾਂ ਡਿਸਕਸ਼ਨ ਤਾਂ ਕਰਦੇ ਰਹੀਦਾ, ਉਹਦੇ ਵਿੱਚ ਫਿਰ ਬਾਅਦ 'ਚ ਅਸੀਂ ਸਲਾਹ ਲਈ ਨਹੀਂ ਪਹਿਲਾਂ ਆਕਲੈਂਡ। ਔਰ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਨਹੀਂ ਕਿ ਸਿਰਫ ਅਸੀਂ ਆਕਲੈਂਡ ਹੀ ਰੁਕ ਜਾਣਾ, ਅਗਰ ਕੋਈ ਮੋਮੈਂਟਮ ਨਹੀਂ ਮਿਲਿਆ ਅਸੀਂ ਹੋਰ ਵੀ ਕਰਨੇ ਆ। ਬਸ ਟੂਰ ਕੱਢਾਂਗੇ। ਹਾਂਜੀ, ਬਸ ਟੂਰ, ਰੋਡ ਸ਼ੋ ਅਲੱਗ-ਅਲੱਗ ਜਾ ਕੇ ਸਿਟੀਜ਼ 'ਚ। ਸੋ ਮੇਰੀ ਤਾਂ ਬਸ ਇਹੀ ਆ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਸੁਣ ਰਹੇ ਹੱਥ ਜੋੜ ਕੇ ਇਹੀ ਬੇਨਤੀ ਅਸੀਂ ਬਾਰ-ਬਾਰ ਕਰਦੇ ਆ ਕਿ ਇੱਕ ਵਾਰ ਇਕੱਠੇ ਹੋ ਜਾਓ ਔਰ ਕੁਈਨ ਸਟਰੀਟ ਦੇ ਉੱਤੇ ਇੱਕ ਵਾਰ ਹੁਣ ਪੈਲਸਟਾਈਨ ਉਹ ਜਿਹੜੀ ਰੈਲੀਜ਼ ਹੁੰਦੀ ਆ ਲਾਸਟ 2 ਸੈਟਰਡੇਜ਼ ਉਹਦੇ ਕਲਿੱਪ ਮੈਨੂੰ ਕੱਟ ਕੇ ਭੇਜਦੇ, ਕਹਿੰਦੇ ਭਾਜੀ ਇੰਨਾ ਰਸ਼ ਹੋਣਾ ਚਾਹੀਦਾ। ਮੈਂ ਕਿਹਾ ਭਾਈ ਉਹ ਰੈਲੀ ਵਿੱਚ ਅਰੇਂਜ ਕਰਨੇ ਵਾਲੇ ਵੀ ਸਾਡੇ ਯੂਨੀਅਨਸ ਨੇ ਯੂਨਾਈਟ ਯੂਨੀਅਨ ਹੀ ਅਰੇਂਜ ਕਰਦੀ ਸਾਰਾ ਕੁਝ। ਉਹੀ ਟਰੱਕ ਉੱਥੇ ਹੋਣਾ, ਹਾਂਜੀ, ਉਹੀ ਸਾਊਂਡ ਸਿਸਟਮ ਉੱਥੇ ਹੋਣਾ, ਉਹੀ ਬੰਦੇ ਉੱਥੇ ਹੋਣੇ ਜਿਹਨਾਂ ਨੇ ਉਹ ਅਰੇਂਜ ਕੀਤੀ ਹੈ। ਜਿਹੜੇ ਮਾਈਗ੍ਰੈਂਟਸ ਖੁਦ ਨੇ ਉਹਨਾਂ ਨੂੰ ਅਟੈਂਡ ਕਰਨਾ ਪਊਗਾ। ਸਾਡੇ ਅਰੇਂਜਮੈਂਟ 'ਚ ਕੋਈ ਫਰਕ ਨਹੀਂ। ਕੱਲ ਉਹੀ ਫਲਸਤੀਨ ਵਾਲੇ ਅਰੇਂਜਮੈਂਟ ਉੱਥੇ ਹੋਣਗੇ ਬਕਾਇਦਾ। ਕੱਲ ਅਸੀਂ ਪਰਸੋਂ ਮੈਂ ਸ਼ਾਪਿੰਗ ਕਰ ਰਿਹਾ ਸੀਗਾ ਤਾਂ ਉੱਥੋਂ ਮੈਂ ਤੁਰ ਕੇ ਆ ਰਿਹਾ ਸੀ, ਉੱਥੇ ਇੱਕ ਮੁੰਡਾ ਉਹ ਵਰਕ ਵੀਜ਼ੇ ਤੇ ਖੋਦਿਆ, ਉਹ ਮੈਨੂੰ ਕਹਿੰਦਾ ਭਾਜੀ ਆਲ ਦਾ ਵੈਰੀ ਬੈਸਟ ਫॉर योर ਮਾਰਚ ਔਨ ਦਾ 5th। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਫॉर ਮਾਈ ਮਾਰਚ, ਮੈਂ ਕਿਹਾ ਦਿਸ ਇਜ਼ ਮੋਰ ਲਾਈਕ योर ਮਾਰਚ, ਇਹਦਾ ਤੇਰਾ ਮਾਰਚ ਆ ਬਾਈ। ਉਹ ਫਿਰ ਏਦਾਂ ਕਰਾ ਕੇ ਫਿਰ ਮੰਨ ਗਿਆ, ਕਹਿੰਦਾ ਮੈਂ ਆਪਣੇ ਮੈਂ ਤਾਂ ਇਹ ਵੀ ਕਹਿੰਦਾ ਕਿ ਜਿਹੜੇ ਕਿਉਂਕਿ ਜੋ ਇਹ ਪਾਲਿਸੀਜ਼ ਲਾਗੂ ਹੋਣੀ ਇਹਦੇ ਵਿੱਚ ਬਿਜ਼ਨੈਸਸ ਵੀ ਇਫੈਕਟ ਹੋ ਰਹੇ ਨੇ। ਬਿਲਕੁਲ ਆਲਰੇਡੀ ਹੋ ਰਹੇ ਨੇ। ਮੈਂ ਤਾਂ ਕਹਿੰਦਾ ਇਹਦੇ ਵਿੱਚ ਬਿਜ਼ਨਸ ਵਾਲੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਆਉਣ, ਬਿਲਕੁਲ ਆਉਣ ਔਰ ਜੁੜਨ ਨਾਲ। ਐਬਸੋਲੂਟਲੀ, ਕਿਉਂਕਿ ਜਿਹੜਾ ਇਹਨਾਂ ਨੇ EMPLOYER accredited ਵਰਕ ਵੀਜ਼ਾ ਵੀ ਆ, ਉਹਦੇ 'ਚ ਛੋਟੇ ਬਿਜ਼ਨਸਾਂ ਵਾਲੇ ਵਿਚਾਰੇ ਸ਼ਾਇਦ ਉਹ accreditation ਨਹੀਂ ਲੈ ਪਾਉਣਗੇ। ਸੋ ਬਿਜ਼ਨੈਸਸ ਨੂੰ ਵੀ ਇਕੱਠੇ ਹੋ ਕੇ ਲੌਬੀ ਕਰਨਾ ਪਊਗਾ ਕਿ ਕਿਸੇ ਨੂੰ ਵੀ ਫਾਇਦਾ ਨਹੀਂ ਹੈ ਇਹਦੇ 'ਚੋਂ, ਇਹ ਜੋ ਕਰ ਰਹੇ ਆ। ਗੱਲ ਉਹੀ, ਜੇ ਕੱਲ ਨੂੰ ਬਿਜ਼ਨਸ ਵਾਲਿਆਂ ਨੇ ਇਕੱਠਾ ਕਰਨਾ, ਉੱਥੇ ਬੰਦੇ ਨਹੀਂ ਇਕੱਠੇ ਹੋਣੇ। ਹੁਣ ਓਪਰਚੁਨਿਟੀ ਹੈਗੀ ਕਿ ਸਾਰੇ ਹੀ ਜਾਣੇ ਇਕਜੁੱਟ ਹੋ ਕੇ ਇੱਕ ਵਾਰ ਕਰ ਦਈਏ। ਬਿਲਕੁਲ। ਸੋ ਉਹ ਮਾਰਚ ਦੇ ਵੀ ਹੋਰ ਡਿਟੇਲ ਸ਼ੇਅਰ ਕਰਦੇ ਆ। ਸੋ ਜਿਹੜੀ ਅਨਾਉਂਸਮੈਂਟ ਹੋਈ ਆ ਉਹਦੇ ਤਹਿਤ ਹੀ ਅੱਜ ਫਿਰ ਬ੍ਰੇਕਫਾਸਟ ਸ਼ੋ ਆ ਉਹ TV1 ਦਾ, ਉਹਦੇ 'ਚ ਇੰਟਰਵਿਊ ਸੀਗੀ। ਦੇयर ਵਾਸ ਰਿਚਰਡ ਸਮॉल, ਉਹ ਮੇਰੇ ਇਮੀਗ੍ਰੇਸ਼ਨ ਲਾਇਰ ਨੇ ਮੈਲਕਮ ਪੈਸੀਫਿਕ ਤੋਂ, ਉਹ ਸੀਗੇ, ਐਂਡ ਦੈਨ ਮੈਂ ਸੀਗੀ ਨਾਲ। ਸੋ 8-10 ਮਿੰਟ ਦੀ ਇੰਟਰਵਿਊ ਸੀਗੀ ਇਸੇ ਮਸਲੇ ਤੇ। ਸੋ ਉਹ ਆਲਮੋਸਟ ਸੇਮ ਗੱਲ ਸੀਗੀ ਮੇਰੀ ਤੇ ਰਿਚਰਡ ਦੀ ਕਿ ਮਾਈਗ੍ਰੈਂਟਸ ਆਰ ਫਰਸਟ੍ਰੇਟਡ, ਮਤਲਬ ਕਿ ਲੋਕ ਇੰਨੇ ਫਰਸਟ੍ਰੇਟ ਨੇ ਕਿ ਸਟ੍ਰਾਈਕ ਐਕਸ਼ਨ ਕਰਨਾ ਚਾਹੁੰਦੇ ਆ ਕਿ ਸਾਰੇ ਮਾਈਗ੍ਰੈਂਟਸ ਸੇਮ ਡੇ ਕੰਮ ਤੇ ਨਾ ਜਾਣ, ਸਟ੍ਰਾਈਕ ਐਕਸ਼ਨ। ਸੋ ਉਹਦੇ 'ਚੋਂ ਵੀ ਅਸੀਂ ਉਹਨਾਂ ਨੂੰ ਮਤਲਬ ਰੋਕ ਰਹੇ ਹਾਂ ਕਿਉਂਕਿ ਉਹ ਦੇ ਕੈਨ ਗੈਟ ਫਾਇਰਡ ਜੇ ਉਹਨਾਂ ਦਾ EMPLOYER ਸਪੋਰਟਿਵ ਨਹੀਂ ਹੈ ਇਸ ਚੀਜ਼ 'ਚ, ਤੇ ਉਹ ਕੰਮ ਤੇ ਵਿਦਆਊਟ ਅਪਰੂਵਡ ਲੀਵ ਵਿਦ ਐਬਸੈਂਟ ਨੇ ਕੰਮ ਤੋਂ, ਦੇ ਕੈਨ ਲੂਜ਼ ਦੇਅਰ ਜੌਬ। ਸੋ ਇਸ ਕਰਕੇ ਅਸੀਂ ਬਾਰ-ਬਾਰ ਇਹੋ ਸੁਜੈਸਟ ਕਰ ਰਹੇ ਹਾਂ ਕਿ 5 ਜੂਨ ਵਾਲੀ ਜਿਹੜੀ ਮਾਰਚ ਹੈ, ਸੈਟਰਡੇ ਆ, ਉਸ ਦਿਨ 3 ਵਜੇ ਹੋਊਗੀ ਦੁਪਹਿਰੇ, ਆਊਟੀਆ ਸਕੁਆਇਰ ਆਕਲੈਂਡ। ਅਗਰ ਨਾਰਮਲੀ ਤੁਸੀਂ ਕੰਮ ਤੇ ਹੁੰਦੇ ਹੋ ਉਸ ਦਿਨ, ਯੂ ਸ਼ੁੱਡ ਗੈਟ ਅਪਰੂਵਡ ਲੀਵ ਤੇ ਫਿਰ ਤੁਸੀਂ ਮਾਰਚ ਅਟੈਂਡ ਕਰੋ। ਇਸ ਤਰ੍ਹਾਂ ਵਿਦਆਊਟ ਪਰਮਿਸ਼ਨ ਜੇਕਰ ਐਬਸੈਂਟ ਹੋ ਗਏ, ਯੂ ਕੈਨ ਗੈਟ ਇਨਟੂ ਟਰਬਲ। ਸੋ ਉਹ ਜਿਹੜਾ ਮਤਲਬ ਸਟ੍ਰਾਈਕ ਐਕਸ਼ਨ ਇੱਕ ਸੀਰੀਅਸ ਹੁੰਦਾ ਹੈ। ਯੂਨੀਅਨ ਮੈਂਬਰਸ ਜਿਹੜੇ ਉਹ ਕਲੈਕਟਿਵਲੀ ਉਹਦਾ ਪ੍ਰੋਸੈਸ ਹੈ ਇੱਕ, ਪਰ ਪੁਆਇੰਟ ਇਹ ਹੈ ਕਿ ਲੋਕ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਆ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਇਹ ਵੀ ਰਿਕੁਐਸਟ ਆ ਰਹੀ ਹੈ ਕਿ ਹੰਗਰ ਸਟ੍ਰਾਈਕ ਕਰੀਏ। ਸੋ ਮਤਲਬ ਕਿ ਸੀਰੀਅਸ ਹੈ ਮੈਟਰ। ਤੁਸੀਂ ਪਹਿਲੇ ਦੱਸ ਚੁੱਕੇ ਹੋ ਕਿ ਕੋਈ ਇਸ ਤਰ੍ਹਾਂ ਆਪਣੇ ਜਾਨ ਲੈਣ ਦੀ ਕੋਸ਼ਿਸ਼ ਕਰਨਾ ਚਾਹੁੰਦਾ, ਉਹ ਤਾਂ ਅਸੀਂ ਬਿਲਕੁਲ ਵੀ ਡੂ ਨਾਟ ਸਪੋਰਟ ਦੈਟ। ਔਰ ਇਸ ਰੇਡੀਓ ਤੋਂ ਵੀ ਅਸੀਂ ਕਹਿਣਾ ਚਾਹਾਂਗੇ ਕਿ ਸਾਡੀਆਂ ਇਹ ਗੱਲਾਂ ਕਰਨ ਦਾ ਇਹ ਬਿਲਕੁਲ ਮਕਸਦ ਨਹੀਂ ਹੈ, ਬਲਕਿ ਉਲਟਾ ਆ ਕਿ ਕੋਈ ਪੋਜ਼ਿਟਿਵ ਐਕਸ਼ਨ ਕਰੀਏ ਜਿਹਦੇ ਨਾਲ ਸਰਕਾਰ ਥੋੜੀ ਪਿਘਲੇ ਔਰ ਉਹ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਡੀਲ ਕਰੇ। ਸੋ ਅੱਜ ਸਵੇਰ ਦੀ ਇੰਟਰਵਿਊ 'ਚੋਂ ਇਹ ਸੀਗਾ ਕਿ ਉਹ ਬੇਸਿਕਲੀ ਰਿਚਰਡ ਵੀ ਇਹ ਕਹਿ ਰਹੇ ਸੀਗੇ ਕਿ ਬੀ ਕਾਈਂਡ, ਅਸੀਂ ਸਰਕਾਰ ਨੂੰ ਇਹ ਕਹਿੰਦੇ ਬੀ ਕਾਈਂਡ। ਮੇਰਾ ਵੀ ਫਾਈਨਲ ਇਹੋ ਸੀਗਾ ਕਿ ਜਿਹੜੇ ਆਲਰੇਡੀ ਇੱਥੇ ਨੇ ਇਮੋਸ਼ਨਲੀ, ਫਾਈਨੈਂਸ਼ਲੀ, ਸੋਸ਼ਲੀ ਕਿੰਨਾ ਕੰਟਰੀਬਿਊਟ ਕਰ ਚੁੱਕੇ ਆ, ਜਿਹੜੇ ਇੱਥੇ ਨੇ ਉਹਦਾ ਮਤਲਬ ਕਿ ਆਫਸ਼ੋਰ ਸਟੱਕ ਨੇ, ਉਹ ਅਸੀਂ ਉਹਨਾਂ ਨੂੰ ਵੀ ਵਿੱਚ ਇਨਕਲੂਡ ਕਰਦੇ ਹਾਂ ਸਾਰੇ ਵੀਜ਼ਾ ਕੈਟੇਗਰੀਜ਼, ਕਿ ਉਹ ਮਤਲਬ ਤੁਸੀਂ ਉਹਨਾਂ ਨੂੰ ਬਿਲਕੁਲ ਇੱਦਾਂ ਬਾਹਰ ਕੱਢ ਕੇ ਸੁੱਟ ਦੋਗੇ ਤੇ ਹੋਰ ਲੈ ਆਓਗੇ ਮਾਈਗ੍ਰੈਂਟਸ, ਦੈਟ ਇਜ਼ ਵੈਰੀ ਅਨਫੇਅਰ। ਸੋ ਇੰਨਾ ਜਿਹੜੀ ਰੈਪੂਟੇਸ਼ਨ ਬਣੀ ਹੋਈ ਹੈ ਵੱਡੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਇੰਟਰਨੈਸ਼ਨਲੀ ਕ੍ਰਾਈਸਟਚਰਚ ਦੇ ਅਟੈਕ ਤੋਂ ਬਾਅਦ, ਅਸੀਂ ਜਸਟ ਥੋੜਾ ਜਿਹਾ ਹਿੱਸਾ ਉਹਦਾ ਹੀ ਚਾਹੁੰਦੇ ਹਾਂ ਕਿ ਬੀ ਕਾਈਂਡ, ਬੀ ਕੰਪੈਸ਼ਨੇਟ। ਤੋ ਉਸੇ ਸ਼ੋਅ 'ਚ 2 ਘੰਟੇ ਬਾਅਦ ਪ੍ਰਾਈਮ ਮਿਨਿਸਟਰ ਦੀ ਇੰਟਰਵਿਊ ਸੀ। ਸੋ ਜੌਨ ਕੈਂਪਬਲ ਜਿਹੜੇ ਹੋਸਟ ਨੇ ਉਸ ਸ਼ੋਅ ਦੇ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਾਰ-ਬਾਰ ਉਹੀ
ਕੁਐਸਚਨ ਰੱਖਿਆ ਕਿ ਮੈਂ ਇਹ ਦੋ ਵਿਅਕਤੀਆਂ ਨੂੰ ਇੰਟਰਵਿਊ ਕਰ ਚੁੱਕੀ ਹਾਂ, ਮਾਈਗ੍ਰੈਂਟਸ ਐਡਵੋਕੇਟਸ ਨੇ, ਉਹ ਆ ਕਹਿ ਰਹੇ ਨੇ। ਸੋ ਇਨ ਦੀ ਐਂਡ ਹਾਂ ਉਹ ਰੀਸੈਟ ਤੇ ਸਾਰੀ ਗੱਲ ਕਰਦੇ ਰਹੇ ਜਸਿੰਡਾ ਅਰਡਰਨ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਈਗ੍ਰੈਂਟਸ ਨੂੰ ਅਸੀਂ ਬੈਟਰ ਟਰੀਟ ਕਰੀਏ, ਮਤਲਬ ਉਹ ਫਿਊਚਰ 'ਚ ਜਿਹੜੇ ਮਤਲਬ ਜਿਨ੍ਹਾਂ ਨੂੰ ਤੁਸੀਂ ਆਲਰੇਡੀ ਵਰਤ ਚੁੱਕੇ ਹੋ ਉਹਨਾਂ ਦਾ ਵੀ ਬੈਟਰ ਹੋਣਾ ਚਾਹੀਦਾ ਟਰੀਟਮੈਂਟ। ਮਤਲਬ ਉਹ ਜੌਨ ਕੈਂਪਬਲ ਨੂੰ ਪੁਸ਼ ਕਰੀ ਗਿਆ। ਇਨ ਦੀ ਐਂਡ ਸ਼ੀ ਹੈਡ ਟੂ ਸੇ ਕਿ ਲੁੱਕ, this is their home, this is our home. So that is what I think it's this is a big thing. ਕਾਫੀ ਲੋਕ ਇਹਨੂੰ ਮਜ਼ਾਕ ਕਰ ਰਹੇ ਆ ਕਿ she is an actress, just ਕਹਿਣ ਵਾਸਤੇ ਕਹਿ ਰਹੇ ਆ, ਪਰ ਨਹੀਂ, ਮੈਨੂੰ ਲੱਗਦਾ ਇਹ ਉਹ ਕ੍ਰਾਈਸਟ ਚਰਚ ਅਟੈਕ ਤੋਂ ਬਾਅਦ ਜਿਹੜੀ ਸਟੇਟਮੈਂਟ ਸੀ ਕਿ they are us, ਇਹ ਉਹੋ ਜਿਹੀ ਹੋਈ ਗੱਲ ਆ। ਮੈਨੂੰ ਇਸ ਤਰ੍ਹਾਂ that's how I feel. It's big. ਉਹੀ ਇਹਨੂੰ ਹੁਣ ਇਹਨੂੰ ਇਸ ਚੀਜ਼ ਨੂੰ ਜੋ ਇਹਨੇ ਜਸਿੰਡਾ ਆਰਡਰਨ ਨੇ ਸਟੇਟਮੈਂਟ ਦਿੱਤੀ ਆ ਉਹਨੂੰ ਅਸੀਂ ਲੈ ਕੇ ਇਹਦੇ ਉੱਤੇ ਕੈਂਪੇਨ ਵੀ ਸ਼ੁਰੂ ਕਰ ਸਕਦੇ ਹਾਂ। ਬਿਲਕੁਲ, I think because that's a positive thing, and that's the reputation this government has internationally. So ਅਸੀਂ ਕੁਛ ਉਹਨਾਂ ਨੂੰ ਐਕਸਟਰਾ ਕਰਨ ਨੂੰ ਨਹੀਂ ਕਹਿ ਰਹੇ, they just need to live up to their reputation. ਮੈਂ ਤਾਂ ਇਹ ਕਹਿੰਦਾ ਕਿ ਜੇ ਉਦੋਂ ਅੱਜ ਤੋਂ ਜਿਹੜੀ 2 ਸਾਲ ਪਹਿਲਾਂ ਅਸੀਂ ਮਾਰਚ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਉਦੋਂ ਅਸੀਂ ਡਿਮਾਂਡ ਰੱਖੀਆਂ ਸੀਗੀਆਂ ਕਿ ਹੋਲਡ ਕਰ ਦਿਓ, ਜੋ ਗਵਰਨਮੈਂਟ ਔਰ ਇਮੀਗ੍ਰੇਸ਼ਨ ਅੱਜ ਇੰਨੀ ਦਿੱਕਤ ਦੇ ਵਿੱਚ ਹੈ, they would have been easy ਜੇ ਹੋਲਡ ਕੀਤੇ ਹੋਣ। ਹੁਣ ਜਿਹੜੇ ਵਿਚਾਰਿਆਂ ਦੇ ਜਿਨ੍ਹਾਂ ਦੇ ਵੀਜ਼ਾ ਇਸ਼ੂ ਹੋਏ ਸੀ ਉਹਨਾਂ ਦੇ ਐਕਸਪਾਇਰ ਹੋ ਗਏ, ਹਨਾ। ਪਾਰਟਨਰਸ਼ਿਪ ਵੀਜ਼ਾਸ ਅਪ ਟੂ 3 years ਵੇਟ ਕੀਤਾ ਸੀਗਾ ਕਾਫੀ ਜਾਣਿਆਂ ਨੇ, ਉਦੋਂ ਹੀ ਵੀਜ਼ੇ ਲੱਗੇ। ਉਹ ਵਿਚਾਰੇ ਉਹ ਕਿਉਂਕਿ ਇੰਨੇ ਐਕਸਾਈਟਡ ਹੋ ਗਏ ਸੀਗੇ ਕਿ ਅਸੀਂ ਆਉਣਾ ਐਕਸਾਈਟਮੈਂਟ 'ਚ ਭੁੱਲ ਗਏ ਕਿ ਉਹ ਵਿੱਚ ਹੀ ਕੋਵਿਡ ਆ ਗਿਆ, ਉਹ ਨਾਲ ਹੀ ਟਿਕਟਾਂ ਕਰਕੇ ਲੌਕ ਹੋ ਗਏ। there wasn't enough notice ਨਾ, ਇਹਨਾਂ ਨੇ ਟਾਈਮ ਵੀ ਤੇ ਨਹੀਂ ਦਿੱਤਾ ਜ਼ਿਆਦਾ। ਬਿਲਕੁਲ, ਇਹਦੇ ਵਿੱਚ ਇੱਕ ਗੱਲ ਸ਼ੇਰ ਸਾਬਤ ਹੋ ਚੁੱਕੀ ਹੈ ਕਿ ਠੀਕ ਆ ਵਿਲਸਨ ਪੀਟਰ ਨੇ ਵੀ ਪੁੱਠੀਆਂ ਸਿੱਧੀਆਂ ਸਟੇਟਮੈਂਟ ਦਿੱਤੀਆਂ ਇਮੀਗ੍ਰੈਂਟ ਦੇ ਖਿਲਾਫ, ਪਰ ਇਹ ਸਾਰੇ ਦੇ ਵਿੱਚ ਕਿਉਂਕਿ ਹੁਣ ਤੇ ਵਿੱਚ ਹੈ ਵੀ ਨਹੀਂਗਾ, ਸੋ ਕੱਲਾ ਉਹੀ ਨਹੀਂ ਸੀਗਾ, ਇਹ ਸ਼ੁਰੂ ਤੋਂ ਲੈ ਕੇ ਇਹ ਲੇਬਰ ਦੀ ਪਾਲਿਸੀ ਸੀਗੀ ਮਾਈਗ੍ਰੈਂਟ ਨੰਬਰ ਕੱਟ ਕਰਨ ਦੀ ਇਫੈਕਟ ਕਰਨੀ। ਇਹ ਹੁਣ ਗੱਲ ਬਿਲਕੁਲ ਇਹ ਸਾਬਤ ਹੋ ਚੁੱਕੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਹੈਗਾ। ਮੈਂ ਉਹਨੂੰ ਜਿਵੇਂ ਐਡ ਕਰਨਾ ਚਾਹੁੰਦਾ, ਜਿਹੜੇ ਸਰੋਤੇ ਬਾਅਦ ਸਾਨੂੰ YouTube ਤੇ ਸੁਣਨਗੇ ਉਹਨਾਂ ਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਜਿੰਨੇ ਵੀ OECD ਜਿਹੜੇ ਡਿਵੈਲਪ ਮੁਲਕ ਜਿਨ੍ਹਾਂ ਦੇ ਵਿੱਚ ਆਪਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਰਪ ਦੇ ਕਾਫੀ ਦੇਸ਼ ਆਉਂਦੇ ਆ, ਯੂਰਪ ਦੇ ਦੇਸ਼ ਆਉਂਦੇ ਆ, ਉਹਦੇ ਵਿੱਚ ਇੱਥੇ ਜਿਹੜੇ ਟੈਂਪਰੇਰੀ ਜਿਹੜੇ ਕਾਮੇ ਨੇ, ਪ੍ਰਵਾਸੀ ਕਾਮੇ ਨੇ, ਉਹਨਾਂ ਦੀ ਗਿਣਤੀ ਸਭ ਤੋਂ ਵੱਡੀ ਹੈ ਔਰ ਇਹ ਬਹੁਤ ਵੱਡਾ ਕ੍ਰਾਈਸਿਸ ਬਣ ਚੁੱਕਿਆ। ਉਹਨਾਂ ਤੋਂ ਬਿਨਾਂ ਇਹ ਜਿਹੜਾ ਮੁਲਕ ਚੱਲ ਨਹੀਂ ਸਕਦਾ ਔਰ ਉਹ ਬਹੁਤ ਲੰਬੇ ਸਮੇਂ ਤੋਂ, ਉਹ ਕੋਈ ਐ ਨਹੀਂ ਵੀ ਕੱਲ ਪਰਸੋਂ ਦੇ ਆਏ ਹੋਏ ਆ, ਸਾਲਾਂ ਬੱਧੀ ਇੱਥੇ ਆਏ, ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ, ਉਹਨਾਂ ਨੇ ਟੈਕਸ ਦਿੱਤੇ ਆ, ਆਪਣੀਆਂ ਜ਼ਮੀਨਾਂ ਵੇਚ ਕੇ ਆਪਣੀ ਵੱਡੀ ਇਨਵੈਸਟਮੈਂਟ ਕਰਕੇ ਆਏ ਨੇ, ਪੂਰੀਆਂ ਜਿਹੜੀਆਂ ਜ਼ਿੰਦਗੀਆਂ ਦਾਅ ਤੇ ਲੱਗੀਆਂ ਹੋਈਆਂ ਨੇ ਔਰ ਕਿਸੇ ਵੀ ਪਾਸੇ ਇਹ ਸਰਕਾਰ ਉਹਨਾਂ ਨੂੰ ਕਿਸੇ ਪਾਸੇ ਨਹੀਂ ਲਾ ਰਹੀ। ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗਰੁੱਪ ਵਾ ਜਿਹੜਾ ਕੋਵਿਡ ਤੋਂ ਪਹਿਲਾਂ ਕਿਸੇ ਕਾਰਨ ਕਰਕੇ ਕਿਸੇ ਦਾ ਕੋਈ ਵਿਆਹ ਸੀ ਜਾਂ ਆਪਣੇ ਕੋਈ ਮਾਂ ਪਿਓ ਨੂੰ ਕੋਈ ਵੀ ਕਾਰਨ ਆਪਾਂ ਹਿੰਦੁਸਤਾਨ ਨੂੰ ਗਿਆ, ਉਹ ਉਹਨਾਂ ਹੀ ਲੋਕਾਂ ਦੇ ਵਿੱਚ ਉਹ ਹਿੰਦੁਸਤਾਨ ਫਸ ਚੁੱਕਿਆ ਔਰ ਉਹਨਾਂ ਦੀ ਫਰਸਟ੍ਰੇਸ਼ਨ ਉਸ ਤੋਂ ਵੀ ਵੱਡੀ ਹੈ ਕਿਉਂਕਿ ਉਹ ਇੱਥੇ ਉਹ ਸ਼ਾਮਲ ਨਹੀਂ ਹੈਗੇ, ਉਹਨਾਂ ਕੋਲ ਨਾ ਨੌਕਰੀਆਂ, ਘੱਟੋ ਘੱਟ ਜਿਹੜੇ ਇੱਥੇ ਹੈਗੇ ਆ ਉਹਨਾਂ ਕੋਲੇ ਨੌਕਰੀ ਹੈ ਆ, ਈਵਨ ਸਰਕਾਰ ਨੇ ਥੋੜੀ ਬਹੁਤ ਮਦਦ ਵੀ ਕੀਤੀ ਆ, ਵੇਜ ਸਬਸਿਡੀ ਵੀ ਦਿੱਤੀ ਹੈ। ਸੋ ਉਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਵੱਡੀ ਹੈਗੀ ਆ। ਸੋ ਇਹ ਇੱਕ ਨਿਊਜ਼ੀਲੈਂਡ ਇੱਕ ਕਿਸਮ ਦਾ ਇਹ ਯੂਨੀਕ ਇਹ ਸਿਚੁਏਸ਼ਨ ਬਣ ਚੁੱਕੀ ਹੈ ਔਰ ਇਸੇ ਕਰਕੇ ਸਰਕਾਰ ਇਹ ਮੰਨਦੀ ਆ ਵੀ ਇਹ ਕ੍ਰਾਈਸਿਸ ਹੈ ਆ ਔਰ ਇਹਦਾ ਹੱਲ ਵੀ ਸਰਕਾਰ ਦੇ ਕੋਲ ਹੀ ਹੈ। ਬਿਲਕੁਲ। ਔਰ ਇਹ ਸਿਰਫ ਇੰਨਾ ਹੈ ਕਿ ਇਹਦੇ ਵਿੱਚ ਆਪਾਂ ਸਰਕਾਰ ਤੇ ਕਿੰਨਾ ਪ੍ਰੈਸ਼ਰ ਪਾ ਸਕਦੇ ਹਾਂ, ਵੱਖ-ਵੱਖ ਤਰੀਕੇ ਨਾਲ, ਚਾਹੇ ਉਹ ਰੈਲੀਆਂ ਹੋਣ, ਚਾਹੇ ਇਹ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਮਿਲਣਾ ਹੋਵੇ, ਪਟੀਸ਼ਨ ਹੋਵੇ, ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ। ਸੋ ਉਹ ਇੱਕ ਪ੍ਰੈਸ਼ਰ ਜਿਹੜਾ ਬਿਲਟ ਕੀਤਾ ਜਾਵੇ ਕਿ ਆਪਣੀਆਂ ਮੰਗਾਂ ਜਿਹੜੀਆਂ ਜਾਣ। ਪ੍ਰੈਸ਼ਰ ਜਿਹੜਾ ਸਿਰਫ ਮਾਈਗ੍ਰੈਂਟਸ ਦੁਆਰਾ ਨਹੀਂ, ਜਿਹੜੇ ਇੱਥੋਂ ਦੇ ਵਸਨੀਕ ਨੇ ਜਾਂ ਮਾਈਗ੍ਰੈਂਟਸ ਜਿਹੜੇ ਹੁਣ ਰੈਜ਼ੀਡੈਂਟ ਜਾਂ ਸਿਟੀਜ਼ਨ ਬਣ ਚੁੱਕੇ ਆ, ਉਹ ਵੀ ਇਹਦੇ 'ਚ ਮਦਦ ਕਰਨ ਕਿ ਜਿੱਥੇ ਵੀ ਤੁਹਾਨੂੰ MP ਮਿਲਦੇ ਆ, ਖਾਸ ਕਰਕੇ ਜਿਹੜੇ MP ਗਵਰਨਮੈਂਟ 'ਚ ਨੇ, ਉਹਨਾਂ ਨੂੰ ਇਹ ਸਵਾਲ ਰੱਖੋ, ਉਹਨਾਂ ਨਾਲ ਗੱਲ ਕਰੋ ਕਿ ਇਹ ਕਿਉਂ ਤੁਸੀਂ ਹੱਲ ਨਹੀਂ ਕਰਦੇ ਇਹਦਾ। ਸੋ ਉਹ ਬਾਰ-ਬਾਰ ਉਹ ਗੱਲ ਕਰਦੇ ਰਹਿਣਾ ਚਾਹੀਦਾ ਹੈ। ਹਾਂ, ਤੇ ਉਹਦੇ ਨਾਲ ਦੀ ਨਾਲ ਵੀ ਅਸੀਂ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਜਾਂ ਮਾਈਗ੍ਰੈਂਟ ਰਾਈਟਸ ਨੈਟਵਰਕ, ਕਿਉਂਕਿ ਅਸੀਂ
ਕਾਮਿਆਂ ਦੀਆਂ ਯੂਨੀਅਨ ਰਨ ਕਰਦੇ ਆ, ਪ੍ਰਵਾਸੀ ਕਾਮਿਆਂ ਦੀਆਂ। ਸੋ ਉਹ ਕਿਉਂਕਿ ਸਾਰੇ ਪ੍ਰਵਾਸੀ ਕਾਮੇ ਨੇ, ਚਾਹੇ ਇੱਥੇ ਨੇ ਜਾਂ ਆਫਸ਼ੋਰ ਸਟੱਕ ਨੇ, ਉਹਨਾਂ ਦਾ ਦੁੱਖ ਦਰਦ ਇਸ ਕਰਕੇ ਯੂਨੀਅਨ ਕੱਲੇ ਸਾਡੀ ਨੇ, ਯੂਨਾਈਟ ਯੂਨੀਅਨ ਸਾਡੇ ਨਾਲ, ਬਾਕੀ ਵੀ ਯੂਨੀਅਨਸ, ਹਾਂ, ਵਨ ਯੂਨੀਅਨ ਹੈ, ਫਸਟ ਯੂਨੀਅਨ ਹੈ, ਕਈ ਸਾਥੀ ਹੋਰ ਯੂਨੀਅਨ ਤੋਂ ਵੀ ਸਾਡੇ ਨਾਲ ਰਲੇ ਹੋਏ ਨੇ, ਕਿਉਂਕਿ ਇਹ ਸੰਘਰਸ਼ ਕਾਮਿਆਂ ਦਾ, ਪ੍ਰਵਾਸੀ ਕਾਮਿਆਂ ਦਾ ਸੰਘਰਸ਼ ਹੈ, ਤੇ ਉਹਦੇ ਵਿੱਚ ਹਰ ਇੱਕ ਯੂਨੀਅਨ ਦਾ ਫਰਜ਼ ਹੈ ਆ ਕਿ ਉਹ ਇਸ ਸੰਘਰਸ਼ ਦੇ ਵਿੱਚ ਨਿਜਾਤ, ਇਹ ਦੁੱਖਾਂ ਨੂੰ। ਹਾਂ ਬਿਲਕੁਲ, ਅਸੀਂ ਚਾਹੁੰਦੇ ਹਾਂ ਕਿ ਬਾਕੀ ਯੂਨੀਅਨਸ ਵੀ ਸ਼ਾਮਲ ਹੋਣ, ਖਾਸ ਕਰਕੇ ਕਾਉਂਸਲ ਆਫ ਟ੍ਰੇਡ ਯੂਨੀਅਨਸ ਵੀ, ਉਹਨਾਂ ਦਾ ਮਸਲਾ ਵੀ ਬਣਨਾ ਚਾਹੀਦਾ ਹੈ। ਦੇਖੋ ਜੀ, ਜਦੋਂ ਅਸੀਂ ਕੋਈ ਕੈਂਪੇਨ ਸ਼ੁਰੂ ਕਰਦੇ ਆ, ਉਦੋਂ ਕਹਿੰਦੇ ਹੁੰਦੇ ਸਕਸੈਸ ਉਦੋਂ ਬੰਦਾ ਕਰਦਾ ਜਦੋਂ ਜਿਹੜੇ ਆਪਣੇ ਫੋਲੋ ਕਰਦੇ ਆ ਉਹ ਅੰਡਰਸਟੈਂਡ ਕਰਦੇ ਹੈ ਨਾ, ਔਰ ਲਿਸਨ ਕਰਦੇ ਸਾਨੂੰ। ਅਸੀਂ ਬਹੁਤ ਵਾਰ ਕਹਿੰਦੇ ਹੁੰਦੇ ਕਿ ਐਮਪੀਜ਼ ਨੂੰ ਅਪਰੋਚ ਕਰੋ, ਔਰ ਉਹ ਚੀਜ਼ਾਂ ਹੋ ਰਹੀਆਂ, ਲੋਕ ਕਰ ਰਹੇ ਆ। ਹਾਂ, ਮੈਂ ਓਪਨਲੀ ਕਹਿਣਾ ਚਾਹੁੰਦਾ ਕਿ ਦੇਖੋ ਜੀ, ਆਪਣੀ ਕਮਿਊਨਿਟੀ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਜਿਹੜੇ ਪਾਰਲੀਮੈਂਟ ਚ ਬਹਿੰਦੇ ਆ, ਬਟ ਉਹ ਹੈਗੇ ਆ ਨਹੀਂ, ਉਹ ਮੈਂ ਉੱਥੇ ਤੱਕ ਆਉਣਾ ਸੀਗਾ, ਉਹ ਹੈਗੇ, ਫਿਜ਼ੀਕਲੀ ਹੈਗੇ ਨੇ, ਪਰ ਉਹਨਾਂ ਦਾ ਪਤਾ ਨਹੀਂ ਕਿਉਂ, ਬਟ ਉਹਨਾਂ ਨੂੰ ਇਹੀ ਹੈ ਨਾ, ਕਿਉਂਕਿ ਜਦੋਂ ਉਹੀ ਇੰਡੀਆ ਵਾਲਾ ਹਾਲ ਹੋ ਗਿਆ ਕਿ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਹ ਆਪਣੇ ਦਰਵਾਜ਼ੇ ਖੜਕਾਉਂਦੇ ਆ ਮਦਦ ਵਾਸਤੇ, ਔਰ ਜਦੋਂ ਉਹ ਜਿਨ੍ਹਾਂ ਦੇ ਦਰਵਾਜ਼ੇ ਖੜਕਾਏ ਆ, ਜਦੋਂ ਉਹਨਾਂ ਨੂੰ ਲੋੜ ਹੁੰਦੀ ਇਹ ਖੜੇ ਨਹੀਂ ਹੁੰਦੇ। ਬਟ ਬਿਲਕੁਲ ਕੱਲ ਪਰਸੋਂ ਪਤਾ ਨਹੀਂ ਉਹ ਪਿੰਕ ਡੇ ਮਨਾਇਆ ਗਿਆ ਨਾ, ਅੱਜ ਤੋਂ ਐਂਟੀ ਬੁਲੀਇੰਗ ਦਾ ਉਹ ਮਨਾਇਆ ਗਿਆ, ਔਰ ਆਪਣੇ ਐਮਪੀ ਨੇ ਇੱਕ ਪੋਸਟ ਸ਼ੇਅਰ ਕੀਤੀ ਉਹ ਆਪਣੇ ਫੇਸਬੁੱਕ ਦੇ ਉੱਤੇ, ਉਹਦੇ ਉੱਤੇ I think there was about 200 comments, ਔਰ ਉਹ ਕਮੈਂਟਸ ਦੇ ਵਿੱਚ ਇਹੀ ਸੀਗਾ, ਓਪਨਲੀ ਕੋਈ ਡਿਸਹਾਰਟਨਿੰਗ ਨਹੀਂ ਸੀਗੀ, ਕੋਈ ਅਬਿਊਜ਼ ਨਹੀਂ ਸੀਗਾ, ਉਹਦੇ ਵਿੱਚ ਇਹੀ ਸੀਗਾ ਕਿ ਪ੍ਰੈਕਟਿਸ ਵਾਟ ਯੂ ਪ੍ਰੀਚ, ਕਿ ਤੁਸੀਂ ਇੱਕ ਪਾਸੇ ਬੁਲੀਇੰਗ ਦੀ ਗੱਲ ਕਰ ਰਹੇ ਆ, ਤੁਸੀਂ ਇਹ ਵੀ ਤੇ ਬੁਲੀਇੰਗ ਹੀ ਆ, ਉਹ ਕਹਿੰਦੇ ਇੱਕ ਪਾਸੇ ਸਰਕਾਰ ਬੁਲੀ ਬਣੀ ਹੋਈ ਹੈ ਤੇ ਵਿਕਟਮ ਨੇ ਜਿਹੜੇ ਉਹ ਪ੍ਰਵਾਸੀ ਕਾਮੇ ਨੇ, ਮਾਈਗ੍ਰੈਂਟ ਵਰਕਰਸ। ਚੁੱਪ ਕਿਉਂ ਨੇ ਪਤਾ ਨਹੀਂ, ਹੈ ਨਾ, ਇਹ ਤਾਂ ਮੈਂ ਅਖੀਰ ਦੇ ਵਿੱਚ ਅਨੂ ਜੀ, ਸੌਰੀ ਤੁਸੀਂ ਪਹਿਲਾਂ ਟਾਈਮ ਡਿਟੇਲ ਦੱਸ ਦਿਓ। ਟਾਈਮ, ਹਾਂਜੀ ਹਾਂ, ਸਾਡੇ ਕੋਲ 3 ਮਿੰਟ ਬਾਕੀ ਨੇ। ਸੋ ਸੈਟਰਡੇ 5 ਜੂਨ ਦੁਪਹਿਰ 3 ਵਜੇ ਆਊਟੀਆ ਸਕੁਆਇਰ ਸਾਰੇ ਅਸੀਂ ਇਕੱਠੇ ਹੋਵਾਂਗੇ ਐਂਡ ਕੁਈਨ ਸਟਰੀਟ ਮਾਰਚ ਕਰਾਂਗੇ। ਸੋ ਕੋਸ਼ਿਸ਼ ਇਹ ਕਰੀਏ ਕਿ ਦਿਸ ਬਿਕਮਸ ਦ ਬਿਗੇਸਟ ਮਾਈਗ੍ਰੈਂਟ ਮਾਰਚ। ਅੱਜ ਸਵੇਰੇ ਇੰਟਰਵਿਊ 'ਚ ਵੀ ਜੌਨ ਕੈਂਬਲ ਦਾ ਕੁਐਸਚਨ ਸੀਗਾ, ਉਹ ਜਿਹੜੇ ਲਾਇਰ ਸੀਗੇ ਦੂਸਰੇ ਰਿਚਰਡ ਸਮੌਲ, ਉਹਨਾਂ ਨੂੰ ਕਿ ਵਾਟ ਵੁੱਡ ਹੈਪਨ, ਕਿ ਲਾਈਕ ਮੈਂ ਕੀਤਾ ਨਾ ਜ਼ਿਕਰ ਕਿ ਸਾਰੇ ਮਾਈਗ੍ਰੈਂਟ ਸਟ੍ਰਾਈਕ ਕਰਨਾ ਚਾਹੁੰਦੇ, ਲਾਈਕ ਡੇ ਵਿਦਆਊਟ ਮਾਈਗ੍ਰੈਂਟਸ, ਤੇ ਉਹਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਜੇ ਇਸ ਤਰ੍ਹਾਂ ਹੋ ਗਿਆ, ਐਂਡ ਹਿਜ਼ ਵਰਡਸ ਵਰ the bottom would fall out of this country। ਮਤਲਬ ਖੜੀ ਹੋ ਜੂਗੇ ਮੁਲਕ, ਇਹ ਚੱਕਾ ਜਾਮ ਹੋ ਜੂਗਾ। ਮੈਂ ਉਹਨੂੰ ਜੀ ਇਹਦੇ ਵਿੱਚ ਹੋਰ ਅਖੀਰ ਦੇ ਵਿੱਚ ਐਡ ਕਰਨਾ ਚਾਹੁੰਦਾ ਸ਼ੇਰ ਕਿ ਹਮੇਸ਼ਾ ਹੀ ਸੰਘਰਸ਼ ਦੀਆਂ ਲੱਤਾਂ ਖਿੱਚਣੇ ਵਾਲੇ ਲੋਕ ਹੁੰਦੇ ਨੇ, ਇਹ ਪਹਿਲਾਂ ਦਾ ਸਾਨੂੰ ਐਕਸਪੀਰੀਅੰਸ ਆ, ਔਰ ਬੜੀ ਹੈਰਾਨੀ ਦੀ ਗੱਲ ਆ ਜਿਹੜੇ ਲੋਕ ਲੱਤਾਂ ਖਿੱਚ ਰਹੇ ਨੇ, ਇੱਕ ਪਾਸੇ ਜਿਹੜਾ ਹਿੰਦੁਸਤਾਨ 'ਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੀ ਸਪੋਰਟ ਕਰ ਰਹੇ ਨੇ, ਮਤਲਬ ਉੱਥੇ ਠੀਕ ਆ ਰੈਲੀਆਂ ਠੀਕ ਆ, ਪਰ ਇੱਥੇ ਜਿਹੜਾ ਆ ਇੱਥੇ ਖਿਲਾਫ ਆ ਰੈਲੀਆਂ। ਇਹ ਭਾਈ ਸਾਹਿਬ, ਇਹ ਜਿਹੜਾ ਲਾਣਾ ਹੈਗਾ ਆ, ਇਹ ਇਹਨਾਂ ਨੂੰ ਤਕਲੀਫ ਕੋਈ ਹੋਰ ਆ, ਇਹ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਕਨੈਕਸ਼ਨ ਆ, ਜਿਹੜੇ ਇੱਥੇ ਦੀ ਜਿਹੜੀ ਲੋਟੂ ਜਮਾਤ ਆ ਉਹਨਾਂ ਦਾ ਇਹਨਾਂ ਦੇ ਨਾਲ ਸਿੱਧਾ ਕਨੈਕਸ਼ਨ ਆ, ਇਹਨਾਂ ਦੇ ਪਿੱਛੇ ਉਹੀ ਲੋਕ ਨੇ ਜਿਹੜਾ ਇਹਨਾਂ ਦੇ ਕੋਲੋਂ ਇਹੋ ਜਿਹਾ ਪ੍ਰਚਾਰ ਕਰਾਉਂਦੇ ਨੇ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਜਿਹੜੇ ਪੀੜਤ ਨੇ ਵੀ ਇਹਨਾਂ ਦੇ ਪਿੱਛੇ ਨਾ ਲੱਗਿਆ ਜਾਵੇ, ਇਹ ਲੱਤਾਂ ਹਮੇਸ਼ਾ ਇਹ ਹੋਊਗਾ ਹੀ ਹੋਊਗਾ, ਵੈਸੇ ਇਹ ਤੇ ਗਿਵਨ ਆ। ਚਲੋ ਕੋਈ ਨਹੀਂ, ਹਾਂ ਅਸੀਂ ਸਾਡਾ ਜਿਹੜਾ ਇੱਕ ਪਾਥ ਆ, ਫੋਕਸ ਆ, ਅਸੀਂ ਉਹਦੇ ਤੇ ਬਣੇ ਰਹਿੰਦੇ ਆ। ਫੋਕਸ ਹੁਣ ਕੈਂਪੇਨਿੰਗ ਕਈ ਕਿਸਮ ਦੀ ਹੋ ਰਹੀ ਹੈ। ਅੱਜ ਵੀ ਮੈਂ ਸਾਰਾ ਦਿਨ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਆ, ਤਾਂ ਉਹ ਹਲੇ ਅਨਾਉਂਸ ਨਹੀਂ ਕਰਨਾ, ਉਹ ਛੇਤੀ ਅਨਾਉਂਸ ਹੋਊਗਾ, ਬਟ ਕਈ ਕਿਸਮ ਦੀ ਕੈਂਪੇਨਿੰਗ, ਯੂਥ ਆ ਰਿਹਾ, ਵੀਡੀਓ ਮੇਕਰਸ ਆ ਰਹੇ ਨੇ, ਬਹੁਤ ਕਿਸਮ ਦੀ ਕੈਂਪੇਨਿੰਗ ਸ਼ੁਰੂ ਹੋ ਰਹੀ ਹੈ। ਮਾਈਗ੍ਰੈਂਟ ਜਰਨਲਿਸਟ, ਇੱਕ ਹੋਰ ਵਿਜਲ ਜਿਹੜਾ ਸੀਗਾ, ਉਹਦੇ ਚੋਂ ਕਾਫੀ ਸਾਰੇ ਲੋਕ ਸਾਨੂੰ ਵੀ ਅਪਰੋਚ ਕੀਤਾ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਸੋ ਅਸੀਂ ਜਿਹੜਾ ਕਰਨ ਜਾ ਰਹੇ ਹਾਂ, ਮੈਂ ਕਰ ਹੀ ਦਿੰਦੀ ਅਨਾਉਂਸ, ਜਿਹੜਾ ਸਾਡੇ ਕੋਲ ਵੀ ਛੋਟਾ ਜਿਹਾ ਇੱਕ ਡਾਕੂਮੈਂਟਰੀ 100 ਮਾਈਗ੍ਰੈਂਟ ਸਟੋਰੀਜ਼ ਕਿ ਸ਼ੋਕੇਸਿੰਗ 100 ਮਾਈਗ੍ਰੈਂਟਸ ਕੇ ਪੋਜ਼ਿਟਿਵ ਕੰਟਰੀਬਿਊਸ਼ਨ। ਸੋ ਉਹ ਜਿਨ੍ਹਾਂ ਨੇ ਬਣਾਉਣੀ ਹੈ ਉਹ ਖੁਦ ਵੀ ਟੈਂਪਰੇਰੀ ਮਾਈਗ੍ਰੈਂਟਸ ਨੇ ਐਂਡ ਦੇ ਵਾਂਟ ਟੂ ਵਲੰਟੀਅਰ ਐਂਡ ਡੂ ਦਿਸ। ਸੋ ਮਤਲਬ ਕਿ ਬਹੁਤ ਤਰੀਕੇ ਨੇ ਕੈਂਪੇਨ ਕਰਨ ਦੇ। ਤੇ ਠੀਕ ਹੈ ਜੀ, ਅੱਜ ਦਾ ਪ੍ਰੋਗਰਾਮ ਸਾਡਾ ਸਮਾਪਤ ਹੈ ਇੱਥੇ। ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ। ਅਲਵਿਦਾ। ਸੰਗਰਾਮ